और नहीं नहीं सही गल आ तेरे इलाके ਜਿਹੜਾ ਮਤਲਬ ਦਵਾਣੇ ਵੇਚਦਾ ਉਹੀ ਡੈਂਟਿਸਟ ਵੀ ਆ ਤਾਂ ਇਦਾਂ ਨਿਆਣੇ ਲਵੇੜ ਨੇ ਮੋਰਿਆਂ ਚ ਦਿੱਤੇ ਆ ਇੰਨੇ ਨਿਆਣੇ ਆ ਕੱਲ ਵਿਚਾਰਾ ਮੈਨੂੰ 2.5 ਘੰਟੇ ਘੁੱਟਦਾ ਰਿਹਾ ਓਏ ਤੁਹਾਨੂੰ ਘੁੱਟਣ ਨੂੰ ਤਾਂ ਫਿਰਦਾ ਇਹ ਮੈਂ ਬਚਾਉਣ ਡਿਆ मेरी जुबान बाल खा गई। अस्सलाम वालेकुम नाज़रीन, टी टाइम में खुश आमदीद। तेरी आशिकी भी ये क्या रंग लाई, वफा मैंने की तूने की बेवफाई, मेरी भूल थी मैं ये क्या चाहता था, किसी बेवफा से वफा चाहता था, तू जाने क्या बेकरारी तेवर दे दो यार। गाने हर गाना मरासपुणे वाला नहीं हुंदा। सुन ले तेन कहण भी दे ना तू वो गाने दी तू बीट ते सही ला, जेड़ा भी गा लो तेरे को इको ही ठेका है, तू एदा ही ठेका लिया वा अपना सबक विच आ इस गाने जा के तू जाने आ केड़ा इस गाना नहीं वजा हुन ਉਸੇ ਚ ਬਰਾਤ ਆ ਜਾਂਦੀ ਹੈ ਨਾ ਇਹਨਾਂ ਦੇ ਆ ਉਹ ਨਹੀਂ ਨਿਕਲਣ ਦਈ ਬਸ ਸਾਰੇ ਗਾਣੇ ਦਾ ਬੇੜਾ ਮੈਂ ਹਲੇ ਉਹ ਕਹਿਣਾ ਸੀ ਅਬ ਤੇਰੇ ਨਾ 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 ਅਬ ਤੇ ਐ ਮੈਂ ਕਹਿਣਾ ਸੀ ਹਲੇ ਅੱਗੇ ਨਹੀਂ ਹੁਣ ਰਹਿਣ ਦੇ ਨਹੀਂ ਇੱਥੇ ਸ਼ੇਖਾਂ ਦਾ ਲੱਗਦਾ ਹੀ ਨਹੀਂ ਹੈਗਾ ਇੱਥੇ ਹੈ ਹੀ ਦੂਸਰਾ ਨਹੀਂ ਭਾਣਾ ਤੇਰੇ ਐ ਵਜਾਈ ਜੀ ਲੈਂਗੇ नहीं सही क्या हुआ जो एक दिल ਸਾਜੇ ਜ਼ੇਨ ਚਾਹੀਦਾ ਉਹ ਹੈ ਯਾਰ ਤੂੰ ਇੰਗਲਿਸ਼ ਗਾਣਾ ਸ਼ੁਰੂ ਕਰ ਲਾ ਇਹਨੂੰ ਤਾਂ ਵੀ ਜੰਗਲੀ ਲੈ ਰਗੀ ਆ नहीं हुन चीमे सानू ओदा नहीं पता ਬਸ ਕਰਦੇ ਯਾਰ ਲੋ ਜੀ ਨਾਜ਼ਰੀਨ ਇਹ ਭਾਈ ਨੇ 6-4 ਰਹਿਮਾ ਉਹ ਯਾਰ ਬਸ ਕਰਦੇ ਤੂੰ ਵੀ ਕੋ ਕੱਪੜੇ ਤੇ ਸਵਾਦ ਦੇ ਪਾ ਲਿਆ ਕਰ ਓਹੋ ਕੀ ਹੋ ਗਿਆ ਬਸ ਸਹੀ ਕੀਤੀ ਇੱਕੋ ਹੀ ਸੂਟ ਪਾ ਕੇ ਸ਼ੋਅ 'ਚ ਬਹਿ ਜੰਨਾ ਵਾ ਟੀ ਟਾਈਮ ਦੀ ਸਾਲਗਿਰਾ ਅੱਜ ਕਿ ਨਵੇਂ ਕੱਪੜੇ ਪਾਉਣੇ ਇਹੀ ਪਾ ਰਿਹਾ ਰੋਜ਼ਾਨਾ ਹੈਪੀ ਆ ਸੂਟ ਧੰਨਵਾਦ ਹੈਪੀ ਕਿੱਥੇ ਆ ਵੇ ਅੱਛਾ ਲੋਕਾਂ ਦੇ ਸਿਗਰਟ ਲੱਗਦਾ ਵਾ ਵੀ ਮਾੜਾ ਜਿਹਾ ਸਿਗਰਟ ਲੱਗ ਗਿਆ ਇਹਦਾ ਸਿਗਰਟ ਲੱਗ ਕੇ ਮੋਰੀ ਕਰਕੇ ਪਰਨ ਡਿੱਗ ਪੈਂਦਾ ਅੰਦਰ ਨਹੀਂ ਉਸਤਾਦ ਜੀ ਵੈਲਡਿੰਗ ਵਾਲੀ ਦੁਕਾਨ ਤੇ ਉਹ ਬੱਸ ਕਰਦੇ ਤੂੰ ਕਿਤੇ ਸਹੀ ਤੇ ਕਰਾ ਨਾ ਕੁਛ ਓਹੋ ਅੱਲਾ ਦਿਆ ਬੰਦਿਆ ਪਤਾ ਨਹੀਂ ਕਰੀਦਾ ਲੜਕਾ ਕਿਤੋਂ ਵੀ ਕੋ ਤਾਂ ਹੁਣ ਤੂੰ ਟੀ ਟਾਈਮ 'ਚ ਬਹਿਣ ਲੱਗ ਪਿਆ ਵਾਲ ਵੀ ਕਾਲੇ ਕਰਾ ਲਿਆ ਕਰ की हो गया थानू कोई गल ਅੱਜ ਖਿਜੇ ਹੀ ਗੱਲ ਉਸਤਾਦ ਕਰ ਜੀ ਤੂੰ ਹੀ ਸ਼ਰਟ ਆਪਣੀ ਪਾਓ ਭਾਜੀ ਲੈ। ਸ਼ਰਟਾਂ ਆਪਣੀਆਂ ਪਾਓ ਮੇਰੀਆਂ ਲੱਭਦੀਆਂ ਨਹੀਂ ਮੁੜ ਕੇ ਉਹ ਕਿਹੜੀ ਸ਼ਰਟ ਆ ਤੇ ਤੁਹਾਨੂੰ ਪਤਾ ਲੱਗਣ ਨਹੀਂ ਡਿਆ ਹੈਗਾ 15000 ਦੀ ਸ਼ਰਟ 1500 ਦੀ ਸ਼ਰਟ ਵਾ ਤੁਸੀਂ ਗੱਲਾਂ ਕਰਦੇ ਤੁਸੀਂ ਲੈ ਸਕਦੇ ਏਡੀ ਮਹਿੰਗੀ 3-350 ਤੋਂ ਵੱਧ ਤੁਸੀਂ ਸ਼ਰਟ ਨਹੀਂ ਲੈਂਦੇ ਮੈਂ ਬੜੀ ਬੜੀ ਮਹਿੰਗੀ ਲਈ ਆ ਕਿੰਨੇ ਦੀ ਅੰਦਰ ਜਾ ਕੇ ਉਧਰ ਦੇਖ ਰੈਂਕ ਮੇਰੇ 'ਚ ਅੱਛਾ ਬੇਟਾ 50-50 ਹਜ਼ਾਰ ਰੁਪਏ ਦੀ ਸ਼ਰਟ ਟੰਗੀ ਹੈ 50-50 ਹਜ਼ਾਰ ਦੀ ਤੇ ਇੱਕ ਸਾਈਡ ਆ ਉਧਰਲੀ ਆ ਦੇ ਇਧਰ ਚੈੱਕ ਕਰ ਇਹ ਸਿਰਫ ਮੈਂ ਆਪ ਸਵਾਈ ਆ ਪੈਸੇ ਦੇ ਕੇ ਮੈਂ ਕਿਹਾ ਇੱਧਰ ਹੋਰ ਸਾਈਡ ਇਹਦੇ ਇਹ ਦੀ ਜੇਬ ਇਹਦੀ ਤੁਹਾਨੂੰ ਇਹਦਾ ਇਹ ਤੁਹਾਨੂੰ ਇਹ ਸਟਾਈਲ ਪਤਾ ਹੀ ਨਹੀਂ ਆ ਤੁਸੀਂ ਉਹੀ ਇੱਕੋ ਰੰਗ ਪਾ ਲਿਆ ਆਵੇ ਲੈ ਦੱਸ ਉਹ ਕਿਤੇ ਫਿੱਟੇ ਮੂੰਹ ਹੀ ਧੋਇਆ ਕਰ ਕਿਤੇ ਯਾਰ ਕਾਤੋਂ ਇੰਨਾ ਅੱਜ ਗੁੱਸੇ ਉਹ ਯਾਰ ਮੇਰੇ ਕੋਲ ਮੈਨੂੰ ਪਤਾ ਨਹੀਂ ਸਵੇਰ ਦਾ ਉਦਾਂ ਹੀ ਆਉਂਦਾ ਵਾ ਅਬਦੁੱਲਾ ਭਾਈ ਪਾਪਾ ਨੂੰ ਸਕੂਨ ਵਾਲੀ ਗੋਲੀ ਨਹੀਂ ਦਿੱਤੀ ਅੱਜ ਕਿਹੜੀ ਸੀਕੋ ਵਾਲੀ ਆਓ ਦਿਮਾਗੀ ਸੀਕੋ ਵਾਲੀ ਯਾਰ ਖਾ ਯਾਰ ਕੋਈ ਕਹਿ ਦੇਵੇ ਵੀ ਮੈਂ ਗਲਤ ਕਹਿ ਰਿਹਾ ਅੱਛਾ ਮੈਂ ਇੱਕ ਗੱਲ ਉਸਤਾਦ ਜੀ ਕਰਾਂ ਕਹਿੰਦੇ ਤੁਸੀਂ ਸਹੀ 1000 ਰੁਪਏ ਦਾ ਇਹਨੂੰ ਸਾਬਣ ਲਿਆ ਦੇ ਤੂੰ ਆਪਣੇ ਤੇ ਲਾਂਤਾ ਪਾਉਣੀਆਂ ਕਿ ਵੀ ਮੈਂ ਉਦਾਂ ਦਾ ਹੀ ਆ ਇਹ ਨਹੀਂ ਕਿ ਤੇਰੀਆਂ ਅੱਖਾਂ ਥੱਲੇ ਹਲਕੇ ਪੈ ਗਏ ਆ ਨੱਕ ਤੇਰਾ ਜੀਵ ਜਿਹਾ ਵਾ ਕੰਨਾਂ ਤੇਰਿਆਂ ਦੇ ਵਿੱਚ ਵੇਖ ਕਿਦਾਂ ਮੈਲ ਫਸੀ ਆ ਬੁਰਸ਼ ਨਹੀਂ ਕਰਦਾ ਤੂੰ ਕੰਨਾਂ 'ਚ ਬੁਰਸ਼ ਕੌਣ ਕਰਦਾ ਵਾ ਦੰਦਾਂ ਤੇ ਇਹਦੇ ਦੰਦ ਚੱਕ ਆਵੇ ਵੇਖ ਸਾਜੇ ਹੁਣ ਤਾਂ ਤੁਸੀਂ ਤੇ ਯਕਦਮ ਝਪੱਟੇ ਮਾਰਨ ਡਏ ਆ ਕੀ ਗੱਲ ਆ ਪਾਨ ਵੀ ਨਹੀਂ ਖਾਂਦਾ ਹੁਣ ਛੱਡ ਦਿੱਤਾ ਸਾਰਾ ਕੁਝ ਪਾਨ ਵੀ ਨਹੀਂ ਖਾਂਦਾ ਤੇ ਫਿਰ ਦੰਦ ਵੇਖ ਉਹ ਇਹਦੇ। ਸਫਾਈ ਕਰਾਉਣ ਵਾਲੀ ਨਾਖੂਨ ਇਹਦੇ ਦੇਖੋ ਨਾ ਦੇਖੋ ਕੱਟੇ ਹੋਏ। ਨਾਖੂਨ ਵੇਖ ਅੱਲਾ ਮਾਫੀ ਜਦੋਂ ਕਿਉਂ ਕੱਟੇ ਜਦੋਂ ਹੋਰ ਕੋਈ ਸਫਾਈ ਨਹੀਂ ਤੇ ਇਹ ਕੱਤੋਂ ਕੱਟ ਲੈ ਫਿਰ ਏਡੀ ਤਰਤੀਬ ਤੇਰੀ ਅੱਲਾ ਮਾਫੀ ਜੇ ਤੂੰ ਉਹ ਨਾਲੇ ਆ ਵੇ ਉਹਨੂੰ ਨਾਈ ਨੂੰ ਕਹਿ ਕੇ ਇਹਨੂੰ ਪੂਰੀ ਨੂੰ ਪਹਿਲੇ ਲਾ ਕੇ ਧੋ ਕੇ ਦੁਬਾਰਾ ਰੱਖੇ ਇਹ ਇਦਾਂ ਨਹੀਂ ਲਵਾਈ ਦੀ ਹੁੰਦੀ ਵੀ ਉੱਤੇ ਹੀ ਉਦਾਂ ਹੀ ਤੂੰ ਰੱਖ ਲਈ ਆਪੇ ਨਸਲਾ ਭਾਏ ਨਸਲਾ ਪੁੱਟ ਕੇ ਵੇਖ ਡਿੱਗ ਪੈਣੀ ਆ ਡਿੱਗ ਪੈਣੀ ਵਾਲਾ ਦੇਖੋ ਜੀ। ਉਹ ਨਾ ਕਰ ਉਹ ਭਾਈ ਵਾਲ। ਉਹ ਮੈਂ ਹੱਥੀ ਲਵਾਈ ਨਾ ਕਰ ਕਹਿੰਦੇ ਹੱਤੀ ਲਵਾਈ ਮੈਂ ਹੱਥੀ ਲਵਾ ਕੇ ਐਸਾ ਥੋੜੀ ਜੀ ਗੱਲ ਉਸਤਾਦ ਜੀ ਦੀ ਸਹੀ ਵੀ ਆ ਸਾਜੀ ਪੈਚ ਲੱਗਾ ਦੇਖ ਤੈਨੂੰ ਜ਼ਰਾ ਨਹੀਂ ਅਸਲ ਅਸਲ ਨਹੀਂ ਆ ਤਾਂ ਜਿਹੜਾ ਉੱਠਿਆ ਅਸਲ ਸੀ ਗੰਦੀ ਹੋਈ ਆ ਉਸਤਾਦ ਜੀ ਅਸਲ ਵਾ ਲੈ ਮੈਂ ਤਾਂ ਲਾ ਕੇ ਦਿਖਾਵਾਂ ਅਸਲ ਆ ਤੇ ਉਹਦੇ ਦਿਖਾ
ਉਹ ਸਾਜੀ ਅਸਲ ਵਿੱਚ ਥੋੜਾ ਖਿੱਚੋ ਤੇ ਸਹੀ ਫੇਰ ਹੀ ਉਤਰੋ। ਲਾਲ ਹੋ ਗਿਆ ਹੋ ਜਾ ਝੂਠਿਆ ਲਾਲ ਹੋ ਗਿਆ ਨਹੀਂ ਅਸਲ ਵਾਏ ਓਏ ਅਸਲ ਥੱਲੇ ਅਸਲ ਸਮਾਦ ਲੱਗੀ ਹੈ ਉਹ ਪੁੱਟੇ ਨਹੀਂ ਜਾ ਉਹਨੇ ਕਿਹਾ ਸੀ ਅਸਲ ਪੁੱਟੇ ਜਾਣਗੇ ਇਹ ਨਹੀਂ ਪੁੱਟੇ ਜਾਣਗੇ ਅਸੀਂ ਪਹਿਲੇ ਗੱਲ ਕੀਤੀ ਸੀ ਮੈਨੂੰ ਪਤਾ ਲੱਗ ਗਿਆ ਵਾ ਤੁਸੀਂ ਕੀ ਕਰ ਔਰ ਇਹ ਜਿਸ ਹਿੱਸੇ ਤੋਂ ਮਤਲਬ ਮੱਝ ਗਾਈ ਊਂਠ ਤਿੰਨਾਂ ਦੇ ਮਿਕਸ ਕਰਾ ਕੇ ਲਵਾਏ ਪੈਸੇ ਜ਼ਿਆਦਾ 10,000 ਰੁਪਏ ਜ਼ਿਆਦਾ ਤੇ ਲੱਗਾ ਤੁਸੀਂ ਕਸਮ ਖਾਦੀ ਆ ਕਿ ਸੋਹਣਾ ਬੰਦਾ ਰਹਿਣ ਨਹੀਂ ਦੇਣਾ ਦਫ਼ਤਰ ਉਹ ਕੋਲ। ਕਿਹੜਾ ਸੋਨਾ ਇਹ ਸ਼ੁਗਲ ਵੀ ਨਾ ਕਰਿਆ ਕਰ ਜੋ ਜੈਨੂਇਨ ਵੀ ਦੇਖ ਕਰ ਮੇਰੀ ਗੱਲ ਸੁਣ ਉਹ ਸਭ ਤੋਂ ਵੱਡਾ ਭੌਂਕਾ ਸੀ ਉਹਨੂੰ ਮੈਂ ਜੋ ਕਹਿੰਦਾ ਮੰਨ ਕੇ ਆਰਾਮ ਨਾਲ ਬੈਠਣਾ ਲੱਗ ਉਹਨੂੰ ਕੋਈ ਫੈਸਲਾਬਾਦ ਦਾ ਬੰਦਾ ਇਦਾਂ ਚੁੱਪ ਨਹੀਂ ਪਾ ਸਕਿਆ ਤੁਹਾਡੇ ਤੋਂ ਮੰਨਦਾ ਤੂੰ ਮੈਂ ਮੰਨਦਾ ਇਸ ਮੰਨਦਾ ਨੋ ਤੇ ਪ੍ਰੋਬਲਮ ਉਹ ਵੇਲਾ ਮੇਰੀ ਗੱਲ ਮੰਨਦਾ ਤੇ ਤੂੰ ਕਿਉਂ ਨਹੀਂ ਮੰਨਦਾ ਮਨ ਮੈਂ ਯਾਰ ਹਰ ਵਾਸ਼ਰੂਮ 'ਚ ਸਾਬਣ ਦੋ ਰੱਖੇ ਮੈਂ ਕਿਹਾ ਸ਼ਾਇਦ ਇਹਦਾ ਹੱਥ ਨਾ ਪੈਂਦਾ ਹੋਵੇ ਤੇ ਸ਼ਾਇਦ ਇਹ ਐ ਕਰਕੇ ਮੂੰਹ ਧੋਂਦਾ ਵੀ ਮੈਂ ਉੱਥੇ ਵੀ ਰੱਖਤਾ ਇੱਕ ਮੈਂ ਕਿਹਾ ਸ਼ਾਇਦ ਇਹ ਥੱਲੇ ਨੂੰ ਮੂੰਹ ਕਰਕੇ ਧੋਂਦਾ ਵੀ ਮੈਂ ਇੱਥੇ ਵੀ ਇੱਕ ਰੱਖਤਾ ਮੈਂ ਦਰਜਨ ਸਾਬਣ ਮੁxtਲਿਫ ਜਗ੍ਹਾ ਤੇ ਰੱਖੇ ਇੱਕ ਕਿਚਨ 'ਚ ਚਾਹ ਪਕਾਉਂਦਾ ਹੁੰਦਾ ਨਾ ਮੈਂ ਅੱਗੇ ਸਾਬਣ ਰੱਖਿਆ ਸ਼ਾਇਦ ਉਹਨੂੰ ਯਾਦ ਆ ਜਾਏ ਕਿ ਉਹ ਮੈਂ ਆਪ ਧੋਣਾ ਸਾਰੇ ਸਾਬਣ ਉਦਾਂ ਪਏ ਅਨਟੱਚ ਉਹਨਾਂ ਦੇ ਲਾਗੋਂ ਅੱਲਾ ਮਾਫੀ ਬੰਬ ਸਮਝਦਾ ਉਹਨਾਂ ਨੂੰ ਜਿੱਥੇ ਸਾਬਣ ਵੇਖਦਾ ਉਹ ਐਂ ਨੂੰ ਨਿਕਲ ਜਾਂਦਾ ਇਹਨੂੰ ਸਾਬਣ ਦਾ ਸਰਾਣਾ ਬਣਾ ਕੇ ਵੇਖੋ ਮੈਂ ਇਹਦੀ ਮੋਟਰਸਾਈਕਲ ਦੇ ਮੀਟਰ ਤੇ ਸਾਬਣ ਰੱਖਤਾ ਓਏ ਹੋਏ ਮੈਂ ਕਿਹਾ ਉਹ ਤੇ ਵੇਖੇਗਾ ਜਿੱਥੇ ਕਿੱਕ ਮਾਰਦਾ ਮੈਂ ਉੱਥੇ ਰੱਖਤਾ ਹੈਂਡਲ ਤੇ ਫੜਦਾ ਮੈਂ ਉੱਥੇ ਰਬੜ ਨਾ ਪਾਤਾ ਮੈਂ ਕਿਹਾ ਕਿਤੇ ਇਹਦਾ ਹੱਥ ਲੱਗ ਜੇ ਤੇ ਕਵੇ ਕਿ ਚੱਲ ਮੈਂ ਇਸੇ ਬਹਾਨੇ ਅੱਜ ਝੱਗ ਬਣਾ ਕੇ ਧੋ ਲਵਾਂ ਪਰ ਨਹੀਂ ਨਹੀਂ ਇਹ ਤੇ ਹੁਣ ਪਾਣੀ ਧੋਲਾ ਮਾਫੀ ਦੇ ਵਿੱਚ ਯਕੀਨ ਕਰ ਯਾਰ ਕੀ ਮਸਲਾ ਤੂੰ ਐਡਾ ਮੈਲਾ ਕਿਉਂ ਯੂਸੀ ਯਾਰ ਇਹਦੇ ਹੱਥਾਂ ਤੇ ਦੋਨਾਂ ਤੇ ਸਾਬਣ ਰੱਖ ਕੇ ਨਾ ਉੱਤੋਂ ਰਪਟਾਂ ਚੜਾ ਦੋ ਤਾਂ ਕਿ ਇਹਦੇ ਨਾਲੋਂ ਫਿਕਸ ਨਹੀਂ ਉਹ ਰੋਣ ਲੱਗ ਪੈਣਾ ਵਾ ਉਹਨੇ ਕਹਿਣਾ ਬਹੂ ਲੱਗ ਗਿਆ ਕੋਈ ਕਲੀ ਸਾਹਿਬ ਹਾਂ ਤੁਸੀਂ ਤਾਂ ਨਾ ਇਹ ਗੱਲਾਂ ਕਰੋ ਤੁਸੀਂ ਤਾਂ ਮੇਰੇ ਨਾਲੋਂ ਕਈ ਪੀੜੇ ਤਰਗਰਕ ਹੋਏ ਨੇ ਤੁਹਾਡੇ ਉਹ ਜਾ ਹਸੀਨੋ ਜਮੀਲ ਬੰਦਾ ਪਾਗਲਾ ਚੱਲ ਯਾਰ ਚੱਲ ਗੱਲ ਉਹ ਬੋਲਦਾ ਵਾ ਕੌਣ ਉਹ ਵਿਚਾਰਾ ਵੇ ਉਹ ਸਹਿਮ ਗਿਆ ਵਾ ਹੁਣ ਤੁਹਾਡੇ ਤੋਂ ਇਲਾਵਾ ਮੈਂ ਆਪ ਹੀ ਬੇਇੱਜ਼ਤੀ ਕਰਦਾ ਉਹਦੀ ਹੁਣ ਮੈਨੂੰ ਸਮਝ ਗਿਆ ਵਾ ਮੈਂ ਇਹਨੂੰ ਵਿੱਚ ਹੁਣ ਨਾ ਫਿੱਕਾ ਜਾਨੀ ਵੀ ਕਹਿਣਾ ਸ਼ੁਰੂ ਕਰਤਾ ਇਮਲੀ ਕਸਮੈਲਾ ਸਾਹਿਬ ਇੱਕ ਮਿੰਟ ਭਾਈ ਭਾਈ ਉਹਨੂੰ ਵੀ ਬੋਲਿਆ ਭਾਈ ਨੇ ਬੋਲਿਆ ਗਲਤ ਨਾਮ ਲਿਆ ਵਾ ਫਿੱਕਾ ਕਿਉਂ? ਤੁਹਾਡੇ ਨਾਮ ਭਾਵੇਂ ਤੂੰ ਜੋ ਸਚਾਰ ਜਾਨੀ ਅਫੀਸ਼ੀਅਲ ਹੋਰ ਬ੍ਰਾਂਡ ਹੈਗਾ ਫਿੱਕਾ ਜਾਨੀ ਹੋਰ ਬ੍ਰਾਂਡ ਆ ਦਾ ਤੂੰ ਹੋਰ ਕੁਝ ਲਫ਼ਜ਼ ਇਸਤੇਮਾਲ ਕਰ ਇਹ ਨਹੀਂ ਉਹਦੇ ਲਈ ਕੋਈ ਹੋਰ ਫੇਕ ਜਾਨੀ ਕਹਿ ਲਾ ਫੇਕ fake ਝੂਠਾ ਜਾਨੀ ਝੂਠਾ ਫਿੱਕਾ ਜਾਨੀ ਉਹ ਤਾਂ ਹੈ ਵਾ ਹਾਂ ਇਦਾਂ ਕਹਿ fake ਹੈ। ਲਾ ਹਾਂਜੀ ਉਸਤਾਦ ਜੀ ਬਦਤਮੀਜ਼ੀ ਕਰਨੋਂ ਨਹੀਂ ਹਟਦਾ ਹੈਗਾ ਮੈਨੂੰ ਤੈਨੂੰ ਕੋਈ ਇਨਫੋਰਮੇਸ਼ਨ ਨਵੀਂ ਮਿਲੀ ਇਹਦੇ ਇਲਾਕੇ ਦੇ ਬਾਰੇ ਚ ਥੋੜੀਆਂ ਇਹਦੀਆਂ ਇਨਫੋਰਮੇਸ਼ਨਾਂ ਨੂੰ ਹੁੰਦਾ ਹੀ ਨਹੀਂ ਹੈਗਾ ਉਸਤਾਦ ਜੀ ਦਾ ਮੈਨੂੰ ਪੂਰਾ ਇਹਨੂੰ ਮਹੱਲੇ ਦੇ ਵਿੱਚ ਇਮਲੀ ਕਸਮੈਲਾ ਕਹਿੰਦੇ ਆ ਵਾਰੇ ਵਾਹ ਕਸਮੈਲਾ ਉਹਨਾਂ ਦੀ ਜ਼ਾਤ ਆ ਹਾਂਜੀ ਗੋਤ ਗੋਤ ਆ ਉਹਨਾਂ ਦੀ ਜਿੱਦਾਂ ਗੋਤ ਆ ਤੁਹਾਡੀ ਵੀ ਲਫੰਡਰ ਗੋਤ ਲਬੰਟਰ ਕਸਮੈਲਾ ਸਾਹਿਬ ਔਰ ਜੇ ਇਹਨੂੰ ਕੋ ਪੁੱਛਿਆ ਨਾ ਜੀ ਤੁਸੀਂ ਕਿੱਥੋਂ ਪਿੱਛੋਂ ਆਏ ਇਹਨੂੰ ਕਿ ਜਿਸੀ ਕਸਮਾਲਾ ਲੜੀ ਚੋਂ ਅੱਛਾ ਇਹਦੀ ਜੀਮੇਲ ਵੀ ਮਿਲੀ kasmela@gmail.com ਆਹੋ ਸਨੈਪਚੈਟ ਤੇ ਇਹਨੇ ਆਪਣਾ ਬਾਇਓ ਲਿਖਿਆ ਹੋਇਆ ਮਹਿਲ ਕਾ ਤੂਫਾਨ ਤੁਸੀਂ ਵੀ ਜੀਮੇਲ ਤੇ ਲਿਖਾਇਆ ਵਾ ਚੀਮਾ ਸਾਊਂਡ ਪਰਫਾਰਮੈਂਸ ਚੀਮਾ ਸਾਊਂਡ ਯਕੀਨ ਪਰਫਾਰਮੈਂਸ ਕਰ ਆ ਤੂੰ ਹੱਥ ਤੂੰ ਉਂਗਲੀਆਂ 'ਚ ਪਾ ਨਹੀਂ ਸਕਦਾ ਫਸ ਜਾਂਦੀਆਂ ਨੇ ਇੰਜ ਲੱਗਦਾ ਰੇਗ ਮਾਰ ਤੇ ਹੱਥ ਫਿਰਨ ਦਿਆ ਇਹਨੇ ਨਹੀਂ ਸਿਕਰੀ ਚੜੀ ਹੈ ਯਕੀਨ ਕਰ ਸ਼ੈਂਪੂ ਅੱਲਾ ਮਾਫੀ ਵੀ ਕਿੱਥੇ ਕਿੱਥੇ ਮੈਂ ਕਿਹਾ ਯਾਰ ਉਦੋਂ ਮੈਂ ਕਿਹਾ ਇਮਲੀ ਨਾਲਾ ਤੈਨੂੰ 1000 ਰੁਪਏ ਦਊਂ ਕਹਿੰਦਾ ਸਾਜੀ ਪੈਦਾ ਕੀ ਜਿਵੇਂ ਬਚਣਾ ਹੀ ਨਹੀਂ ਬਾਅਦ ਚ ਸਹੀ ਉਹ ਗੱਲ ਇੱਕ ਆ ਵਿਆਹ ਤੋਂ ਬੜੇ ਇਹਨੂੰ ਛਿੱਤਰ ਪਏ ਉਹਨਾਂ ਨੇ ਉਹ ਚੂਨੇ ਨਾਲ ਵੈਲਕਮ ਲਓ ਜੀ ਹੁਣ ਵੇਟਰ ਸ਼ੁਰੂ ਹੋਣ ਲੱਗੇ ਮੈਨੂੰ ਇੱਕ ਵਿਆਹ ਤੋਂ ਚੂਨੇ ਨਾਲ ਪਹਿਲਾਂ ਵੈਲਕਮ ਲਿਖਣਾ ਸੀ ਉਹਨਾਂ ਕੋਲ ਚੂਨਾ ਨਹੀਂ ਸੀ ਆਏ ਕਹਿੰਦਾ ਟੈਨਸ਼ਨ ਨਾ ਲਓ ਆ ਮੇਰੀਆਂ ਪਿੰਨੀਆਂ ਤੋਂ ਖੁਸ਼ਕੀ ਝਾੜ ਲਓ ਉਹਨਾਂ ਨੇ ਦੀ ਸਿਕਰੀ ਦੇ ਨਾਲ ਵੈਲਕਮ ਲਿਖਿਆ ਯਕੀਨ ਕਰ ਸ਼ਾਦੀ ਵੀ ਤਾਂ ਫਿਰ ਰੌਣਕ ਵਾਲੀ ਹੋਈ ਨਾ ਅੱਲਾ ਮਾਫੀ ਕਿਹੜੀ ਰੌਣਕ ਵਾਲੀ ਓਏ ਦੁਨੀਆ 'ਚ ਨਾ ਹਰ ਚੀਜ਼ ਮਿਲਦੀ ਆ ਹੋਟਾਂ ਵਾਸਤੇ ਵੀ ਚੀਜ਼ ਮਿਲਦੀ 15-20 ਰੁਪਏ ਦੀ ਚਿਪਸਟਿਕ ਕਹਿੰਦੇ ਉਹਨੂੰ ਇਹਦੇ ਪੈਸੇ ਕਿੱਥੇ ਲੈ ਕੇ ਜਾਣੇ ਕਿਹੜਾ ਸੰਦੂਕ ਜਿਹੜਾ ਤੇਰਾ ਭਰਨ ਨਹੀਂ ਦਿਆ ਜ਼ਿੰਦਗੀ ਨਹੀਂ ਦੁਬਾਰਾ ਮਿਲਦੀ ਉਸਤਾਦ ਹਾਂਜੀ ਜ਼ਿੰਦਗੀ ਨਹੀਂ ਦੁਬਾਰਾ ਮਿਲਦੀ ਉਹ ਜ਼ਿੰਦਗੀ ਨਹੀਂ ਦੁਬਾਰਾ ਮਿਲਦੀ ਤਨਖਾਹ ਹਰ ਮਹੀਨੇ ਮਿਲਦੀ ਅਲਹਮਦੁਲਿਲਾ ਤੇ ਚਿਪਸਟਿਕ ਬਾਹਰੋਂ ਨੁੱਕਰ ਤੋਂ ਮਿਲਦੀ ਬੋਲ ਉਹ ਠਹਿਰ ਜਾ ਉਹ ਚਿਪਸਟਿਕ ਲੈ 15 ਰੁਪਏ ਦੀ ਨੱਕ 'ਚੋਂ ਵਾਲ ਕੱਟਣ ਵਾਲੀ ਕੈਂਚੀ ਮਿਲਦੀ ਛੋਟੀ 25-30 ਰੁਪਏ ਦੀ ਠੀਕ ਹੈ ਮਤਲਬ ਇੱਕ ਤਨਖਾਹ 'ਚੋਂ ਕੈਂਚੀ ਲੈ ਲਾ 20 ਰੁਪਏ ਵਾਲੀ ਇੱਕ ਤਨਖਾਹ 'ਚੋਂ ਬੁਰਸ਼ ਲੈ ਲਾ ਇੱਕ ਤਨਖਾਹ 'ਚੋਂ ਪੇਸਟ ਲੈ ਲਾ ਕੋ 8-9 ਮਹੀਨਿਆਂ ਬਾਅਦ ਤੇ ਮਾੜਾ ਜਿਹਾ ਫਰਕ ਪਊ ਨਾ ਕੋਈ 4-5 ਚੀਜ਼ਾਂ ਇਕੱਠੀਆਂ ਹੋਣੀਆਂ ਨਹੀਂ ਤੇ ਇੰਨਾ ਸਮਾਨ ਉਹਨੇ ਰੱਖਣਾ ਕਿੱਥੇ ਉਹਦੇ ਉਹ ਲੈ ਉਹ ਲੈ ਠੀਕ ਆ ਚਿਪਸਟਿਕ ਲਾਜ਼ਮੀ ਲੈ ਬੁੱਲਾ ਚਿਪਸਟਿਕ ਲੈ ਹਾਂ ਠੀਕ ਆ ਉਥੋਂ ਬੇਸ ਕਰੀਮ ਮਿਲਦੀ ਆ ਵਾਈਟਨਿੰਗ ਕਰੀਮ ਮਿਲਦੀ ਹੈ ਤੂੰ ਬਾਹਰੋਂ ਗੰਦਗੀ ਦੀ ਕਿਤਾਬ ਨਹੀਂ ਮਿਲਦੀ ਉਹ ਪੜ੍ਹ ਕੇ ਮੇਰੇ ਤੇ ਹੈਵੀ ਹੋਣ ਲੈ ਯਾਰ ਉਹ ਤੇ ਤਦ ਪੜਾਂਗੇ ਨਾ ਜਦੋਂ ਸਾਡੇ ਕੋਲ ਮਟੀਰੀਅਲ ਮੁੱਕ ਜਾਏਗਾ ਸਹੀ ਗੱਲ ਠੀਕ ਹੈ ਆਪਣਾ ਸਮਝ ਆਈ ਬੁੱਲਾਂ ਦਾ ਤੇ ਸਕਿਨ ਦਾ ਕਲਰ ਸੇਮ ਹੀ ਕੀਤਾ ਸੇਮ ਕਰ ਲਿਆ ਤੂੰ ਦੱਸ ਸੂਟ ਵੀ ਉਦਾਂ ਨਾਲ ਨਾਲ ਸੰਤੋਸ਼ ਕੁਮਾਰ ਵੀ ਗੱਲਾਂ ਕਰੂ ਯਾਰ ਮੈਂ ਨਹਾਉਂਦਾ ਧੋਂਦਾ ਤੇ ਨਾ ਚਲੋ ਸਕਿਨ ਇੱਕ ਲੈਦਾ ਚੀਜ਼ ਦਾ ਬਾਕੀ ਚੀਜ਼ਾਂ ਮੇਰੇ ਕੋਲ ਸਾਰੀਆਂ ਤੂੰ ਨਾਵੇਂ ਨਾ ਤੋਵੇਂ ਇੱਕ ਓ ਯਾਰ ਉਹਦੇ ਕੋਲ ਬੋਤ ਨਹੀਂ ਨਾ ਹੁੰਦੀ ਮੇਰੇ ਕੋ ਕਿਹੜੀ ਬੋ ਆਉਣ ਡਈ ਤੁਹਾਨੂੰ ਯਾਰ ਕੁਕੜੀਆਂ ਦੇ ਖੰਭਾਂ ਦੀ ਬੋ ਇੱਥੋਂ ਦੀ ਕਰਾਉਣ ਲਈ ਹੋਰ ਚੇਤਾ ਆਇਆ ਵਾ ਕਸਮੇ ਜੱਫੀ ਪਾ ਕੇ ਕਹਿੰਦਾ ਉਸਤਾਦ ਵਾਲਾ ਪਰਫਿਊਮ
ਅੱਛਾ ਇਹ ਬਾਜ਼ਾਰ ਚੋਂ ਲੰਘ ਜਿਨ੍ਹਾਂ ਦੇ ਲੋਕੀ ਕਹਿੰਦੇ ਮੁਰਗੀ ਵਾਲੀ ਗੱਡੀ ਲੰਘੀ ਤੇ ਇੱਕ ਬੰਦਾ ਕਹਿੰਦਾ ਨਹੀਂ ਨਹੀਂ ਇਮਲੀ ਸੀ। ਮੁਰਗੀਆਂ ਵਾਲੀ ਗੱਡੀ ਇਹਦੇ ਲਾਗੋਂ ਲੰਘ ਜਿਹੜਾ ਪਿੱਛੇ ਨਹੀਂ ਖਲੋਤਾ ਹੁੰਦਾ ਉਹ ਕਹਿੰਦਾ ਹੁੰਦਾ ਸਾਜ ਤੋੜ ਲਓ ਜਲਦੀ। ਯਕੀਨ ਕਰ ਉਹ ਜਿਹੜਾ ਫੁੱਲ ਉਹ ਬੋਲ ਜਿਹੜਾ ਫੁੱਲ ਬੋਝ ਖਲੋਤਾ ਹੁੰਦਾ ਨਾ ਉਹ ਇਹਨੂੰ ਵੇਖ ਕੇ ਕਹਿੰਦਾ ਸਾਜ ਤੋੜ ਲਓ ਇੱਥੋਂ ਕੱਢ ਲਓ। ਹੋਈ ਏਦਾਂ ਇਸ਼ਾਰੇ ਤੇ ਉਹ ਵੀ ਖੜਾ ਮੈਂ ਵੀ ਖੜਾ ਗੱਡੀ ਖੜੀ ਸੀ ਇਹਨੂੰ ਕੱਢ ਦੇ। ਆਹੋ ਉਹਨੇ ਕਹਿੰਦਾ ਜੀ ਇਹਨੂੰ ਇਹ ਤੋਂ ਅੱਗੇ ਕਰ ਲਓ ਜਾਂ ਪਿੱਛੋਂ ਕਰ ਲਓ ਮੇਰੇ ਕੋਲ ਖਲੋਤਾ ਨਹੀਂ ਜਾ ਰਿਹਾ। ਅੱਛਾ ਲੋਕਾਂ ਦੇ ਬੱਚੇ ਘਰ ਆਉਣ ਤੇ ਪਾਪਾ ਦੇ ਖੁਸ਼ ਹੁੰਦੇ ਨੇ ਨਾ ਇਹਦੇ ਬੱਚੇ ਵੀ ਖੁਸ਼ ਹੁੰਦੇ ਨੇ ਦੂਰੋਂ ਉਹ ਖੋਲ ਕੇ ਪਾਪਾ ਆ ਗਏ ਪਾਪਾ ਆ ਗਏ ਪਛਾਣ ਧਿਆਨਾ ਹੱਥ ਨਾ ਮਰਵਾ ਲਈ ਕਿਸੇ ਸ਼ਹਿਰ ਚ। ਸਹੀ ਗੱਲ ਆ। ਇਹ ਪੋ ਵਾਲਾ ਉਸਤਾਦ ਜੀ ਸਿਲਸਿਲਾ ਫਜ਼ੂਲ ਹੈਗਾ ਵਾ। ਕਿਸੇ ਸ਼ਖਸ ਕੋਈ ਇੰਨੀ ਪੋ ਹੁੰਦੀ ਹੋਵੇ ਉਹਨੂੰ 4 ਭਰਾ ਇਕੱਠੇ ਰਲ ਕੇ ਬਿਠਾਉਂਦੇ ਹੀ ਨਹੀਂ। ਇਹਦੀ ਬੁੱਢੀ ਇਹਨੇ ਖਰਚਾ ਦਿੱਤਾ ਬੁੱਢੀ ਨੂੰ ਉਹ ਸਾਬਣ ਲੈ ਆਈ ਲਕਸ ਉਹਨਾਂ ਲੜ ਪਿਆ ਕਹਿੰਦਾ ਫਜ਼ੂਲ ਕੰਮਾਂ ਤੇ ਬਰਬਾਦ ਕਰ ਦਿਓ ਪੈਸੇ। ਉਹ ਕੰਮ ਦੀ ਸ਼ੈ ਹੀ ਕੋਲੇ ਅੱਛਾ ਇਹ ਕਿਦਾਂ ਕੋਲੇ ਲੈ ਆਉਂਦਾ ਵਾ ਸਰਦੀਆਂ 'ਚ ਗਰੀਸ 50,000 ਤਨਖਾਹ ਠਹਿਰ ਜਾ, ਅੱਬੂ ਦੱਸ ਰਹੇ ਨੇ। 36,000 ਦੇ ਕੋਲੇ ਲੈ ਆਉਂਦਾ ਵਾ ਪੂਰੀਆਂ ਸਰਦੀਆਂ ਦੇ ਕਿ ਅੱਗੋਂ ਪਤਾ ਨਹੀਂ ਕੰਮ ਰਹਿਣਾ ਉਸਤਾਦ ਜਾਂਦਿਆਂ ਕੱਢ ਦੇਵੇ ਕਰੋਨਾ ਆ ਜਾਏ ਦੁਨੀਆ 'ਚ ਕੁਛ ਹੋ ਜਾਏ ਮੇਰੇ ਕੋਲੇ ਤੇ ਪੂਰੇ ਪੈ ਰਹਿਣਗੇ। ਸਰਦੀਆਂ ਦਾ ਸਮਾਨ ਅਲਹਮਦੁਲਿਲਾ ਸਰਦੀਆਂ ਦਾ ਵੀ ਪੂਰਾ ਯਕੀਨ ਕਰ। ਮੋਟਰਸਾਈਕਲ ਦੇਖ ਲਓ ਕਸਮੇ ਹਾਲੇ ਵੀ ਅੱਗੇ ਜੈਕਟ ਟੰਗੀ ਜਿਹੜੀ ਰਾਤ ਨੂੰ ਪਾ ਕੇ ਜਾਂਦਾ ਠੰਡ ਹਾਲੇ ਵੀ ਜੈਕਟ ਟੰਗੀ ਆ ਹਿਸਾਬ ਲਾ। ਨਹੀਂ ਜਾਂਦੀ ਠੰਡੀ ਮੈਨੂੰ ਵੈਸੇ ਉਹ ਜਾਂਦੀ ਤੂੰ ਠੰਡ ਜਿਸ ਸ਼ਖਸੀਅਤ ਦੇ ਇਲਾਕੇ ਦਾ ਨਾ ਬਹਾਦਰ ਆਦਮੀ ਹੋਇਆ ਭਗਤ ਸਿੰਘ ਕਿੱਥੇ ਉੱਥੇ ਤੂੰ ਢਾੜੀਆਂ ਪਰ ਉੱਥੋਂ ਛੱਡ ਉਸ ਇਲਾਕੇ ਨੂੰ। ਭਗਤ ਸਿੰਘ ਦੀ ਮੈਂ ਬਹੁਤ ਇੱਜ਼ਤ ਕਰਦਾ ਉਹਨਾਂ ਦੀ ਲੇਕਿਨ ਉਹਨਾਂ ਨੇ ਮੈਨੂੰ ਕਿਹਾ ਕਿ ਵਿਲੀ ਆਪਣੇ ਆਪ ਨੂੰ ਮਜ਼ਬੂਤ ਰੱਖਣਾ ਵਾ ਗੱਲ ਤੇ ਕਾਇਮ ਰਹਿਣਾ ਦੁਨੀਆ 'ਚ ਨਹੀਂ ਲਾਉਣਾ ਨਹੀਂ ਲਾਉਣਾ। ਮੈਂ ਉਹਨਾਂ ਦੀ ਗੱਲ ਤੇ ਮਤਫੱਕਾ ਫੈਸਲਾ ਕੀਤਾ ਵਾ ਮੈਂ ਆਪਣੇ ਆਪ ਨੂੰ ਕਾਇਮ ਦੈਮ ਰੱਖਿਆ ਵਾ ਮੈਨੂੰ ਕੋਈ ਟੈਨਸ਼ਨ ਨਹੀਂ ਹੈਗੀ। ਅੱਛਾ ਨਾਲੇ ਭਗਤ ਸਿੰਘ ਸਾਹਿਬ ਦੇ ਇਲਾਕੇ ਤੋਂ ਵੀ ਅੱਗੇ ਦਾ ਇਲਾਕੇ ਦਾ ਉਹ ਨਹੀਂ ਭਾਈ ਐਂਡ ਵਾ ਨਾ ਬਾਰਡਰ ਵਾ ਉੱਥੋਂ ਤੱਕ ਦੁਨੀਆ ਦਾ ਇਹ ਉਤੋਂ ਅੱਗੇ ਦਾ ਵਾਸਤਾ ਜੀ। ਨਹੀਂ ਚਾਚਾ ਗਿਲਕਤ ਸਾਹਿਬ ਭਗਤ ਸਿੰਘ ਤੋਂ ਤੇ ਸਾਡੇ ਘਰ ਤੋਂ ਤਕਰੀਬਨ ਇੱਕ ਚੌਂਕ ਦਾ ਫਰਕ ਆ। ਯਾਰ ਜਿਸ ਇਲਾਕੇ 'ਚ ਤੂੰ ਰਹਿਣਾ ਨਾ ਉੱਥੇ ਜਿਹੜੇ ਬੰਦੇ ਦੇ ਨਾਈਆਂ ਦੀ ਦੁਕਾਨ ਹਨ ਉਹੀ ਵਕੀਲ ਵੀ ਆ। ਆਹੋ ਤੇਰੀ ਮਿਹਰਬਾਨੀ। ਸਹੀ ਗੱਲ ਆ। ਇਹਦੇ ਮਤਲਬ ਜਿਹੜਾ ਸਬਜ਼ੀ ਵਾਲਾ ਨਾ ਉਹ ਰਜਿਸਟਰੀ ਵੀ ਕਰ ਦਿੰਦਾ ਮਕਾਨ ਦੀ ਯਕੀਨ ਕਰ 4-5 ਬੰਦੇ ਨੇ ਤੇ ਸਾਰੇ ਦੁਨੀਆ ਦੇ ਕੰਮ ਉਹ ਕਰਾ ਲੈਂਦੇ ਯਕੀਨ ਕਰ। ਉੱਥੇ ਤਾਂ ਜਿਹੜਾ ਕੋਈ ਗਲੀ ਦਾ ਐਡਰੈਸ ਦੱਸਦੇ ਉਹਨੂੰ ਨਾਦਰਾ ਵਾਲਾ ਸਮਝਣ ਲੱਗ ਪੈਂਦੇ। ਇਹਦਾ ਇਲਾਕਾ ਕਸਮ ਸਹੀ ਗੱਲ। ਉਸਤਾਦ ਜੀ ਤੁਹਾਨੂੰ ਗਲਤਫਹਿਮੀ ਹੋਣ ਰਹੀ ਆ ਬੜਾ ਡੀਸੈਂਟ ਇਲਾਕਾ ਮੈਂ ਵੀਆਈਪੀ ਇਲਾਕੇ 'ਚ ਰਹਿਣਾ ਮੇਰੀ ਬਹਿਣੀ ਉੱਠਣੀ ਇਦਾਂ ਦੀ ਆ ਮੇਰੇ ਗਲੀ ਦੇ ਵਿੱਚ ਪੀਸੀ ਲੱਗੀ ਹੋਈ ਆ ਮੇਰਾ ਆਪਣਾ ਬੇਟੇ ਤੇਰਾ ਇਦਾਂ ਦਾ ਇਲਾਕਾ ਵਾ ਉੱਥੇ 6 ਮਹੀਨੇ ਬਾਰਿਸ਼ ਨਾ ਹੋਵੇ ਤੇ ਫਿਰ ਤੁਸੀਂ ਸ਼ੁਕਰ ਕਰਦੇ ਵੀ ਸ਼ੁਕਰ ਆ 6 ਮਹੀਨੇ ਬਾਰਿਸ਼ ਨਾ ਹੋਈ ਪਾਣੀ ਇੱਥੇ ਤੱਕ ਆ ਗਿਆ। ਨਾਲੇ ਗਲੀ ਤੇ ਤੂੰ ਕਿਹਾ ਨਾ ਕਰ ਟਿੱਬਾ ਵਾ ਨਹੀਂ ਉਹ ਤਾਂ ਸੜਕਾਂ ਕਦੋਂ ਆ ਉਹ ਬਾਕੀ ਸਾਰੀ ਦੁਨੀਆ ਉੱਚੀ ਹੋਣੀ ਵਾ ਉਤੋਂ ਕੀਸੀਆਂ ਬਣੀਆਂ ਲੋਕੀ ਥੱਲੇ ਨੂੰ ਆਉਂਦੇ। ਸਹੀ ਕਹਿ ਰਹੇ ਔਰ ਨਹੀਂ ਸਹੀ ਗੱਲ ਆ ਤੇਰੇ ਇਲਾਕੇ ਜਿਹੜਾ ਬੰਦਾ ਦਵਾਣੇ ਵੇਚਦਾ ਉਹੀ ਡੈਂਟਿਸਟ ਵੀ ਆ। ਏਡਾ ਮਾੜਾ ਇਲਾਕਾ ਵਾ ਐਡਾ ਮਾੜਾ ਵੀ ਨਹੀਂ ਇਲਾਕਾ ਭਾਈ ਬਸ ਕਰਦੇ ਤੁਹਾਨੂੰ ਉੱਥੇ ਹਰ ਤਰ੍ਹਾਂ ਦਾ ਗਵਰਨਮੈਂਟੀ ਕੰਮ ਉੱਥੇ ਉਹ ਗਵਰਨਮੈਂਟੀ ਲੇਜ਼ ਪੈਕੇਜ ਦੀ ਦੁਕਾਨਾਂ ਐਸੀਆਂ ਉਹ ਗਵਰਨਮੈਂਟੀ ਓਏ ਗਵਰਨਮੈਂਟੀ ਕਰ ਥੋੜਾ ਗੱਲ ਤੇ ਉਹ ਸਾਜ ਸੱਚੀ ਮੁੱਚੀ ਹੈਗਾ ਵਾ ਲੇਜ਼ ਦੀ ਵਰਕਸ਼ਾਪ ਉੱਥੇ ਹੈਗੀ ਆ। ਲੇਜ਼ ਦੀ ਵਰਕਸ਼ਾਪ ਯਾਰ ਸੰਡਾ ਹੈਗਾ ਯਾਰ ਝੱਸਣਾ ਨਹੀਂ ਕਿਹੜੀ ਗੱਲ ਆ ਲੇਜ਼ ਦੀ ਵਰਕਸ਼ਾਪ ਆ ਲੇਜ਼ ਚਿਪਸ ਜਿਹੜੀ ਹੈਗੀ ਆ ਹਾਂਜੀ ਹਾਂਜੀ ਉੱਥੇ ਬਣਦੀ ਆ ਹੈ ਸਟਿੰਗ ਦੀਆਂ ਲੂਮਾਂ ਲੱਗੀਆਂ ਉੱਥੇ ਤੁਸੀਂ ਚੀਜ਼ਾਂ ਸਮਝਣ ਡਏ ਆ ਯਕੀਨ ਮੰਨੋ ਸਟਿੰਗ ਦੀਆਂ ਲੂਮ ਤੁਸੀਂ ਤਾਂ ਪਤਾ ਨਹੀਂ ਕਿੱਥੇ ਪਹੁੰਚੇ ਆ ਸਾਡੇ ਉੱਥੇ ਮੇਨ ਚੌਕ ਦਾ ਨਾਮ ਆ ਪੀਜ਼ਾ ਚੌਕ ਹੈ ਪੀਜ਼ਾ ਚੌਕ ਤੇ ਨਾ ਹੀ ਰੱਖਣਾ ਜਦੋਂ ਵੈਸੇ ਨੇ ਯਾਰ ਸਾਡੇ ਤੇ ਫਰਮਾਂ ਬਣੀਆਂ ਹੋਈਆਂ ਲੈਦਾ ਫਰਮਾਂ ਪੀਜ਼ਿਆਂ ਦੀਆਂ ਅਖਰਾਦ ਵਾਲੀਆਂ ਬਣੀਆਂ ਹੋਈਆਂ ਲੈਦਾ ਜਿੱਥੇ ਪੀਜ਼ੇ ਬਣਦੇ ਆ। ਹਾਂ ਉਹ ਇਹਨਾਂ ਦੇ ਘਰ ਪੀਜ਼ਾ ਚੱਲ ਗਿਆ ਇਹਨਾਂ ਨੇ ਫਰਸ਼ ਦੇ ਦਰਮਿਆਨ ਚ ਰੱਖ ਲਿਆ ਕਹਿੰਦਾ ਫੁੱਲ ਬਣ ਗਏ। ਉਹ ਮਾਰਬਲ ਦਾ ਨਹੀਂ ਆ ਇਹਨਾਂ ਦੇ ਘਰ ਪੀਜ਼ਾ ਚੱਲ ਗਿਆ ਠੁੱਡੇ ਮਾਰ ਕੱਢਦਾ ਤੁਸੀਂ ਹਨਾ। ਅੱਛਾ ਯਾਰ ਤੂੰ ਫੌਰਨ ਅਗਲੇ ਦੇ ਘਰ ਤੋਂ ਕਰਨਾ ਬੋਲਿਆ ਕਰ। ਅੱਛਾ ਯਾਰ ਮੇਰੇ ਘਰ ਭਾਵੇਂ ਪੀਜ਼ੇ ਵਾਲੇ ਲੈ ਕੇ ਘਰ ਪਹਿਲੇ ਆਇਆ ਨਾ ਤੁਸੀਂ ਮਹਿਮਾਨ ਨਾਲ ਤੇ ਕਰ ਲਾ ਇਹਨਾਂ ਤਾਜੀ ਇਹਨਾਂ ਦੇ ਇਲਾਕੇ ਦੇ ਇੱਕੋ ਬੰਦੇ ਨੇ ਖਰਾਬ ਦੀ ਦੁਕਾਨ ਲਾਈ ਮਸ਼ੀਨ ਪਾਈ ਹੈ ਨਾਲ ਨੁੱਕਰ ਦੇ ਵਿੱਚ ਕਾਊਂਟਰ ਰੱਖ ਕੇ ਲਿਖਿਆ ਨਈਮ ਜੂਲਰ। ਇਹਦੇ ਪੂਰੇ ਇਲਾਕੇ 'ਚ 2 ਮਕਾਨ ਆ ਕੋਈ ਪ੍ਰਾਹੁਣਾ ਹੁੰਦਾ ਨਾ ਐਡਰੈਸ ਪੁੱਛਣ ਤੇ ਉਹ ਕਹਿੰਦੇ ਜੀ ਉੱਥੇ ਨਾ ਦੂਜਾ ਮਕਾਨ ਉਹਨਾਂ ਦਾ ਵਾ ਬਸ ਪਹਿਲਾਂ ਕਿਸੇ ਹੋਰ ਦਾ ਦੂਜਾ ਇਹਨਾਂ ਦਾ ਉਸ ਤੋਂ ਬਾਅਦ ਇਲਾਕਾ ਮੁੱਕ ਜਾਂਦਾ। ਆਹੋ ਇਹਨਾਂ ਦੇ ਮਹੱਲੇ ਇੱਕ ਬੰਦਾ ਚੌਥਾ ਮਕਾਨ ਬਣਾਉਣ ਲੱਗਿਆ 3 ਰਲ ਕੇ ਚਲੇ ਗਏ ਕਹਿੰਦੇ ਬਸ ਠੀਕ ਆ ਪਾ ਦਿਓ ਰਸ਼ ਇੱਥੇ ਹੁਣ ਸਾਡੇ ਮੱਲਾ ਫੜਿਆ ਆ ਅੱਜ ਉਹਨੂੰ ਨਹੀਂ ਯਾਦ ਕਰਾਈਆਂ ਆਪ ਕੀ ਸ਼ੁਰੂ ਹੋਇਆ ਯਾਰ ਪਾ ਦੋ ਇੱਥੇ ਰਸ਼ ਪਾ ਦੋ। ਏਦਾਂ ਮਾੜੇ ਇਲਾਕੇ ਦਾ ਇਹਨਾਂ ਦੇ ਮਹੱਲੇ ਦੂਜਾ ਮਕਾਨ ਬਣਨ ਲੱਗਾ ਤੇ ਬੁੱਢੀ ਨੂੰ ਕਹਿੰਦਾ ਚੁੱਕ ਸਮਾਨ ਇੱਥੇ ਵੀ ਕਹਿੰਦਾ ਹੁਣ ਰਸ਼ ਪੈਣ ਲੱਗਾ। ਚਲੀਏ ਕਿਤੇ ਹੋ ਯਾਰ ਦੱਸ ਕੱਲਾ ਰਹਿ ਰਿਹਾ ਇਹਦੇ ਮਹੱਲੇ 'ਚ ਕੱਲਾ ਇਹਦਾ ਮਕਾਨ ਆ ਤੇ ਮੌਲਵੀ ਈਦ ਵਾਲੇ ਦਿਨ ਨਾ ਰੋਜ਼ਿਆਂ 'ਚ ਮੌਲਵੀ ਇਹਦਾ ਨਾਂ ਲੈ ਕੇ ਐਲਾਨ ਕਰਦਾ ਇਮਲੀ ਰੋਜ਼ਾ ਅਫਤਾਰ ਕਰ ਲਾ ਹੋਰ ਹੈ ਹੀ ਕੋਈ ਨਹੀਂ ਇੱਕੋ ਹੀ ਮਕਾਨ ਆ ਪੂਰੇ ਅੱਛਾ ਮਕਾਨ ਯਕੀਨ ਕਰ ਜਿਸ ਇਲਾਕੇ ਦਾ ਹੈਗਾ ਨਾ ਉੱਥੋਂ ਨਾ ਕਦੀ ਕੋਈ ਇਹ ਬਿੱਲ ਜਿਹੜਾ ਨਾ ਬਿਜਲੀ ਦਾ
ਇਹ ਬਾਹਰੋਂ ਉਹਦੇ ਕੋਲ ਲੈ ਕੇ ਆਉਂਦਾ ਪਾਨਾ ਵਾਲੇ ਕੋ, ਉਹ ਅੰਦਰ ਆਉਂਦਾ ਇਹਨੂੰ ਕਹਿੰਦਾ ਯਾਰ ਇਮਲੀ ਦਾ ਬਿੱਲ ਦੇ ਦੀ, ਹੋਰ ਮਕਾਨ ਹੀ ਕੋਈ ਨਹੀਂ। ਨਹੀਂ ਮੇਰਾ ਮਾਸ਼ਾਅੱਲਾ ਬੜਾ ਅੱਛਾ, ਮੈਂ ਸਟਾਫ ਤੋਂ ਆਪੇ ਰਕਸ਼ੇ 'ਚ ਬਹਿ ਕੇ ਆਪਣੇ ਘਰ ਆਣਾ ਕਹਿੰਦਾ ਲਓ ਜੀ ਆ ਤੁਹਾਡਾ ਘਰ ਆ ਗਿਆ, ਮੁੜ ਕੇ ਮੈਂ ਉੱਤਰ ਕੇ ਉਹਨੂੰ ਕਹਿਣਾ ਉਹ ਰਕਸ਼ੇ ਵਾਲਾ ਤੇ ਉਧਰ ਨੂੰ ਜਾਂਦਾ ਹੀ ਨਹੀਂ ਕਿਉਂ ਮਰੇ। ਚਿੰਚੀ ਰਕਸ਼ੇ ਚੱਲਦੇ, ਰਕਸ਼ੇ ਵਾਲਾ ਕਿਉਂ ਨਹੀਂ ਜਾਂਦਾ, ਦੌਰੇ ਪੈਂਦੇ ਚਿੰਚੀ ਰਕਸ਼ੇ ਸੜਕਾਂ ਤੇ ਚੱਲਦੇ ਆ, ਹਾਂ ਉੱਥੇ ਜਦੋਂ ਟੀਆਂ ਟਿੱਬਿਆਂ ਤੇ ਨਹੀਂ ਚੱਲਦੇ, ਉਹਦੇ ਤੇ ਉਹ ਦੂਜੀ ਮੈਡ ਮੈਕਸ ਵਾਲੀਆਂ ਗੱਡੀਆਂ ਚੱਲਦੀਆਂ। ਵੀਆਈਪੀ ਸੜਕ ਬਣੀ, ਕਾਰਪੋਰੇਟ ਸੜਕ ਬਣੀ, ਭਾਜੀ ਮੇਰੀ ਗੱਲ ਕੀ ਹੋ ਗਿਆ ਤਾਂ ਭਾਜੀ ਮੈਡ ਮੈਕਸ ਫਿਲਮ ਵੇਖੀ? ਹਾਂ ਉਹ ਗੱਡੀਆਂ ਇਹਨਾਂ ਦੇ ਇਲਾਕੇ 'ਚ ਚੱਲਦੀਆਂ। ਸਿੰਘਾਂ ਵਾਲੀ ਆਹੋ ਹਾਲੇ ਵੀ ਉਹ ਗੱਡੀਆਂ, ਮੈਂ ਤੁਸੀਂ ਇਹ ਝੂਠ ਬੋਲਣ ਦੇ, ਉੱਥੋਂ ਤੇ ਬੜੀ ਦੇਰ ਬਾਅਦ ਇੱਕ ਗੱਡੀ ਉਹ ਮੋਟਰਸਾਈਕਲ ਗੜ ਕਰਕੇ ਲੰਘੀ ਤੇ ਘਰ ਨੂੰ ਕਹਿੰਦਾ ਯਾਰ ਇੱਥੇ ਰੌਲਾ ਹੀ ਨਹੀਂ ਮੁੱਕਦਾ। ਯਾਰ ਸਵਾਰੀ ਸਬੂਰੀ ਗੱਲ ਆ ਵਾਲਾ ਫਰੀਦ ਸਾਹਿਬ, ਤੁਹਾਡੀਆਂ ਸਹੀ ਮੌਜਾਂ ਲੱਗੀਆਂ ਹੈ, ਤੁਸੀਂ ਸਹੀ ਇਲਾਕੇ 'ਚ। ਇਹਨਾਂ ਦੇ ਤੇ ਸਵਾਰੀ ਦਾ ਤਸੱਵਰ ਹੀ ਨਹੀਂਗਾ, ਖੋਤੇ ਤੇ ਬੋਰੀ ਪਾਉਂਦੇ ਆ, ਇੱਕ ਸਵਾਰੀ ਇੱਧਰ ਬਹਿ ਜਾਂਦੀ, ਇੱਕ ਇੱਧਰ ਬਹਿ ਜਾਂਦੀ, ਦਰਮਿਆਨ 'ਚ ਖੋਤੇ ਦਾ ਲੱਕ ਹੁੰਦਾ, ਉੱਤੇ ਐ ਕੂਣੀ ਆ ਦੇਖਦਾ ਸਾਡਾ ਗਵਾਂਢੀ ਦੱਸ ਰਿਹਾ ਯਾਰ ਗਵਾਂਢੀ ਤੇ ਹੈ ਹੀ ਨਹੀਂ ਤੁਹਾਡੇ। ਆ ਹੈਗਾ ਨਾ ਨਾਲ ਦੇ ਪਿੰਡ ਰਹਿੰਦਾ, ਖੋਤੇ ਦੀ ਬੈਕ ਸਾਈਡ ਤੇ ਪੀੜੀ ਰੱਖ ਕੇ ਨਾ ਆਪ ਅੱਗੇ ਬੈ ਕੇ ਬੁੱਢੇ ਨੂੰ ਕਹਿੰਦਾ ਤੁਮ ਕੈਰੀਅਰ पे बैठ जाओ। ਉੱਥੇ ਕਿਸੇ ਨੇ ਜਗ੍ਹਾ ਲੈਣੀ ਹੋਵੇ ਤੇ ਉਹ ਯਾਰ ਇਦਾਂ ਨਾ ਮਿਲੀ ਵੇਖ ਤੈਨੂੰ ਮੈਂ ਤੈਨੂੰ ਖੁਦਾ ਦਾ ਵਾਸਤਾ ਹੀ ਅੱਛਾ 2 ਮਿੰਟ ਖੁਸ਼ ਹਾਲਾਂ ਦੇ ਸਾਨੂੰ ਕੀ ਤੂੰ ਮਰ ਚੱਲਾਂ ਤੂੰ। ਅੱਛਾ ਉੱਥੋਂ ਦੇ ਜਿੰਨਾਤ ਇਹਨੂੰ ਵੇਖ ਕੇ ਕਹਿੰਦੇ ਉਹ ਬਾਹਰਲਾ। ਓਏ ਅੰਦਰਲਾ ਭਾਈ ਅੰਦਰਲਾ। ਸਹੀ ਗੱਲ ਆ ਭਾਈ, ਮੈਂ ਬਹੁਤ ਮਾੜੇ ਇਲਾਕੇ ਦਾ ਰਹਿਣਾ ਭਾਈ, ਇਹ ਸਾਰੇ ਮਾਸ਼ਾਅੱਲਾ ਚੰਗੇ ਇਲਾਕਾ 'ਚ ਚੰਗੇ ਨਿਜ਼ਾਮ। ਇਹਨੂੰ ਜਿੰਨ ਚੰਬੜ ਗਏ ਵੀ ਪੂਰੇ ਇਲਾਕੇ 'ਚ ਇਕੱਲੇ ਹੀ ਤੇ ਰਹਿੰਦੇ ਆ, ਜਿੰਨ ਚੰਬੜ ਗਏ ਤੇ ਕਢਾਉਣ ਚਲਾ ਗਿਆ ਤੇ ਮੌਲਵੀ ਕਹਿੰਦਾ ਸ਼ੁਕਰ ਕਰ ਤੁਹਾਡਾ ਦਿਲ ਆਇਆ ਉਹਨੇ, ਤੁਹਾਨੂੰ ਡਰ ਨਹੀਂ ਲੱਗਦਾ, ਸਗੋਂ ਨਾ ਰਹਿਣ ਦੇ ਉਹਨੂੰ। ਤੁਹਾਨੂੰ ਕੋ ਪਤਾ ਹੋਵੇ ਜਿੰਨਾ ਬਾਰੇ? ਭਾਈ ਜਿੰਨਾਂ ਦੇ ਬਾਰੇ 'ਚ ਮੈਨੂੰ ਪਤਾ ਮੈਂ ਦੱਸਾਂਗਾ। ਅੱਛਾ ਅੱਛਾ, ਤੈਨੂੰ ਜਿੰਨਾਂ ਦੇ ਬਾਰੇ 'ਚ ਪਤਾ ਨਹੀਂ ਦੱਸ। ਅੱਜ ਦੱਸ ਦੇ ਖੁੱਲ। ਅੱਛਾ ਇਹਨਾਂ ਦੇ ਲਾਗੇ ਤੇ ਰੈੱਡ ਬੁੱਲ ਪਹਿਲੀ ਵਾਰੀ ਗਈ ਤੇ ਚੌਂਕ 'ਚ ਰੱਖ ਕੇ ਸਾਰੇ ਇੱਟਾਂ ਮਾਰਨ ਪਤਾ ਨਹੀਂ ਬੰਬ। ਨਹੀਂ ਸਹੀ ਗੱਲ ਬੜੀ ਮਜ਼ੇਦਾਰ ਗੱਲ ਆ ਦੱਸ। ਨਹੀਂ ਮੈਨੂੰ ਉਹ ਛੱਡਦੇ ਡਿੱਗ ਪੈਣਾ, ਇਹ ਛੱਡਦੇ ਰੈੱਡ ਬੁੱਲ ਲੱਭ ਗਈ ਤੇ ਉਹਨੂੰ ਕੱਪੜੇ 'ਚ ਲੂੜ ਕੇ ਨਾ ਤੇ ਜਨਾਬ ਇੱਥੇ ਰੇਲ ਬਾਜ਼ਾਰ ਸੁਨਿਆਰਿਆਂ ਕੋ ਲੈ ਕੇ ਫਿਰ ਰਹੇ ਕਿ ਯਾਰ ਦੇਖੀ ਸੋਨੇ ਦੀ ਗੋਲ ਇੱਟ ਲੱਗੀ। ਮੈਨੂੰ ਜੱਟ ਬੋਲਾ ਗਵਰਨਮੈਂਟ ਨੂੰ ਮੈਂ ਫੋਨ ਕਰਨਾ, ਪਤਾ ਨਹੀਂ ਕੀ ਆ ਜੀ ਮੇਰੇ ਕੋ। ਚੱਲ ਕੋਈ ਗੱਲ ਨਹੀਂ। ਯਾਰ ਇਹਨੂੰ ਗੁੱਸਾ ਨਾ ਕਰੇ। ਨਹੀਂ ਮੈਂ ਤੁਹਾਡੇ ਚੱਲਿਆ। ਯਾਰ ਜਦੋਂ ਰੂਹ ਤੇ ਹਲਾਲ ਵਾਲੇ ਚੰਦ ਵੇਖਦੇ ਆ ਨਾ ਤੇ ਉਹ ਕਹਿੰਦੇ ਆ ਕਿ ਇਮਲੀ ਕੇ ਇਲਾਵਾ ਸਭ ਘਰੋਂ ਮੇਂ ਈਦ ਮਨਾਈ ਜਾਏਗੀ। ਇਹਦੇ ਮੱਲੇ 'ਚ ਖੁਸ਼ੀ ਜਾਂਦੀ। ਇੱਕੋ ਹੀ ਯਾਰ ਸਪੀਕਰ ਆ, ਇੱਕੋ ਹੀ ਸਪੀਕਰ ਆ, ਇੱਕੋ ਹੀ ਘਰ ਆ। ਉਹ ਹੁਣ ਹਜ਼ਰਾਤ ਤੇ ਕਹਿੰਦਾ ਹੀ ਨਹੀਂ। ਹੈਲੋ ਇਮਲੀ, ਇਮਲੀ ਨਾਲ ਇਮਲੀ ਕਹਿੰਦਾ ਇਮਲੀ ਓਏ ਕੱਲ 3 ਤੋਂ 6 ਬੱਤੀ ਬੰਦ ਰਹਿਣੀ ਆ, ਟੈਂਕੀ ਭਰ ਲਈ ਬਸ। ਪੂਰੇ ਪਿੰਡ 'ਚ ਮੈਂ ਤੇ ਮੌਲਵੀ ਰਹਿੰਦੇ ਬਸ। ਯਾਰ ਇਹਦਾ ਬੱਚੇ ਨਹੀਂ ਗਵਾ, ਇਹਦੇ ਬੱਚੇ ਮੱਲੇ 'ਚ ਜਿੱਡੇ ਮਰਜ਼ੀ ਦੂਰ ਨਿਕਲ ਜਾਣ, ਉਹ ਜਿਹਨੂੰ ਲੱਭਦੇ ਤੇ ਘਰ ਛੱਡ ਜਾਂਦੇ। ਉਹ ਹੁੰਦਾ ਹੀ ਇਹਦਾ ਹੋਰ ਕੋਈ ਬੱਚਾ ਹੀ ਹੈ ਨਹੀਂ। ਅੱਗੇ ਮੇਰਾ ਇਹ ਤਰਸਦਾ ਮੇਰਾ ਬੱਚਾ ਗਵਾਚੇ, ਮੈਨੂੰ ਵੀ ਫਿਕਰ ਪਵੇ, ਮੈਂ ਵੀ ਲਾਣ ਕਰਾਵਾਂ। ਨਹੀਂ ਅੱਛਾ ਮਰਦਮਸ਼ੁਮਾਰੀ ਵਾਲੇ ਕਦੇ ਗਏ ਹੀ ਨਹੀਂ ਨਾਲ। ਨਾ ਇਹਨਾਂ ਨੂੰ ਕਰਦੇ ਨਹੀਂ। ਉਹਦੇ ਫੈਲਾ ਮੁੱਕ ਗਈਆਂ, ਇੰਨੇ ਬੱਚੇ ਇਹਨਾਂ ਦੇ ਜਿਹੜਾ ਹਿਸਾਬ ਨਹੀਂ, ਪੂਰੀ ਹਕੂਮਤ ਨੇ ਤੇ ਘਰ ਬੈਠੀ। ਫਰੀਦ ਸਾਹਿਬ ਖਰਗੋਸ਼ ਵਾਲੀ ਫੈਮਿਲੀ ਇਹ, ਇੰਨੇ ਨਿਆਣੇ ਚਾਂਦੀ ਚੰਦ ਹੋਣ ਡਏ। ਇਹ ਇਹਨਾਂ ਦੀ ਮਾਸ਼ਾਅੱਲਾ ਚੰਗੀ ਹੈ, ਗਵਰਨਮੈਂਟ ਪੂਰੀ ਉੱਥੇ ਬੈਠੀ। ਅੱਲਾ ਇਮਰਾਨ ਖਾਨ ਇਹਨਾਂ ਦੀ ਵਜ੍ਹਾ ਜਿੱਤਣਾ, ਇੰਨਾ ਵੋਟ ਇਹਨਾਂ ਦੇ ਘਰੋਂ ਪੈ ਜਾਣਾ, ਅੱਲਾ ਮਾਫੀ ਦੇਵੇ। ਨਿਆਣੇ ਇਹਨਾਂ ਦੇ ਆਪਸ ਚ ਗੁੰਝਲਾਂ ਫਸੀਆਂ ਵਾ। ਅੱਛਾ ਜੀ ਹਾਂਜੀ ਏਦਾਂ ਨਿਆਣੇ ਲਵੇੜ ਨੇ ਮੋਰਿਆਂ ਚ ਦਿੱਤੇ ਆ, ਇੰਨੇ ਨਿਆਣੇ ਆ ਹੈਨਾ। ਸਾਡਾ ਬਹੁਤ ਮਾੜਾ ਇਲਾਕਾ, ਮੈਂ ਤਾਂ ਕੱਲਾ ਰਹਿਣਾ, ਮੈਂ ਤਾਂ ਮੌਲਵੀ ਹੈ, ਰਾਸ਼ ਵਾਲਾ ਘਰ ਵਾ ਮਾਸ਼ਾਅੱਲਾ, ਹਰ ਟਾਈਮ ਚਾਂਦ ਰਾਤ ਤੂੰ ਕਰ ਲਾ ਗੱਲ। ਤੂੰ ਕਿਹਾ ਸੀ ਉਸਤਾਦ ਜੀ ਨੂੰ ਕਹਿਣਾ। ਹੁਣ ਮੈਂ ਫਿਰ ਵੀ ਇੱਕ ਗੱਲ ਕਰਾਂਗਾ, ਮਰਦਮਸ਼ੁਮਾਰੀ ਵਾਲੇ ਜਾਂਦੇ ਹੀ ਨਹੀਂ, ਉਹ ਸ਼ਹਿਰ ਹੀ ਬੈਠੇ ਕਹਿ ਦਿੰਦੇ ਉਹ 3 ਸੀ ਉਹ 4 ਹੋ ਗਏ ਹੋਣੇ। ਆਹੋ ਤੇ ਫਿਰ ਠੀਕ ਹੈ ਨਾ। ਅਸਲ ਦੇ ਵਿੱਚ ਮੇਰਾ ਜੀ ਮੇਨ 2 ਬੱਚੇ ਆ ਮੇਰੇ, ਉਹਨਾਂ ਨੂੰ ਮੈਂ ਬੁਲਾਉਣਾ ਹੀ ਛੱਡਿਆ ਵਾ। ਅੱਛਾ ਜੀ। ਹਾਂ ਉਹ ਇੱਥੇ ਆਣ ਕੇ ਵੀ ਗੱਲਾਂ ਕਰ ਰਹੇ ਆ। ਨਹੀਂ ਉਸਤਾਦ ਜੀ ਜਿਸ ਫਰੀਦ ਵੈਸੇ ਗੱਲ ਸਹੀ, ਇਹਨਾਂ ਦੇ ਘਰ ਫਰੀਦ ਦੇ ਘਰ ਇੰਨੇ ਬੱਚੇ ਨੇ, ਯਾਨੀ 80 ਬੱਚੇ ਨੇ, 60 ਵੀ ਪੂਰੇ ਹੋ ਜਾਣਾ ਤੇ ਕੁੰਡੀ ਲਾ ਲੈਂਦੇ ਓਕੇ ਬਹੁਤ। ਔਰ ਕਈ ਰਾਤ ਨੂੰ 2-2 2:30 ਵਜੇ ਦਰਵਾਜ਼ਾ ਖੜਕਾਉਂਦੇ ਰਹਿੰਦਾ, ਭਾਈ ਤੁਹਾਡਾ ਬੱਚਾ ਸਾਡਾ ਸੁੱਤਾ ਸੀ, ਮੈਂ ਕਿਹਾ ਫੜਾ ਜਾਵਾਂ। ਹਾਂ ਲੈ ਓਏ ਹੋਏ ਕੀ ਇੰਨੇ ਬੱਚੇ, ਅੱਲਾ ਮਾਫੀ ਦੇਵੇ, ਇੰਨੇ ਤਾਲੇ ਨਹੀਂ ਜਿੰਨੇ ਬੱਚੇ ਤੁਹਾਡੇ। ਸੁਬਹ 29,000 ਦੇ ਰਸ ਜਾ ਰਹੇ ਹੁੰਦੇ ਇਹਨਾਂ ਦੇ ਬੱਚਿਆਂ। ਉਹ ਕਿੱਥੇ ਰਸ 29,000 ਦੇ। ਅੱਲਾ ਦੇ ਆ ਬੰਦੇ। ਤੂੰ ਕੀ ਗੱਲ ਖੈਰ ਆ? ਉਸਤਾਦ ਜੀ ਮੈਨੂੰ ਇਹਦੇ ਤੋਂ ਬੜੀਆਂ ਟੈਨਸ਼ਨਾਂ ਵਾ। ਫਿਰ ਫੌਤ ਹੋ ਜਾ। ਕੀ ਹੋਇਆ ਕੀ ਹੈ? ਉਹ ਖੁਦਕੁਸ਼ ਹਮਲਾ ਕਰ ਲਾ, ਤੇਰੇ ਮੱਲੇ ਨੀਆਂ ਗੱਡੀਆਂ ਨਾ ਕਿਸੇ ਥੱਲੇ ਆ ਜਾ। ਜਦ ਤੂੰ ਮੇਰੇ ਤੋਂ ਇੰਨੀ ਟੈਨਸ਼ਨ ਵਿੱਚ, ਜੰਮਣ ਵਾਲੇ ਤੋਂ ਟੈਨਸ਼ਨ ਨਹੀਂ, ਤੈਨੂੰ ਮੇਰੇ ਤੋਂ ਟੈਨਸ਼ਨ ਹੋਣ ਡਈ ਆ। ਜਿਹਨਾਂ ਦਾ ਹੈਗਾ ਉਹ ਬੇਫਿਕਰ ਫਰੈਂਡ ਆ, ਤੂੰ ਮੈਨੂੰ ਲੈ ਦੇ ਵਕਤ ਪਾਇਆ ਵਾ। ਉਹਨਾਂ ਨੇ ਜੰਮ ਕੇ ਮਗਰ ਰੌਲਾ ਹੀ ਮੁਕਾ ਤੱਕ ਲੈ ਹੁਣ ਦਫ਼ਤਰ ਸਤਾ ਲੋਕਾਂ ਨੂੰ। ਇੰਨਾ ਟੈਨਸ਼ਨ ਚ ਮੇਰੇ ਤੂੰ। ਲਓ ਜੀ ਮੈਂ ਗਲਤ ਕਿਹਾ ਸੀ ਕਿ ਨਹੀਂ ਇਸ ਟਾਈਮ ਸਹੀ ਨਹੀਂ, ਮੈਂਟਲੀ ਥੋੜਾ ਲੈ ਮੈਂਟਲੀ ਤੌਰ ਤੇ ਖਈ ਮੈਂ ਪੁੱਠੀਆਂ ਗੱਲਾਂ ਕਰਨੇ, ਮੇਰੇ ਲਾਰਾ ਚੋਣ ਡਈਆਂ ਜਾਂ ਮੈਂ ਕੰਨਾਂ ਨੂੰ ਇਦਾਂ ਕਰੀ ਜਾਣ ਡਿਆ, ਗੱਲਾਂ ਦਾ ਜਵਾਬ ਹੀ ਦੇਣ ਡਿਆ। ਅਸੀਂ ਆਰਾਮ ਨਾਲ ਗੱਲ ਕਰਦੇ। ਤੁਸੀਂ ਆਰਾਮ ਨਾਲ 100 ਵਾਰੀ ਕਰੋ, ਮੇਰੇ ਕੋਲ ਨਹੀਂ ਆਰਾਮ ਨਾਲ। ਉਹਨੂੰ ਤੁਸੀਂ ਪੁੱਛਿਆ, ਕਹਿੰਦਾ ਮੇਰੇ ਤੋਂ ਬਹੁਤ ਟੈਨਸ਼ਨ ਹੈ, ਇਹਨੂੰ ਪੁੱਛੋ ਕਾਹਦੀ ਮੇਰੇ ਤੋਂ ਟੈਨਸ਼ਨ ਹੈ। ਉਹਦੀ ਇਹੀ ਪਰੇਸ਼ਾਨੀ ਆ ਵੀ ਤੂੰ ਉਹਨੂੰ ਪਰੇਸ਼ਾਨੀ ਦੱਸਣ ਨਹੀਂ ਦਿੰਦਾ।
ਦੱਸੋ ਜੀ ਪਰੇਸ਼ਾਨ ਉਹਨੇ ਮੇਰੀ ਸਾਡੇ ਪਰੇਸ਼ਾਨੀ ਨਹੀਂ ਦੱਸੀ, ਉਹਨੇ ਇਹ ਦੱਸਿਆ ਕਿ ਮੈਨੂੰ ਆਹ ਬਹੁਤ ਬੁਰਾ ਹਾਂ ਬੁਰਾ ਨਹੀਂ, ਉਹਨੇ ਕਿਹਾ ਮੈਨੂੰ ਇਹ ਬਹੁਤ ਪਰੇਸ਼ਾਨ ਕਰਦਾ ਨਾ ਜੋ ਵੀ। ਹਾਂਜੀ ਕੀ ਰੌਲਾ ਦੱਸ। ਮੈਂ ਕਿੱਡੇ ਪਿਆਰ ਨਾਲ ਗੱਲ ਕੀਤੀ। ਹਾਂ ਦੇਖ ਉਹ ਬੋਲ ਕਿੱਦਾਂ ਚੜ ਕੇ ਆਇਆ ਵਾ ਤੁਹਾਡੇ ਸਾਹਮਣੇ। ਚੱਲ ਤੂੰ ਦੱਸ ਆਹ ਇਹਨੂੰ ਕੋਈ ਜ਼ਰਾ। ਗੱਲ ਹੈ ਕਰਨ ਦੀ ਉਸਤਾਦ ਜੀ? ਦੱਸ ਕੀ ਮਸਲਾ ਵਾ? ਦੱਸ ਜਦੋਂ ਤੁਹਾਨੂੰ ਮਸਲਾ ਦੱਸ ਦੇਵੇ ਤੇ ਮੈਨੂੰ ਫੜ ਲਈ। ਚੱਲ ਤੂੰ ਦੱਸ ਦੇ। ਯਾਰ ਉਹ ਖੁਸ਼ਕਿਸਮਤ ਮਤਲਬ ਖੂਬਸੂਰਤ ਆਦਮੀ ਮਹੱਲੇ ਚ ਉਹਦਾ ਨਾਮ ਆ, ਟੈਕਾ ਵਾ, ਇੱਕ ਲੈਵਲ ਆ, ਤੂੰ ਉਹਨੂੰ ਮਹੱਲਾ ਉਹਦੇ ਇਲਾਕਾ ਭਾਵੇਂ ਦੇਖੋ ਇਹ ਨਹੀਂ ਰੌਲਾ ਹੁੰਦਾ ਵੀ ਪੂਰੇ ਮਹੱਲੇ ਚ ਉਹਦਾ ਇੱਕੋ ਹੀ ਇਹਦਾ ਘਰ ਆ, ਬਾਕੀ ਫਸਲਾਂ ਹੀ ਨੇ, ਲੇਕਿਨ ਉਹਦਾ ਘਰ ਅੱਛਾ ਵਾ। ਨਹੀਂ ਜੰਗਲ ਵੀ ਹੈ ਨਾਲ ਉਸਤਾਦ ਜੀ। ਲੋਕ ਬੜੀ ਇੱਜ਼ਤ ਕਰਦੇ ਭਾਵੇਂ ਉੱਥੇ ਨਹੀਂ ਰਹਿੰਦੇ ਕੋਈ ਵੀ। ਹਾਂ ਜਿੱਥੇ ਇਹਦਾ ਇਲਾਕਾ ਨਾ ਉੱਤੇ ਭੱਠਾ ਵਾ ਤੇ ਥੱਲੇ ਦਰਜੀ ਵੀ ਬੈਠਾ ਹੁੰਦਾ। ਨਹੀਂ ਉੱਥੇ ਬੰਦਾ ਇੱਕ ਉਹਨੇ ਈਦ ਪੜ੍ਹ ਕੇ ਆ ਕੇ ਨਾ ਸਵੇਰ ਤੋਂ ਲੈ ਕੇ ਸ਼ਾਮ ਤੱਕ ਇੰਜ ਖਲੋਤਾ ਰਹਿੰਦਾ ਵਾ। ਤੂੰ ਨੰਗਦਾ ਪਾਉਂਦਾ ਹੀ ਜੱਫੀ ਪਾ ਲਵੇ, ਲੇਕਿਨ ਔਰ ਸੱਟ ਰਿਹਾ ਮੈਨੂੰ ਮੌਲਵੀ ਪਾ ਜਾਂਦਾ ਆਣ ਕੇ ਉਹ ਜਿਹੜਾ ਮੈਂ ਰੱਖਿਆ। ਯਾਰ ਇੱਕ ਮੌਲਵੀ ਆ ਤੇ ਇੱਕ ਇਹ ਆ। ਬਸ 2 ਬੰਦੇ ਆ। ਅੱਛਾ ਇੱਕ ਵਾਰੀ ਈਦ ਪੜ ਕੇ ਇੰਜ ਖਲੋਤਾ, ਸ਼ਾਮ ਤੱਕ ਖਲੋਤਾ ਰਿਹਾ, ਇੰਨੇ ਸ਼ਾਪਰ ਇਕੱਠੇ ਹੋ ਗਏ। ਵੱਡੀ ਈਦ ਵਾਲੇ ਦਿਨ ਨਾ ਇੰਜ ਕਰਕੇ ਆਪਣੇ ਮੁੰਡੇ ਨੂੰ ਕਹਿੰਦਾ ਓਏ ਪੁੱਤਰ ਉਰੇ ਆ ਗੋਸ਼ਤ ਨਾ ਪਕਾ ਲਾ। ਨਹੀਂ ਇਹਦੇ ਪੈਸਾ ਗੋਸ਼ਤ ਵੰਡ ਕੇ ਆ, ਉਹ ਲਿਆ ਕੇ ਕਦੀ ਬੈਠਕ ਕਰੀ ਅੰਮੀ ਨੂੰ ਫੜਾ ਜਾਵੇ, ਕਦੀ ਅੰਮੀ ਨੂੰ ਫੜਾ ਹਾਂ, ਜਾਵੇ, ਕਦੀ ਬਾਹਰ ਖਲੋ ਕੇ ਛਾਪਰ ਘੁਮਾ ਕੇ ਅੰਦਰ ਸਿੱਟ ਦੇਵੇ। ਸਦਕਾ ਬੜਾ ਚੱਲਦਾ ਮੇਰਾ ਤੇ ਮੌਲਵੀ ਦਾ, ਮੈਂ ਉਹਦੇ ਘਰ ਦੇ ਨਾ ਮੇਰੇ ਘਰ ਦੇ ਹੁੰਦਾ। ਰੋਜ਼ ਤਾਂ ਘਰ ਵਾ ਅਸੀਂ। ਅੱਛਾ ਜੀ ਕੀ ਕਹਿ ਰਹੇ ਤੁਸੀਂ? ਜੰਗਲ ਦੇ ਵਿੱਚ ਰਹਿੰਦਾ ਵਾ ਉਸਤਾਦ ਜੀ। ਇਹ ਸਵੇਰ ਉੱਠ ਕੇ ਨਾਸ਼ਤਾ ਆਪਣਾ ਕੀ ਲੱਭ ਰਿਹਾ ਵਾ, ਕੱਛੂ ਕੁਮਾ ਲੱਭ ਰਿਹਾ ਵਾ। ਕੱਛੂ ਕੁੰਮੇ ਚ ਕੀ ਕਰਨਾ ਸੀ ਨੇ? ਖਾਂਦੇ ਪੀਂਦੇ ਹੀ ਉਹ ਉਸਤਾਦ ਜੀ। ਇਹਨਾਂ ਦੇ ਮਹੱਲੇ ਨਾ ਕੋਈ ਦੁਕਾਨ ਨਹੀਂ ਹੈ, ਕੋਈ ਕੱਖ ਨਹੀਂ ਹੈ ਇਹਨਾਂ ਇਹਦੇ ਨੂੰ ਮਹੱਲੇ। ਪਤਾ ਹੀ ਨਹੀਂ ਸਪੀਡ ਬ੍ਰੇਕਰ ਹੁੰਦਾ ਕੀ ਆ। ਉਹ ਗਵਰਨਮੈਂਟ ਇੱਕ ਦਿਨ ਲੰਘਦੀ ਨਾ, ਕੋਈ ਇਹਨਾਂ ਨੇ ਕਿਹਾ ਚੱਲ ਬਣਾ ਦੇ ਸਪੀਡ ਬ੍ਰੇਕਰ ਬਣਾ ਕੇ, ਸਵੇਰੇ ਜਿਉਂ ਰੋਣ ਲੱਗਾ ਉਹਦੇ ਲਾਗੇ ਪੈ ਕੇ ਕਹਿੰਦਾ ਮੈਨੂੰ ਇਹ ਨਹੀਂ ਦੁੱਖ ਕਿ ਬੰਦਾ ਮਰ ਗਿਆ, ਮੈਨੂੰ ਇਹ ਦੁੱਖ ਹੈ ਇਹ ਹੈ ਕੌਣ ਸੀ ਇਹ ਜਿਹੜਾ ਮੈਨੂੰ ਵੀ ਨਹੀਂ ਨਜ਼ਰ ਆਇਆ। ਆ ਇਹ ਮਹੱਲੇ ਚ ਤੇ ਹੈ ਆਪਣੇ ਜੀ ਗਿਣਨ ਲੱਗ ਪਿਆ। ਮੈਂ ਇਕੱਲਾ ਹੀ ਨਹੀਂ ਰੋਇਆ, ਮੈਂ ਜਾ ਕੇ ਮੌਲਵੀ ਨੂੰ ਵੀ ਬੁਲਾ ਕੇ ਲਿਆਂਦਾ। ਮੈਂ ਕਿਹਾ ਪੜਾ ਕੁਛ ਇੱਥੇ। ਉਸਤਾਦ ਜੀ ਨਹਾਉਂਦਾ ਹੀ ਨਹੀਂ ਮੈਂ, ਇਹਦੇ ਦੁੱਖੋਂ ਕਿਚਨ ਚ ਨਹੀਂ ਵੜਦਾ। ਤੁਸੀਂ ਮੈਨੂੰ ਕਹਿੰਦੇ ਨਾ ਯਾਰ ਤੂੰ ਬੇਟਾ ਮੇਰੇ ਦੁੱਖੋਂ ਨਹੀਂ ਕਿਚਨ ਚ ਵੜਦਾ, ਤੇਰੇ ਤੇ ਪਾਬੰਦੀਆਂ ਹੀ ਬਹੁਤ ਲੱਗ ਗਈਆਂ ਵਾ। ਇੰਨੀਆਂ ਕੈਦੀ ਤੇ ਨਹੀਂ ਲੱਗਦੀਆਂ ਜਿੰਨੀਆਂ ਤੇਰੇ ਸ਼ਾਗਿਰਦੀ ਤੇ ਲੱਗ ਗਈਆਂ। ਹਾਂਜੀ ਤੂੰ ਉਸ ਜੇਲ੍ਹ ਚ ਆ ਗਿਆ ਵਾ, ਰੌਣਕ ਵੀ ਆ ਪਰ ਦਿਲ ਨਹੀਂ ਲੱਗਣ ਡਿਆ ਤੇਰਾ। ਤੂੰ ਬੜਾ ਬੁਰਾ ਫਸ ਗਿਆ ਵਾ। ਤੂੰ ਉਸ ਜੇਲ੍ਹ ਚ ਆ ਗਿਆ ਵਾ, ਤੇਰੇ ਸਾਹਮਣੇ ਖਾਣ ਪੀਣ ਦੀ ਸ਼ੈ ਵਾ, ਤੇ ਜੁੱਤ ਤੇ ਚੁੱਕ ਲੈ। ਇਹ ਤੇਰੀ ਵਜ੍ਹਾ ਤੋਂ ਮੇਰੀ ਵਜ੍ਹਾ ਤੋਂ ਨਹੀਂ, ਉਹਦੀ ਆਪੇ ਅਗਰ ਤੂੰ ਕਹਿ ਕੇ ਉਹਨੂੰ ਕੀਤਾ ਕਿ ਸਾਜੀ ਨੂੰ ਰੋਕੋ, ਸਾਜੀ ਬਹੁਤ ਚੜਿਆ, ਸਾਜੀ ਦੂਜਾ ਉਸਤਾਦ ਬਣ ਗਿਆ, ਕਹਿ ਕੇ ਤੂੰ ਉਸ ਵਿਚਾਰੇ ਨੂੰ ਅੰਡਰ ਐਸਟੀਮੇਟ ਕਰ ਦਿੱਤਾ। ਉਸਤਾਦ ਜੀ ਹੁਣ ਦੇਖੋ ਨਾ, ਹਾਲੇ ਤੱਕ ਸਾਡੇ ਚ ਸਾਨੂੰ ਸਾਲ ਭਾਈ ਫਰੀ ਨੂੰ 4 ਸਾਲ ਹੋ ਗਏ, ਇਹਨੂੰ ਸਾਲ ਤੇ ਹੁਣ ਠੰਡ ਪੈ ਗਈ ਆ, ਪੈ ਗਿਆ ਚੁੱਪ ਕਰਕੇ, ਠੰਡ ਪੈ ਗਈ ਆ, ਪੈ ਗਈ ਠੰਡ। ਉਹ ਜਨਾਬੇ ਲਈ ਸਾਡੇ ਕੋਲ ਹਰਕਤਾਂ ਨਹੀਂ ਹੋਈਆਂ ਜਿਹੜੀਆਂ ਇਹਨੇ 3-4 ਮਹੀਨਿਆਂ ਚ ਕਰ ਲਈਆਂ, ਤਾਂ ਫਸ ਗਿਆ ਇਹ। ਕੀ ਕਰ ਲਿਆ, ਕੀ ਕਰ ਲਿਆ ਦੱਸ। ਪੁੱਤੇ ਮਿੱਠੀ ਜੇਲ੍ਹ ਵਾ, ਹੁਣ ਤੈਨੂੰ ਭੁਗਤਣੀ ਪੈਣੀ। ਹੁਣ ਸਮਝ ਲੈ ਇੱਥੇ ਦੇ ਚਾਹ ਕੇਕ ਰਸ ਜੋ ਵੀ ਆਉਣਾ ਨਾ, ਸਾਰਾ ਤਰੀਕੇਕਾਰ ਨਾਲ ਮਿਲਣਾ ਵਾ। ਜਿਹੜਾ ਮੁਖਤਖੋਰੀ ਲੱਗੀ ਸੀ ਨਾ, ਨੰਗਦੇ ਵੜਦੇ, ਉਧਰੋਂ ਵਾਸ਼ਰੂਮ ਚ ਵੜ ਗਿਆ, ਉਧਰੋਂ ਆਣ ਕੇ ਖਾ ਗਏ, ਇਧਰਲੇ ਦਰਵਾਜ਼ੇ ਥਾਣੇ ਨਿਕਲੇ ਸ਼ਰਬਤ ਪੀ ਗਏ, ਉਧਰਲੇ ਦਰਵਾਜ਼ੇ ਥਾਣੇ ਫੇਰ ਮੈਂ ਤਾਂ ਖਾਦਾ ਹੀ ਕੱਖ ਨਹੀਂ। ਉਹ ਚੋਰੀ ਵਾਲਾ ਸਿਸਟਮ ਬਿਲਕੁਲ ਮੁਕੰਮਲ ਹੋ ਗਿਆ। ਠੀਕ ਆ, ਹੁਣ A to Z ਤੁਹਾਨੂੰ ਪਾਬੰਦੀ ਨਾਲ ਖਾਣਾ ਪੈਣਾ ਵਾ। ਅੱਛਾ A2 ਨਹੀਂ ਹੁੰਦਾ, A ਲੈਦਾ ਹੁੰਦਾ, 2 ਲੈਦਾ ਹੁੰਦਾ, Z 3 ਲਫ਼ਜ਼ ਨੇ, A to Z। A2 ਕੋਈ ਨਹੀਂ ਹੁੰਦਾ। ਕੱਲਾ ਰਹਿਣਾ ਮੈਂ ਪਿੰਡ ਚ, ਜਿੱਦਾਂ ਦੀ ਇੰਗਲਿਸ਼ ਹੋਣੀ ਬੋਲੀ ਜਾ। ਮੈਂ ਤਾਂ ਦੱਸਦਾ ਮੈਂ ਕਹਿੰਦਾ A to Z, A to Z। ਹਾਂ ਇਹ ਗੱਲ ਜ਼ੇਨ ਚ ਰੱਖ ਲੈਣੀ ਆ। ਹੁਣ ਹਰ ਸ਼ੈ ਘਰੋਂ ਲੈ ਕੇ ਆਉਣੀ, ਧੋਣਾ ਬਹਿਣਾ ਸਾਰਾ ਕੁਝ ਘਰੋਂ ਫਰੈਸ਼ ਹੋ ਗਿਆ। ਇੱਥੇ ਸ਼ੇਪ ਵੀ ਬੰਦ ਵਾ, ਇਹ ਜਿਹੜੀਆਂ ਸੇਵਟੀਆਂ ਇੰਨੀਆਂ ਸਾਰੀਆਂ ਲੈ ਲੈਣ ਇਕੱਠਾ ਕਰਕੇ ਵੇਚ ਰਿਹਾ ਨਾ ਤੂੰ, ਉਹ ਵੀ ਸਿਸਟਮ ਖਤਮ। ਛਾਣ ਬੂਰਾ ਵੀ ਉਹਨਾਂ ਕੀ ਆਉਣਾ ਹੁਣ, ਕਿਉਂਕਿ ਉਸਤਾਦ ਉਹਨਾਂ ਨੇ ਅੱਗੇ ਉਸਤਾਦ ਰੱਖ ਲਏ ਆ। ਉਸਤਾਦ ਉਹਨਾਂ ਨੂੰ ਸ਼ਾਗਿਰਦ ਉਹ ਟੱਕਰੇ ਸੀ ਜਿਹੜੇ ਉਸਤਾਦ ਬਣਨ ਨੂੰ ਫਿਰਨ ਡਏ ਸੀ। ਹੁਣ ਉਸਤਾਦ ਉਹਨਾਂ ਨੇ ਬੰਦੇ ਉਹ ਲੈ ਜਿਹੜੇ ਉਸਤਾਦ ਦੇ ਵੀ ਅੱਗੇ ਉਸਤਾਦ ਆ। ਮੈਂ ਜਲਾਦ ਟ੍ਰੈਪ। ਹਾਂਜੀ ਹੁਣ ਸਮਝੋ, ਤੁਹਾਨੂੰ ਇੱਥੇ ਮਾਮੇ ਦਾ ਪਿਆਰ ਵੀ ਮਿਲਣਾ, ਤਾਏ ਦਾ ਵੀ ਮਿਲਣਾ, ਬੁੜੇ ਦਾ ਵੀ, ਦਾਦੇ ਦਾ। ਬੁੜੇ ਦੀ ਛਿੱਤਰ ਵੀ ਮਿਲਣੇ ਨਾਲ ਪੈਣੇ ਜੀ, ਐਂਡ ਤੇ ਫੇਰ ਇਹੀ ਪੈਣੀ ਆ ਇਹਦੇ ਨਾਲ ਉਹ ਵੀ ਪੈਣੇ। ਹਾਂਜੀ ਹੁਣ ਤੂੰ ਜਿਸ ਦਰਵਾਜ਼ੇ ਥਾਣੀ ਆਉਣਾ ਉਸੇ ਥਾਣੀ ਲੰਘਣਾ ਵਾ। ਕੋਈ ਕੋਸ਼ਿਸ਼ ਨਹੀਂ ਕਰਨੀ ਕਿ ਮੇਨ ਦਰਵਾਜ਼ੇ ਥਾਣੀ ਆਣ ਕੇ ਤੇ ਕਿਚਨ ਥਾਣੀ ਜਾਣ ਡਿਆ ਹੋਵੇ। ਉਸਤਾਦ ਨੂੰ ਸਲਾਮ ਕੀਤਾ ਹੀ ਨਹੀਂ, ਹੱਥ ਚ ਯਾਰ ਇਮਲੀ ਭਾਈ ਇਹ ਕੋਈ ਮਸਲੇ ਨਹੀਂ ਹੈਗੇ ਜਿਹੜੇ ਤੁਸੀਂ ਗਣਾਣ ਡੇ ਜੇ। ਉਹਨੇ ਕੋਈ ਐਸਾ ਉਸਤਾਦ ਜੀ ਕੋਈ ਗਲਤੀ ਤਾਂ ਨਹੀਂ ਕੀਤੀ ਹੈਗੀ। ਸਾੜ ਨਹੀਂ, ਖੁਸ਼ੀ ਆ। ਸਾੜਾ ਐਵੇਂ ਵੀ ਇਹ ਉਸਤਾਦ ਦੇ ਲਾਗੇ ਕਿਉਂ ਰਿਹਾ, ਘੁੱਟ ਕਿਉਂ ਰਿਹਾ ਉਸਤਾਦ ਨੂੰ? ਕੱਲ ਵਿਚਾਰਾ ਮੈਨੂੰ 2.5 ਘੰਟੇ ਘੁੱਟਦਾ ਰਿਹਾ। ਓਏ ਤੁਹਾਨੂੰ ਘੁੱਟਣ ਨੂੰ ਤਾਂ ਫਿਰਦਾ ਇਹ, ਮੈਂ ਬਚਾਉਣ ਡਿਆ ਤੁਹਾਨੂੰ। ਮੈਂ ਤੁਹਾਡਾ ਸ਼ਾਗਿਰਦ ਨਹੀਂ ਵੀ ਹੈਗਾ, ਲੇਕਿਨ ਮੈਂ ਇਸ ਪਾਸੋਂ ਚੌਕਸ ਆ ਕਿ ਜਿਹੜਾ ਤੁਹਾਨੂੰ ਘੁੱਟਣ ਨੂੰ ਫਿਰਨ ਡਿਆ ਨਾ, ਮੈਂ ਉਹਨੂੰ ਫੜਨਾ ਆ ਇੱਥੇ। ਯਾਰ ਉਹ ਤੇਰੀ ਗੱਲ ਠੀਕ। ਉਹਨੇ ਕਿਸ ਤਰ੍ਹਾਂ ਘੁੱਟਿਆ ਵਾ? ਹੈ ਉਹਨੇ ਤੇ ਪੈਰਾਂ ਤੋਂ ਆਹ ਉਸਤਾਦ ਦੇ ਪੈਰ ਘੁੱਟ ਰਿਹਾ। ਦੇਖੋ ਬੇਟੀ, ਇਹ ਉਸਤਾਦ ਦੇ ਪੈਰ ਘੁੱਟ ਰਿਹਾ ਵਾ, ਤੇ ਲਾਗੇ ਮੈਂ ਬਿਰਿਆਨੀ ਤੇ ਦਹੀਂ ਰੱਖ ਗਿਆ ਵਾ। ਦਹੀਂ ਤੇ ਬਿਰਿਆਨੀ ਮੈਂ ਰੱਖ ਗਿਆ ਵਾ, ਤੇ ਉਸਤਾਦ ਉਹਨਾਂ ਦੀ ਅੱਖ ਲੱਗੀ ਤੇ ਲੱਤ ਏਦਾਂ ਹੋਣ ਡਈ ਇਹਨਾਂ ਦੀ, ਤੇ ਦੇਖ ਵੀ ਰਿਹਾ ਕਿ ਅੱਖ ਤਾਂ ਨਹੀਂ ਖੁੱਲਣ ਡਈ ਤੇ ਬਿਰਿਆਨੀ ਨਾਲ ਸਿੱਧਾ ਹੋ ਤੇ ਹੁਣ ਉਧਰ ਨੂੰ ਜਾ ਰਿਹਾ ਵਾ, ਤੇ ਉਧਰ ਉਸਤਾਦ ਨੇ ਵੀ ਨਾ ਕਰ ਦਿੱਤਾ, ਹਾਂਜੀ ਪਿੰਡੀ ਸ਼ੁਰੂ ਕਰ
ਖਾਣ ਤੇ ਪਾਬੰਦੀ ਲੱਗ ਗਈ। ਤੂੰ ਹੁਣ ਇੱਥੇ ਇਦਾਂ ਹੀ ਫਿਰਨਾ ਵਾ ਪੂਰਾ ਸਾਲ, ਤੇਰਾ ਰੋਜ਼ਾ ਵਾ ਯਾਰ ਮੈਂ ਸ਼ਾਮ ਦੇ ਟਾਈਮ ਜਾਂ ਸਵੇਰ ਦੇ ਟਾਈਮ। ਮੈਂ ਤੇ ਇਸ ਹੱਕ 'ਚ ਨਹੀਂ, ਤੂੰ ਇਹਨੂੰ ਜਿੰਨਾ ਹੋ ਸਕੇ ਅੱਛਾ ਟਾਲ ਯਾਰ ਜੇ ਇੱਕ ਬੰਦਾ ਤੂੰ ਮੇਰੇ ਨਾਂ ਹੱਕ ਛੋ, ਮੈਂ ਆਉਣ ਵਾਲਾ ਵਕਤ ਤੇਰੇ ਵੀ ਇਹਦੀ ਜੇਲ੍ਹ 'ਚ ਕਰ ਦੇਣਾ, ਦੇਖ ਸਹੀ ਤੂੰ। ਜੇ ਤਾਬੇਦਾਰੀ ਨਾਲ ਵਿਚਾਰਾ ਕਰਦਾ ਤੁਸੀਂ ਉਧਰ ਨਹੀਂ ਜੀਣ ਦਿੰਦੇ, ਜੇ ਉਹ ਨਹੀਂ ਕਰਦਾ ਤੁਸੀਂ ਉਧਰ ਨਹੀਂ ਜੀਣ ਦਿੰਦੇ। ਜੀ ਤੁਸੀਂ ਕੀ ਚਾਹੁੰਦੇ ਹੋ, ਕੀ ਕਰੇ ਹੋ? ਤਾਬੇਦਾਰੀ ਹੋਵੇ ਇੱਥੋਂ। ਓਏ ਤੇ ਤੈਨੂੰ ਕਿਹਦਾ ਪਤਾ ਵੀ ਇੱਥੋਂ ਨਹੀਂ ਕਰਦਾ ਉਹ? ਨਹੀਂ ਨਾ ਕਰਦਾ। ਮੈਂ ਸਵੇਰ ਜਦੋਂ ਤੁਸੀਂ ਤਾਂ ਹੁਣ ਜਿਹੜੀ ਟ੍ਰੇ ਤੁਹਾਡੇ ਲਾਗੇ ਰੱਖੀ ਆ, ਹਾਂ ਜਿਸ ਡਿਸਪਲਿਨ ਨਾਲ ਤੁਸੀਂ ਖਾਣੇ ਨਾ, ਮੈਨੂੰ ਪੂਰਾ ਯਕੀਨ ਸੀ ਕਿ ਇੰਨੀ ਤਹਿ ਤੋਂ ਅੱਗੇ ਚਮਚੀ ਜਾ ਹੀ ਨਹੀਂ ਸਕਦੀ। ਹਾਂ ਉਹ ਵਿੱਚ ਨੇ ਸਟੈਪ ਬਣਾਏ ਹੋਏ ਸੀ। ਤੁਸੀਂ ਤੇ ਅੱਧੇ ਕੀ ਖਾਣੇ, ਥੋੜੀ ਤੁਸੀਂ ਆ ਪਲੇਟ ਵਾ ਪੂਰੀ, ਤੁਸੀਂ ਇੰਨੇ ਖਾ ਕੇ ਛੱਡ ਦੇਣੇ ਆ, ਬਾਕੀ ਤੇ ਦਹੀਂ ਵੀ ਨਹੀਂ ਪਾਉਣਾ। ਇਹਨੇ ਹਲਕਾ ਹਲਕਾ ਨਾ ਸਟੈਪ ਬਣਾਏ ਹੋਏ ਨਾਲ ਨਾਲ ਨਾ ਵਿੱਚੋਂ ਪੂਰੇ ਤਾਰ ਚਮਚੀਆਂ। ਇਹਨੇ ਉਸਤਾਦ ਜੀ ਇਮਲੀ ਗਲਤ ਕਹਿਣ ਮੈਂ ਗਲਤ ਨਹੀਂ ਕਹਿ ਨਹੀਂ ਸਕਦਾ। ਸਹੀ ਗੱਲ ਆ, ਗੱਲ ਠੀਕ ਆ। ਗੱਲ ਇਹਦੀ ਵੈਸੇ ਕਿਸੇ ਹੱਦ ਤੱਕ ਗੱਲ ਜਿਹੜਾ ਬੰਦਾ ਬਚੀ ਚਾਹ ਤੁਹਾਡੇ ਵਾਸ਼ਰੂਮ 'ਚ ਬਹਿ ਕੇ ਪੀ ਸਕਦਾ ਵਾ, ਇਮਲੀ ਹਟ ਜਾ ਉਹ ਪਲੇਟ ਦਾ ਕੀ ਹਾਲ ਕਰਦਾ ਹੋਊਗਾ। ਯਾਰ ਇਹ ਤੈਨੂੰ ਪਤਾ ਲੱਗਦਾ ਕਿ ਮੈਨਰਸ ਨਹੀਂ ਪਤਾ ਨੂੰ। ਇੱਕ ਤਾਂ ਹੁੰਦਾ ਨਾ ਬੰਦਾ ਰੰਗੇ ਹੱਥੀ ਫੜਿਆ, ਇਹਨੂੰ ਮੈਂ ਰੰਗੀ ਖਾਂਦੇ ਫੜਿਆ। ਖਾਂਦੇ ਹੀ ਫੜਿਆ। ਇਹਨੂੰ ਮੈਂ ਨੰਗੇ ਹੱਥੀ ਫੜਿਆ। ਤੁਸੀਂ ਨਹੀਂ ਅੱਛਾ ਕਮੋਡ ਤੇ ਬਹਿ ਕੇ ਮਤਲਬ ਹਾਂ ਨਾਲ ਵੀ ਇਹ ਕਿਹੜੀ ਗੱਲ ਆ, ਆਪਣਾ ਹੀ ਆ ਸਾਰਾ ਇੱਥੇ। ਇਹਨਾਂ ਦੀ ਕਿਹੜੀ ਗੱਲ ਆ। ਉਸਤਾਦ ਜੀ ਆਪਣੇ ਅੱਬੇ ਦੇ ਨਾਲ ਗਿਆ ਇੱਕ ਫੌਤਗੀ ਤੇ ਉੱਥੇ ਫੌਤਗੀ ਜਵਾਨ ਸੀ। ਉਹ ਕੁੜੀਆਂ 3-4 ਉੱਥੇ ਰੌਲਾ ਪਾਉਂਦੀਆਂ, ਹੈ ਅੱਬਾ ਤੂੰ ਉੱਥੇ ਚੱਲਾ ਜਿੱਥੇ ਦੀਵਾ ਨਾ ਬੱਤੀ, ਹੈ ਅੱਬਾ ਤੂੰ ਉੱਥੇ ਚੱਲਾ ਜਿੱਥੇ ਜਾਣ ਨੂੰ ਨਾ ਪੀਣ ਨੂੰ, ਹੈ ਅੱਬਾ ਤੂੰ ਉੱਥੇ ਚੱਲਾ ਜਿੱਥੇ ਖਾਣ ਨੂੰ ਨਾ ਪੀਣ ਨੂੰ। ਤੇ ਆਪਣੇ ਅੱਬੇ ਨੂੰ ਕਹਿਣਾ ਸਾਡੇ ਘਰ ਚੱਲਾ। ਉਹ ਫੌਤਗੀ ਸੀ ਯਾਰ, ਵੈਸੇ ਹੀ ਅਫਸੋਸ ਸੀ। ਸਾਡੇ ਘਰ ਚਲਾ ਸਾਰਾ ਕੁਝ ਤੇ ਉੱਥੇ ਆ, ਉੱਥੇ ਹੈ ਨਹੀਂ। ਮੈਂ ਤਾਂ ਬਚਦਾ ਵਾਂ ਇਹਦੇ ਕੋਲੋਂ ਕਸਮੇ ਵੀ। ਮੇਰੇ ਨਾਲ ਲਾਹੌਰ ਚਲਾ ਗਿਆ, ਸਾਰਾ ਦਿਨ ਅਸੀਂ ਆਪਣੇ ਦੋਸਤ ਕੋਲ ਰਲ ਮਿਲ ਕੇ ਖਾਂਦੇ ਪੀਂਦੇ ਰਹੇ ਆ। ਤੇ ਹੁਣ ਉਹਨੇ ਉਸਤਾਦ ਜੀ ਤਕਰੀਬਨ 8-9 ਹਜ਼ਾਰ ਦੀ ਤੇ ਇਨਵੈਸਟਮੈਂਟ ਵੀ ਕਰ ਦਿੱਤੀ ਆ। ਗਿਫਟ ਗੁਫਟ ਹਾਂ ਤੇ ਉਹ ਮੇਰੇ ਕੰਨ 'ਚ ਕਹਿਣ ਡਿਆ ਕੀ ਚੀਜ਼ਾਂ ਲੈ ਆਂਦਾ ਨਾਲ। ਮੈਂ ਕਿਹਾ ਯਾਰ ਕੋਈ ਸ਼ੈ ਨਹੀਂ, ਆਪਣਾ ਦੋਸਤ ਆ। ਤੇ ਉਹਨੂੰ ਫੇਰ ਪੁੱਛਣ ਡਿਆ ਭਾਈ ਨੇ ਇੱਥੇ ਦੀ ਕੋਈ ਮਸ਼ਹੂਰ ਸ਼ੈ ਨਹੀਂ ਹੈਗੀ? ਕਹਿੰਦਾ ਜੀ ਵਾਪਸੀ ਆ। ਇੱਥੇ ਦੀ ਮਸ਼ਹੂਰ ਸਹਿਕੋਸਤਾਨ ਵਾਲਿਆਂ ਦੀ ਬਾਤ ਆ ਜਿਹੜੀ ਉਹ ਫੈਸਲਾਬਾਦ ਨੂੰ ਨਿਕਲਣ ਲੱਗੀ। ਉਹਨੇ ਖਿੱਚ ਕੇ ਕਹਿਤਾ ਕਹਿੰਦਾ ਜੀ ਵਾਪਸੀ ਆ ਇੱਥੇ ਦੀ ਮਸ਼ਹੂਰ ਸ਼ੈ। ਚਲੋ ਸ਼ਾਬਾਸ਼। ਇਹ ਕਰੈਕਟਰ ਵਾ ਇਹ। ਯਾਰ ਤੂੰ ਆਪਣੀ ਸਫਾਈ 'ਚ ਚੁੱਪ ਤੇ ਰਹਿ ਕਰ। ਸਫਾਈ ਤਾਂ ਕਰਦਾ ਹੀ ਨਹੀਂ, ਨਾ ਮਨ ਦੀ ਕਰਦਾ, ਨਾ ਇਹ ਦਫ਼ਤਰ ਦੀ ਸੀਟ ਆ, ਕਰਦਾ। ਇਹ ਸੀਟ ਆ ਬਾਸ ਦੀ। ਬਾਸ ਦੀਆਂ ਜਿਹੜੀਆਂ ਨਾ ਉਹ ਸ਼ੁਆਵਾਂ ਨੂੰ ਖਿੱਚ ਰਹੀਆਂ। ਨਹੀਂ ਵਾਸ ਹੁੰਦਾ, ਉਹਨੇ ਮਿੱਟੀ ਇਮਲੀ ਧੋ ਦੇਣਾ ਸੀ। ਬਾਸ ਆਪਣਾ ਭਰਾ ਹੈਗਾ, ਉਹ ਬਾਸ ਦੀਆਂ ਜੁਗਤਾਂ ਹੈਗੀਆਂ, ਮੈਂ ਬੈਨ ਨੂੰ ਕਮਾਮੀ। ਹਾਏ ਵਾਹ ਸਾਡੇ ਸਮਝ ਆਉਣ ਡੀਆਂ, ਸਿਰਫ ਆਵਾਮ ਦੀਆਂ ਆਉਣ ਡਈਆਂ। ਆਪ ਨੂੰ ਗੁੰਮਰਾਹ ਕਰ। ਹਾਂ ਆਵਾਮ ਜਿੱਦਣ ਤਾਂ ਜੁਗਤ ਵਾਲਾ ਚੈਨਲ ਬੰਦ ਹੋਣਾ ਨਾ, ਇਹ ਬਾਸ ਦੀ ਵਜ੍ਹਾ ਤੋਂ ਹੋਣਾ। ਕਿਉਂ ਪਟਾਕੇ ਵਾਲੀ ਜੁਗਤਾਂ ਉਹੀ ਕਰ ਰਿਹਾ, ਖੋਤੇ ਨਾਲ ਜਾਨਵਰ ਦੜਾਈ ਜਾਣ ਡਿਆ, ਕਰ ਰਿਹਾ ਕਰਨਾ ਖੋਤਾ। ਹਾਂਜੀ ਚੂਹੇ ਦਾ ਬਾਈਟ ਰੱਖ ਦਿੰਦਾ ਉਹ ਹੈ। ਅਨਪੈਰ ਨੂੰ ਕਹਿਣ ਲੱਗ ਪੈਂਦਾ ਸਿਗਰਟਾਂ ਪਿਆਈ। ਉਹਦੀਆਂ ਜੁਗਤਾਂ ਜੀ ਜੀ ਕਮਲਾ ਕਰ ਦੇਣੇ ਨੇ ਜੁਗਤਾਂ। ਮੈਂ ਸਾਂਭਣ ਲੱਗ ਤੁਹਾਡੇ ਘਰ ਸੀ ਪੈਕ ਕੇਬਲ ਹੈਗੇ ਤਾਂ ਆਹੋ ਫੌਤ ਕੀਤੀ, ਕੈਸੀ ਜੁਗਤ ਕੀਤੀ। ਵੱਡੀ ਦੁਨੀਆ ਵਾ। ਕਹਿੰਦਾ ਇੱਕ ਫੌਤਗੀ ਤੇ ਗਿਆ ਤਾਂ ਉੱਥੇ ਜਾ ਕੇ ਕਹਿਣ ਡਿਆ ਮੇਰਾ ਟੈਟੂ ਦੇਖੋ। ਉਹ ਬੰਦਾ ਪੁੱਛੇ ਅਗਲੇ ਲਾਸ਼ ਰੱਖਦੀ ਕਿਹੜਾ ਟੈਟੂ ਦੇਖਦਾ ਯਾਰ। ਕਹਿੰਦਾ ਇਮਲੀ ਨੂੰ ਸੱਪ ਲੜ ਗਿਆ, ਇਮਲੀ ਨੂੰ ਸੱਪ ਲੜ ਗਿਆ ਤੇ ਇਮਲੀ ਨੂੰ ਕੁਝ ਨਹੀਂ ਹੋਇਆ, ਸੱਪ ਛੋਟਾ ਹੋਣਾ ਸ਼ੁਰੂ ਹੋ ਗਿਆ। ਏਦਾਂ ਹੋ ਗਿਆ ਸੱਪ। ਮੈਨੂੰ ਤਾਂ ਏਦਾਂ ਸੱਪ ਜਦੋਂ ਲੱਗਦਾ ਆਪਣੇ ਘਰ ਗਿਆ ਤੇ ਅਗਲੇ ਸੱਪ ਉਹਦੇ ਵੱਡੇ ਜਿਹੜੇ ਕਹਿ ਰਹੇ ਨਾਲ ਇਮਲੀ ਨਾਲ ਲੜ ਗਿਆ ਨਾ। ਹਾਂ ਚੱਲ ਹੁਣ ਭੁਗਤ। ਭੱਬੂ ਜਿਹਾ ਇੰਨਾ ਕੁ ਰਹਿ ਗਿਆ ਭੱਬੂ ਟੈਪ ਤੇ ਸ਼ਰਮਿੰਦਾ ਫਿਰ ਰਿਹਾ ਕਿ ਇਹ ਮੇਰੇ ਕੋਲ ਕੀ ਹੋ ਗਿਆ। ਉਹ ਉਹਦੀ ਭਾਈ final ਆ ਭਾਈ। ਅਬਾਸ ਦੀਆਂ ਜੁਗਤਾਂ ਫਾਈਨਲ ਹੁੰਦੀਆਂ, ਲੇਕਿਨ ਮੈਂ ਅੱਲਾ ਅੱਛਾ ਮਾਫ। ਤੁਸੀਂ ਕੋਈ ਆਪਣੀ ਸਫਾਈ 'ਚ ਕਮ ਸੇ ਕਮ 2 ਲਫ਼ਜ਼ ਤੇ ਚੁੱਪ ਸਰ ਕਰੋ। ਮੈਂ ਤੁਹਾਨੂੰ ਦੱਸਣ ਡਿਆ ਵਾਂ, ਨਾ ਇਹ ਮਨ ਦੀ ਸਫਾਈ ਕਰਦੇ ਆ ਨਾ ਦਫ਼ਤਰ ਦੀ ਸਫਾਈ ਕਰਦੇ ਆ। ਸਫਾਈ ਵਾਲੇ ਹੱਥ ਧੋ ਬੈਠੇ ਆ ਸਿਰਫ। ਲਓ ਜੀ ਤੁਸੀਂ ਇਹਦੀ ਗੱਲ ਨਹੀਂ ਸੁਣਨੀ। ਮੈਂ ਤੁਹਾਨੂੰ ਦੱਸ ਦਿੰਦਾ, ਸਭ ਤੋਂ ਪਹਿਲੇ ਦਫ਼ਤਰ 'ਚ ਇਹ ਬੱਚਾ ਹੁੰਦਾ ਸੁਬਾਹ 11:30 ਪੌਣੇ 12 ਵਜੇ। ਇਹ 1:17 ਤੇ ਆਰਾਮ ਵੱਧ ਕੇ ਗੱਲਾਂ ਕਰਨ ਦੇ ਆ ਇੱਥੇ। 12:17 ਦੇ 1:00 ਉਸਤਾਦ ਜੀ 12:17 ਤੇ ਦੇਸੀ ਆਏ ਆ। ਉਹ ਨਹੀਂ 1 ਵਜੇ ਤੇ 13 ਤੇ ਮੈਂ ਆਇਆ ਵਾਂ। ਇਸ ਤੋਂ ਬਾਅਦ ਭਾਈ ਫਰੀਦ ਆਏ ਮੇਰੇ ਨੇ। ਤੋਂ ਪਹਿਲੋਂ ਆਇਆ ਵਾ ਉਹ। ਚਲੋ ਲੇਕਿਨ ਸਭ ਤੋਂ ਪਹਿਲੇ ਇਹ ਹੁੰਦਾ ਸਾਜੀ ਜਿੱਦਣ ਦਾ ਤੁਸੀਂ ਕਿਹਾ ਨਾ ਕਿ ਮੈਂ 12 ਵਜੇ ਇੱਥੇ ਸਾਰੇ ਚਾਹੀਦੇ ਆ, ਮੈਂ 12 ਤੋਂ ਸਿਰਫ 1 ਤੋਂ ਪਹਿਲਾਂ ਮੈਂ ਤੇ ਬਾਸ ਸਾਹਿਬ 1:30 ਵਜੇ ਆਏ ਨੇ। ਕੌਣ? ਬਾਸ ਸਾਹਿਬ। ਬਾਸ ਸਾਹਿਬ ਜਿਹੜਾ ਠੀਕ ਆ, ਮੈਂ ਤੁਹਾਨੂੰ ਦੱਸਦਾ ਇਹਨੂੰ ਅਸਲ 'ਚ ਜਿਹੜਾ ਸਾੜ ਆ ਉਹ ਇਹ ਆ ਕਿ ਇਹ ਸਾਡਾ ਵੀ ਡਿਸਪਲਿਨ ਇਹ ਪਹਿਲੇ ਆ ਜਾਂਦਾ ਵਾ ਤੇ ਫਿਰ ਸਤਾਰ ਨੂੰ ਅਸੀਂ ਲੇਟ ਲੱਗਦੇ ਆ। ਅਸਲ 'ਚ ਗੱਲ ਨਾ, ਇੱਕ ਬੰਦਾ 12 ਵਜੇ ਆ ਗਿਆ, 1 ਵਜੇ ਆਇਆ ਤਾਂ ਉਹਨੇ ਲੱਗਣਾ ਯਾਰ ਉਹ ਲੇਟ ਆਇਆ ਘੰਟਾ। ਉਹਦੇ ਦਿਲ 'ਚ ਇਹ ਵੀ ਇਹ ਵੀ ਸਾਡੇ ਬਲਕਿ ਸਾਡੇ ਤੋਂ ਵੀ ਅੱਧਾ ਘੰਟਾ ਲੇਟ ਆਵੇ, ਅਸਲ ਉਹਨੂੰ ਸਾੜ ਇਹ ਆ। ਨਹੀਂ ਤੂੰ ਵੀਰੇ ਟਾਈਮ ਨਾਲ ਆ, ਪਰ ਹਲੇ ਕਿ ਤੁਸੀਂ ਇਹ ਦੇਖੋ ਕੱਲ ਤੋਂ ਦੇਖਿਓ ਕਿੰਨੇ ਵਜੇ ਆਉਂਦਾ। ਕਿੰਨੇ ਵਜੇ? 3 ਦਿਨ ਉਹਨੇ ਆਣ ਕੇ ਚੈੱਕ ਕਰ ਲਿਆ ਵਾ ਕਿ ਯਾਰ ਸਾਰੇ ਤਾਂ ਬੂਹੇ ਖੁੱਲੇ ਹੁੰਦੇ, ਭਾਂ ਦਾ ਰੂਮ ਵੀ ਖੁੱਲਾ ਹੁੰਦਾ, ਟੀਵੀ ਰੂਮ ਵੀ ਹੁੰਦਾ, ਕਿਚਨ ਨੂੰ ਤਾਲਾ ਲੱਗਾ ਹੁੰਦਾ ਵਾ। ਹੁਣ ਉਹ ਕੱਲ ਤੋਂ 1 ਵਜੇ ਹੀ ਆ। ਉਹਨੇ ਚੈੱਕ ਕਰ ਲਿਆ 11:30 ਵਜੇ ਆਉਣਾ। ਉਹਦੀ ਸਿਹਤ ਤੈਨੂੰ ਲੱਗਦਾ ਵੀ ਉਹ ਇਦਾਂ ਖਾਂਦਾ ਹੋਏਗਾ ਜਾਂ ਉਹ ਚੂਈ ਜਾਂ ਢਿੱਡ ਕੋਈ ਜਾਂ ਖਾ ਰਿਹਾ ਵਾ।
ਅੱਧਾ ਮੱਲਾ ਖਾ ਗਿਆ ਉਹ। ਅੱਛਾ ਯਾਰ ਜੋ ਮਰਜ਼ੀ ਖਾ ਲਵੇ ਯਾਰ, ਤੈਨੂੰ ਕੀ ਤਕਲੀਫ? ਯਾਰ ਮੈਂ ਤੇਰੇ ਪੱਲਿਓਂ ਖਾਣੇ ਆ ਤੇਰੇ ਪੱਲਿਓਂ ਖਾਣੇ ਨਹੀਂ ਵੀਰੇ, ਤੂੰ- ਤੈਨੂੰ ਕੀ ਤਕਲੀਫ ਹੈ? ਵੀ ਮੈਂ ਘੰਟਾ ਹੋ ਗਿਆ ਤੇਰੀ ਬਕਵਾਸ ਸੁਣੀ ਜਾ ਰਿਹਾ ਅਗਲੀ। ਇੱਥੇ। ਤੂੰ ਕਿਉਂ ਨਹੀਂ ਮੁੜਨੇ? ਹੁਣ ਤੂੰ ਆਪਣਾ ਮੱਲਾ ਖਲਵਾਣਾ ਵਾ ਮੇਰੇ ਕੋਲੋਂ। ਆਹੋ ਆਓ ਜੀ, ਆਓ ਮੈਂ ਤੈਨੂੰ ਦੇਖੀ ਜਾਂਦੇ ਉਸਤਾਦ ਜੀ, ਮੈਂ ਲਿਆ ਤੁਸੀਂ ਇੰਨਾ ਕੁਝ ਕਹੀ ਜਾਂਦੇ ਆ ਵੀ ਪਹਿਲੀ ਤਨਖਾਹ ਉਹ ਜੁਗਤ ਦੀ ਗੱਲ ਹੈ ਕਿ ਪਹਿਲਾਂ ਸਲਾਹ ਕਰੀ ਜਾਏਗਾ। ਹਲ ਗਰਮ ਹੋ ਰਿਹਾ ਅੱਛਾ ਨਹੀਂ ਕਰ ਲੈ ਯਾਰ ਆ ਮਾੜੀ ਗੱਲ ਇੰਬਲੀ, ਤੂੰ ਅਗਲੇ ਨੂੰ ਬੰਦ ਨਾ ਕਰਿਆ ਕਰ। ਕਿੰਨੀ ਦੇਰ ਇਹਦੀ ਉਹਨੇ ਗੁਫ਼ਤਗੂ ਸ਼ੁਰੂ ਕੀਤੀ, ਘੰਟਾ ਹੋ ਗਿਆ ਮੈਂ ਤੈਨੂੰ ਦੇਖੀ ਜਾਣਦਾ, ਘੰਟਾ ਹੋ ਗਿਆ ਮੈਂ ਤੈਨੂੰ ਭੌਂਕੀ ਜਾਣਦਾ। ਉਸਤਾਦ ਜੀ ਆਹ ਗੱਲ, ਉਹ ਗੱਲ ਪੰਜ ਤੋਂ ਬਾਅਦ ਉਸਤਾਦ ਜੀ ਇਹਨੂੰ ਦੇਖ ਲਓ, ਫਿਰ ਇਹ ਹਟ ਨਹੀਂ ਰਿਹਾ, ਤੁਸੀਂ ਇਹਨੂੰ ਆਹ ਸਮਝਾ ਦੇਖੋ ਲਓ। ਮਹੱਲੇ 'ਚ ਮੰਗਦਾ ਹੁੰਦਾ ਤਸਵੀਰ ਨਾਲ ਲਈ ਫਿਰਦਾ, ਅੱਗੇ ਰੋਜ਼ ਦਾ ਸਿਸਟਮ ਕੱਟਾ। ਗੱਲ ਇਹ ਆ, ਨਹੀਂ ਗੱਲ ਇਹ ਆ, ਮੇਰੀ ਗੱਲ ਸੁਣੋ। ਗੱਲ ਇਹ ਆ ਕਿ ਜਿੱਦਾਂ ਆਵਾਜ਼ ਦਾ ਇੱਕ ਸਟਾਈਲ ਹੈ ਨਾ, ਅੱਛਾ ਇਹਦੀ ਵੀ ਲੈਂਗੁਏਜ ਬੋਲੀ ਦੇ ਵਿੱਚ ਨਾ ਫਨੀਜ਼ਮ ਐਲੀਮੈਂਟ ਹੈ। ਫਨੀ ਹੈਗਾ ਇਹਦੀ ਬੋਲੀ 'ਚ। ਇਹਦਾ ਜਿਹੜਾ ਨਾ ਉਹ ਐਕਸੈਂਟ ਦੇ ਵਿੱਚ ਹੈਗਾ, ਪਰ ਉਹ ਗੱਲ ਹੀ ਨਹੀਂ ਉਹਨੂੰ ਕਰਨ ਦਿੰਦਾ। ਉਹ ਜ਼ਰਾ ਪਰਮਾਨੈਂਟ ਤੇ ਹੁੰਦੇ ਥੋੜਾ। ਨਹੀਂ ਉਸਤਾਦ ਜੀ ਉਹ ਵੀ ਅਦਬ ਤੇ ਨਾ ਕਰੇ, ਇਹਨੂੰ ਇਹ ਸਮਝਾਉਣ ਡਿਆ ਵਾ ਵੀ ਮੈਂ ਇਹਨੂੰ 36 ਯਾਰ ਦੇਖੋ ਇਹ ਹੁਣ ਨਾ ਜ਼ਲਾਲਤ ਤੋਂ ਨਜਾਇਜ਼ ਫਾਇਦਾ ਚੁੱਕ ਰਿਹਾ। ਪਤਾ ਕੀ ਗੱਲ ਆ, ਉਹਨੂੰ ਮੈਂ ਇਹਨੂੰ ਪਹਿਲੇ ਦਿਨ ਕਿਹਾ ਕਿ ਬੇਟਾ ਤੇਰਾ ਵੱਡਾ ਵਾ, ਤੇਰਾ ਸੀਨੀਅਰ ਆ, ਸਾਰਾ ਕੁਛ ਆ, ਲੇਕਿਨ ਉਹ ਵੇਲੋ ਹਜ਼ਾਰ ਹੁਣ ਉਹਨੂੰ ਜੋ ਮੈਂ ਅੱਧੀ ਜ਼ਬਾਨ ਨਾਲ ਕਹਿ ਦਿਆਂ ਨਾ ਤੇ ਉਹਨੇ ਲਾਹ ਪਾ ਕੇ ਦਿਆ, ਕੀ ਰਹਿ ਗਿਆ ਤੇ ਪੱਲੇ ਕੁਛ ਵੀ ਨਹੀਂ। ਇੱਕ ਮਿੰਟ ਜੀ ਉਸਤਾਦ ਜੀ ਕਹਿ ਦਿਓ। ਨਹੀਂ ਇਹ ਇਦਾਂ ਨਹੀਂ ਮੈਂ ਕਹਿਣਾ, ਮੈਂ ਅਗਲੇ ਸ਼ੋਅ 'ਚ ਕਵਾਂਗਾ, ਪਹਿਲੇ ਨੂੰ ਮੈਂ ਦੱਸਾਂਗਾ। ਹਾਂ ਅਗਲੇ ਸ਼ੋਅ 'ਚ ਉਹਨੂੰ ਪਤਾ ਕਿੱਦਾਂ ਕਹਿਣਾ, ਤੁਸੀਂ ਪਹਿਲਾਂ ਉਹਨੂੰ ਅੰਦਰ ਭਲਾਈਓ ਘੰਟਾ। ਮੈਂ ਕਿਤੇ ਚੰਮੇ ਨੂੰ ਕਹੀਏ ਚਾਲੀ ਵਾਲੀ ਚਾਹ 'ਚ ਤੇਰੇ ਹੱਥੋਂ ਪੀਣੀ, ਬੜੀ ਮਜ਼ੇਦਾਰ ਚਾਹ ਬਣਾਉਂਦਾ ਤੂੰ। ਫੇਰ ਮੁੜ ਕੇ ਉਹਨੂੰ ਕਹਿ ਦਿਓ ਲੈ ਅੱਜ ਕਹਿਣਾ ਹੀ ਇਹਨੇ ਸਾਰਾ ਕੁਝ। ਅੱਛਾ ਬੜੀ ਲਿਖੀ ਬਦਮਾਸ਼ੀ ਕਰਾ ਰਿਹਾ ਅੱਲਾ ਦੀ। ਵੈਸੇ ਮੈਂ ਤੈਨੂੰ ਗੱਲ ਦੱਸਾਂ, ਉਹ ਪਲਾਨ ਬਣਾ ਕੇ ਬੈਠਾ ਤੇ ਜਦੋਂ ਤੂੰ ਫਿਟਮ ਬੋਲਣ ਲੱਗੇ ਗੱਲ ਤਾਂ ਹੀ ਕਰ ਰਿਹਾ ਨਾ ਯਾਰ, ਤੂੰ ਅਗਲੇ ਨੂੰ ਪੌਜ਼ ਤੇ ਦੇ, ਉਹਨੂੰ ਬੋਲਣ ਤੇ ਦੇ, ਉਹਨੂੰ ਖੜਾ ਤੂੰ। ਉਸਤਾਦ ਜੀ ਤੁਹਾਨੂੰ ਘੁੱਟਣਾ, ਤੁਹਾਡੀ ਸੇਵਾ ਕਰਨੀ, ਸਾਰਾ ਕੁਝ ਕਰਨਾ, ਤੁਹਾਡੇ ਕੋਲ ਜੋ ਲੈਣਾ ਵਾ ਪਬਲਿਕ ਦੇ ਸਾਹਮਣੇ ਲੈਣਾ। ਅਨੁਕਰਾਂ 'ਚ ਵੜ ਮੈਂ ਕੁਝ ਨਹੀਂ ਨਹੀਂ ਇੱਕ ਮੈਂ ਤਾਂ ਮੇਰੀ ਤਬੀਅਤ ਖਰਾਬ ਆ, ਮੈਂ ਸ਼ੋਅ ਨਹੀਂ ਕਰ ਰਿਹਾ, ਮੈਂ ਅੰਦਰ ਪਿਆ, ਤੇ ਹੁਣ ਮੈਨੂੰ ਕਹੇ ਵੀ ਕੈਮਰੇ ਲਾਓ, ਮੈਂ ਕੁੱਟਣਾ ਹੁਣ ਪਬਲਿਕ ਦੇ ਸਾਹਮਣੇ ਲੈ, ਮੈਨੂੰ ਬਾਹਰ ਮੰਜੀ ਰੱਖ ਕੇ ਨਹੀਂ ਆਹ ਗੱਲ ਨਹੀਂ, ਜਿਹੜੀ ਤੁਹਾਡੇ ਕੋਲੋਂ ਗੱਲ ਲੈਣੀ ਹੈ ਨਾ ਉਹ ਸਰਿਆਮ ਸਾਹਮਣੇ ਲੈਣੀ ਆ। ਸਰਿਆਮ ਲੈਂਦਾ ਵਾ ਅੰਦਰ ਕੱਲ ਤੁਹਾਡਾ ਸਿਰ ਦੁਖ ਰਿਹਾ ਸੀ, ਹਾਂ ਮੈਂ ਤੁਹਾਨੂੰ ਥੋੜਾ ਜਿਹਾ 10 ਮਿੰਟ ਘੁੱਟਿਆ, ਨਹੀਂ ਜ਼ਿਆਦਾ ਘੁੱਟਿਆ ਤੂੰ, ਜਿੰਨੀ ਵੀ ਦੇਰ ਘੁੱਟਿਆ, ਬਾਹਰ ਆਇਆ ਵਾ ਮੈਨੂੰ ਕਹਿੰਦਾ ਤੂੰ ਗਜਾ ਲੈਣਾ। ਉਸਤਾਦ ਜੀ ਇੱਕ ਬੰਦੇ ਦਾ ਸਿਰ ਸਹੀ ਕਰ ਦਿੱਤਾ, ਤੁਹਾਡਾ ਅੱਧਾ ਘੰਟਾ ਸਿਰ ਘੁੱਟ ਕੇ ਨੇ ਤੁਹਾਨੂੰ ਸਹੀ ਕਰ ਦਿੱਤਾ। ਅਰੇ ਬਾਹਰ ਸੱਤਾਂ ਦਾ ਦੁਖੜੇ ਲਾਤਾ ਇਹਨੇ 10 ਕੇ, ਉਹ ਮੈਂ ਉਸਤਾਦ ਦਾ ਸਿਰ ਘੁੱਟਿਆ, ਉਹ ਮੈਂ ਉਸਤਾਦ ਦਾ ਸਿਰ ਘੁੱਟਿਆ, ਸਾਡਾ ਦੁਖੜੇ ਲਾਤਾ, ਤੁਹਾਨੂੰ ਠੀਕ ਕਰ ਗਿਆ ਸਾਰੇ ਕੰਮ। ਯਾਰ ਨਹੀਂ ਕਿਸੇ ਹੱਥ ਕਰੇ ਮਿਲੀ ਗਲਤ ਵੀ ਉਹ ਯਾਰ ਉਸਤਾਦ ਦੀ ਸੇਵਾ ਕਰਕੇ ਲੋਕਾਂ ਨੂੰ ਦੱਸੋ ਨਾ ਕੋਈ ਮੈਂ ਜਾਨੀ ਸਾਹਿਬ ਦਾ ਦਿਲ ਜਿੱਤ ਲਿਆ, ਓਏ ਮੈਂ ਰਾਜੀ ਸਾਹਿਬ ਨੂੰ ਕੁੱਟ ਕੇ ਪਾਗਲ ਹੋ ਗਿਆ, ਮੈਂ ਉੱਥੇ ਫਲਾਨਾ ਕਰਤਾ। ਇਹ ਸਾਨੂੰ ਦੱਸਣ ਦਾ ਕੀ ਮਤਲਬ ਆ? ਜਿੱਦਾਂ ਤੂੰ ਸੇਵਾ ਕਰਦਾ ਉਦਾਂ ਹੀ ਅਸੀਂ ਕਰਦੇ ਆ। ਬੇਸ਼ੱਕ ਭਾਵੇਂ ਅਸੀਂ ਦੇਖ ਕੇ ਲੰਘ ਜਾਂਦੇ ਆ, ਸਾਨੂੰ ਇਹ ਤਾਂ ਪਤਾ ਨਾ ਉਸਤਾਦ ਸਾਡਾ ਢਿੱਲਾ ਮੱਠਾ ਸੀ, ਨਹੀਂ ਪੁੱਛਦੇ। ਬੇਅਦਬਾ ਸਭ ਕੁਝ ਹਾਸਲ। ਅੱਲਾ ਤੇਰੀ ਖੈਰ ਕਰੇ ਤੇ ਮਕਾਨ ਬਣ ਰਿਹਾ ਨਾ ਤੇਰਾ। ਬਹੁਤ ਅੱਛਾ, ਸ਼ਾਬਾਸ਼ ਸ਼ਾਬਾਸ਼। ਉਹ ਸਿਆਣਿਆਂ ਦੀ ਨੇ ਕਹਾਵਤ, ਚਾਈਨੀਜ਼ ਕਿਸੇ ਨੇ ਕਿਹਾ ਸੀ, ਚੰਗਾ ਪਾਂਚ ਕੋ ਪਨਾ ਚਕੋ ਟਪਾ ਕਚਨਾ ਪਟ ਚੁੱਪ ਸਦਕਾ ਦੇ, ਇੱਕ ਦੂਸਰੇ ਦਾ ਜੇ ਤੁਸੀਂ ਹਿਆ ਕਰੋਗੇ ਇਹ ਵੀ ਸਦਕਾ ਵਾ। ਇਹ ਲਾਈਆ ਬਾਦ ਚੜੀ ਕੌਣ ਚੌਲ ਖਾਣ ਆਏ ਸੀ? ਯਾਰ ਨਹੀਂ ਤੂੰ ਉਹਦੇ ਨਾਲ ਬਦਤਮੀਜ਼ੀ ਕਰਨਾ, ਮੈਂ ਤੈਨੂੰ ਕਿਹਾ ਤੇ ਉਹਦੇ ਕੋਲ ਅਦਬ ਲੈ। ਉਹ ਯਾਰ ਤੁਸੀਂ ਮੈਨੂੰ ਦੱਸ ਦਿਓ, ਮੈਨੂੰ ਕਿਹਾ ਕੀ ਕਰ ਚਾਈਨੀਜ਼ ਨੇ ਪਤਾ ਕਿੱਦਾਂ ਆਈ ਇਹਨੂੰ, ਜਦੋਂ ਹਰ ਈਦ ਸ਼ਬਰਾਤ ਦੇਣ ਜਾਣੀ, ਕੱਪੜੇ ਦੇਣ ਜਾਣੇ ਜਿੱਥੇ, ਉਹ ਫਿਰ ਉੱਥੇ ਬਹਿਣਾ ਅੱਧਾ ਘੰਟਾ ਫਿਰ ਉਹਨਾਂ ਦਾ ਬੱਲੇ ਸ਼ਗਨ ਵਾਲੇ ਚਾਈਨੀਜ਼ ਆ ਨਾਲ ਕੈਸੇ ਮਾਸ਼ਾਅੱਲਾ। ਜਦੋਂ ਅੰਮੀ ਕਹਿੰਦੀ ਕਿ ਜਾ ਪੁੱਤ ਈਦ ਦੇ ਆ, ਉੱਥੇ ਜਾ ਕੇ ਬਹਿਣਾ, ਫਿਰ ਉਹ ਜਿਹੜੇ ਰਿਸ਼ਤੇਦਾਰ ਹੁੰਦੇ ਉਹ ਚਾਈਨੀਜ਼ ਨੇ, ਤੇ ਉਹ ਫਿਰ ਅਸੀਂ ਤੇ ਫਿਰ ਸ਼ੁਕਰ ਅੱਲਾ ਦਾ ਈਦ ਜੈਕੀ ਚੈਨ ਮਾਮੇ ਦਾ। ਉਹ ਠਹਿਰ ਜਾ ਇੱਕ ਮਿੰਟ, ਹੁਣ ਮੈਨੂੰ ਜਵਾਬ ਦੇਣ ਦੇ। ਅਸੀਂ ਤੇ ਫਿਰ ਸ਼ੁਕਰ ਅੱਲਾ ਪਾਕ ਦਾ ਈਦ ਦੇਣ ਜਾਂਦੇ ਆ, ਕੋਈ ਮਠਿਆਈ ਲੈ ਕੇ ਕੋਈ ਕੁਛ, ਅਸੀਂ ਕੋਲੇ ਤੇ ਨਹੀਂ ਨਾ ਭੇਜਦੇ ਵੀ ਅੱਗ ਲੈ ਕੇ ਤੇ ਬਾਲ ਕੇ ਤੇ ਉਹ ਜ਼ਬਗਲ ਕਰ ਲਿਓ, ਏਦਾਂ ਪੂਛਣਾ ਤੇ ਉਹ ਤੇ ਨਹੀਂ ਨਾ ਕਰਦੇ ਸੀ ਇਹਨਾਂ ਤਰ੍ਹਾਂ। ਇਹ ਕਿਹੜੀ ਗੱਲ ਹੋਈ? ਈਦ ਚਾਈਨੀਜ਼ ਨੂੰ ਦੇਣ ਚਲੇ ਗਏ। ਆ ਵੇਖ ਨਾ ਅੱਲਾ ਮਾਫੀ ਦੇ, ਇੱਕ ਸ਼ਰਟ ਵੇ ਪਾਈ, ਇੱਕ ਪਾਸੇ ਜਿਵੇਂ ਸੱਪ ਲੜ ਕੇ ਜ਼ਹਿਰ ਚੜ ਗਈ, ਇੱਕ ਪਾਸਾ ਉੱਤੇ। ਆਹ ਗੱਲ ਬਣਦੀ ਹੈ ਕੁਝ। ਹੁਣ ਕਹਿ ਉਹਨਾਂ ਨੂੰ ਵਰਗਲਾ ਰਿਹਾ ਤੁਹਾਨੂੰ। ਨਹੀਂ ਅੱਛੀ ਗੱਲ। ਸਾਨੂੰ ਕੀ ਜੀ, ਮੈਂ ਤਾਂ ਆਵਾਮ ਨੂੰ ਦੱਸੀ ਜਾਂਦਾ ਕਿ ਇਹ ਜੁਗਤਾਂ ਤੋਂ ਬੰਦ ਹੋਣਾ ਚੈਨਲ, ਇਹਨਾਂ ਦਾ ਕੋਈ ਕਸੂਰ ਨਹੀਂ ਹੈਗਾ, ਬਿਲਕੁਲ ਠੀਕ ਜਾ ਰਿਹਾ ਹੈ। ਆ ਦੇਖ ਨਾ ਵੀ ਸੱਪ ਲੜ ਗਿਆ ਇੱਕ ਸਾਈਡ ਤੇ, ਇਦਾਂ ਦੇਖਣਾ ਤੇ ਕੀ ਆ ਹਰ ਸ਼ਰਟ ਦਾ ਰੰਗ ਇੱਕ ਸਾਈਡ ਤੋਂ ਹੋਰ ਵਾ, ਇੱਕ ਸਾਈਡ ਤੇ ਸ਼ਰਟ ਤਾਂ ਇੱਕੋ ਜੀ ਪਾਇਆ ਕਰੋ ਉਸਤਾਦ ਜੀ। ਯਾਰ ਜਦੋਂ ਟੋਟੇ ਬਾਜ਼ਾਰ ਤੇ ਲੈਣੀ ਫਿਰ ਇਦਾਂ ਦੀ, ਹੁਣ ਤੂੰ ਫਰੀਦ ਕਰਨਾ ਉਹ ਯਾਰ ਟੋਟੇ ਬਾਜ਼ਾਰ ਤੋਂ ਵੀ ਸਹੀ ਲੱਭ ਜਾਂਦੀਆਂ ਵਾ। ਅੱਛਾ ਯਾਰ ਮਾੜੀ ਆ ਚੰਗੀ ਆ ਆਪਣੀ ਤੇ ਹੈ ਨਾ। ਇਹ ਸੂਟ ਭਾਵੇਂ ਨੇ ਮਾੜਾ ਵਾ ਚੰਗਾ ਵਾ, 10 ਰੁਪਈਆ ਵਾਲਾ, ਲੱਖ ਰੁਪਈਆ ਵਾਲਾ, ਭਾਵੇਂ ਸਿਗਰਟ ਲੱਗੇ, ਆਪਣਾ ਤੇ ਹੈ ਨਾ। ਕੋਈ ਇਹਨੂੰ 4 ਬੰਦਿਆਂ 'ਚ ਸ਼ੋਅ 'ਚ ਬੈਠਾ ਇਹ ਤੇ ਨਹੀਂ ਕਹਿ ਸਕਦਾ ਜੀ ਇਹ ਸੂਟ ਮੇਰਾ ਵਾ। ਸਾਜੀ ਸੈਨਿਕ ਦੇ ਬਗਾਨਾ ਗਹਿਣਾ ਪਾਇਆ, ਅੱਧਾ ਰੂਪ ਗਵਾਇਆ। ਉਹਨੇ ਜਿੱਡੀ ਸੋਹਣੀ ਸ਼ਰਟ ਪਾਈ ਹੈ, ਗਲੇ ਤੋਂ ਲੱਗ ਰਿਹਾ ਕਿ ਜਾਨੀ ਸਾਹਿਬ ਦੀ ਆ, ਹਾਂ ਕਿਉਂਕਿ ਢਿੱਲੀ ਆ। ਹਾਂ ਫਿਟਿੰਗ ਇੱਕ ਲੈਦਾ ਹੁੰਦੀ ਆ, ਮੰਗ ਤੇ ਇੱਕ ਲੈਦਾ ਹੁੰਦੀ। ਮੰਗ ਤੇ ਫਿਟਿੰਗ ਤੋਂ ਪਤਾ ਲੱਗ ਜਾਂਦਾ। ਹਾਂਜੀ ਅੱਲਾ ਉਹ ਤੇਰੀ ਮੰਗ ਕੇ ਖੈਰ। ਪਾ ਲਓ ਚੰਗੀ ਆ, ਇੱਕੋ ਜਿਹੀ ਤੇ ਪਾ ਲਓ, ਵੇ ਸ਼ਰਟ ਲੱਗਣੇ ਨੇ, ਅੱਲਾ ਮਾਫੀ ਤੇ ਰੰਗ ਵਾਲਾ ਪੱਟਾ ਲੱਗਣਾ। ਅੱਛਾ ਯਾਰ ਵੈਸੇ ਮੈਂ ਹੋਰ ਦੇਖਾ, ਮੁੱਤ ਮੇਰੇ
ਮੁੱਤ ਮੈਨੂੰ ਮੰਗਤੇ ਮੈਂ ਪਹਿਲੀ ਵਾਰੀ ਉੱਥੇ ਦੇਖੀ। ਮੁੱਤਮੀ ਨਹੀਂ ਮੰਗਦਾ, ਹੁੰਦਾ ਹੀ ਮੁੱਤਮੀ। ਅਗਲੇ ਕੋਲ ਸ਼ਰਟ ਪਾ ਕੇ ਤੇ ਉਹ ਨੁਕਸ ਵੀ ਕੱਢਦਾ ਕਿ ਯਾਰ ਮੇਰੇ ਫਿਟਿੰਗ ਨਹੀਂ ਹੈਗੀ ਤੇ ਪਾ ਕੇ ਵੀ ਸ਼ੋਅ 'ਚ ਬਹਿ ਗਏ। ਉੱਥੇ ਪਾਣੀ ਨਹੀਂ ਹੈਗੀ ਯਾਰ, ਤੂੰ ਇਸੇ ਗੱਲੋਂ ਤੇ ਪਿੱਛੇ ਆ ਵੇ, ਤੂੰ ਕਿੱਦਾਂ ਨਹੀਂ ਮਾੜੀ, ਤੂੰ 2 ਮਿੰਟ ਮੰਗਦਾ ਬਣ ਜਾ ਕੋਈ ਚੰਗੀ ਸ਼ਰਟ ਲੱਕ ਦੀ ਤੇਰੇ ਤੇ। ਇਹਨੂੰ ਇਹ ਹੀ ਬੁਰਾ ਲੱਗਦਾ ਬਾਹਰ ਬੰਦਾ। ਆਹੋ ਉਹਨਾਂ ਦੀ ਸ਼ਰਟ ਤੇ ਵੇਖ, ਅੱਲਾ ਮਾਫੀ ਤੇ ਲੱਗਣ ਨਹੀਂ ਦਿਆ ਸ਼ਰਟ ਵਾ, ਕਸਮ ਕਿਸੇ ਸਕੂਲ ਦਾ ਬਾਰਡਰ ਲੱਗਣ ਦੇ ਨੇ ਲਓ ਜੀ, ਕਸਮ। ਤੁਸੀਂ ਜ਼ਰਾ ਕਮੈਂਟਸ ਦੱਸਣਾ ਕਿ ਸ਼ਰਟ ਮੇਰੀ ਕੀ ਲੱਗ ਰਹੀ ਹੈ। ਯਾਰ ਮੈਂ ਹੁਣ ਉਹਨਾਂ ਦੇ, ਚਲੋ ਜੀ ਤੁਸੀਂ ਇਹਨਾਂ ਦੀ ਕਹਿ ਦਿਓ, ਫੈਸ਼ਨ ਨਾਮ ਦੀ ਵੀ ਦੁਨੀਆ ਦੇ ਇੱਕ ਚੀਜ਼ ਹੁੰਦੀ। ਸਾਰੇ ਸਾਡੇ ਆਡੀਅנס ਇਹਨਾਂ ਦੀ ਕਿਉਂ ਵੀ ਇਹਨਾਂ ਦੀ ਸ਼ਰਟ ਬਹੁਤ ਅੱਛੀ ਜੀ ਹੈ। ਸਾਹਿਬ ਮੈਂ ਨਹੀਂ ਮੁੱਕ ਦੀ ਗੱਲ ਮੁਕਾਵਾ, ਅਗਰ ਤੁਹਾਡੇ ਉਸਤਾਦ ਜੀ ਬ੍ਰਾਂਡ ਹੋ ਸਕਦੇ ਆ ਨਾ ਤੇ ਉਹ ਖਾਲੀ ਭਾਵੇਂ ਛਾਪਰ ਪਾ ਕੇ ਬਹਿ ਜਾਣ ਉਹ ਵੀ ਚੀਜ਼ ਬ੍ਰਾਂਡ। ਤੇ ਈਵਨ ਸ਼ਾਪਰ ਹੀ ਆਏ। ਲਓ ਜੀ, ਮੇਰੀ ਇੱਕ ਮਸ਼ੂਕ ਸੀ, ਉਹਦੇ 3 ਬੰਦੇ ਉਹਨਾਂ ਪਿਆਰ ਕਰਦੇ ਸੀ, ਅਸੀਂ 3 ਜਣੇ ਸੀ। ਟ੍ਰਾਈਐਂਗਲ। ਨਹੀਂ ਮਤਲਬ ਹਰ ਇੱਕ ਦੇ 2 ਰਕੀਬ ਸੀ, ਲੇਕਿਨ ਉਹ ਮੇਰੀ ਗੱਲ ਤੋਂ ਕਹਿੰਦੀ ਸੀ ਕਿ ਯਾਰ ਉਹ ਦੋਵੇਂ ਭਾਵੇਂ ਚਲੇ ਜਾਣ, ਤੂੰ ਨਾ ਕਦੀ ਛੱਡ ਕੇ ਜਾਈਂ। ਦੋਸਤ ਟੈਪ ਵੀ ਸੀ ਨਾ। ਉਹਦੀ ਵਜ੍ਹਾ ਕੀ ਸੀ, ਉਹਨੇ ਇੱਕ ਸੂਟ ਲਿਆ, ਉਹਨੇ ਤਸਵੀਰ ਭੇਜੀ 3 ਨੂੰ, ਅਸੀਂ ਇੱਕ ਗਰੁੱਪ ਬਣਾਇਆ ਸੀ 4 ਜਣਿਆਂ ਦਾ। ਅੱਛਾ। ਤੇ ਉਹ ਨਾ ਮੈਨੂੰ ਕਹਿੰਦੀ ਕਿ ਸਾਰੇ ਉਹਨਾਂ ਨੇ ਪੁੱਛਿਆ ਕਿ ਇਹ ਸੂਟ ਮੈਨੂੰ ਕੈਸਾ ਲੱਗੇਗਾ। ਇੱਕ ਨੇ ਕਿਹਾ ਬਹੁਤ ਅੱਛਾ ਲੱਗੇਗਾ, ਇੱਕ ਨੇ ਕਿਹਾ ਕਿਆ ਬਾਤ ਹੈ ਸੂਟ ਬਹੁਤ ਅੱਛਾ। ਉਹਨੇ ਮੈਨੂੰ ਪੁੱਛਿਆ, ਮੈਂ ਕਿਹਾ ਸ਼ਹਜ਼ਾਦੀਏ ਜਦੋਂ ਤੂੰ ਪਾ ਲੈਣਾ ਨਾ ਤੇ ਉਹਦੇ ਵਰਗਾ ਸੂਟ ਕੋਈ ਵੀ ਨਹੀਂ ਹੋਣਾ। ਆਹ ਜਿਹੜਾ ਮਰਜ਼ੀ ਪਾ ਲਾ, ਗੱਲ ਹੀ ਵੱਡੀ ਸੂਟ ਸੋਹਣਾ ਨਹੀਂ ਆ, ਮਾਸ਼ਾਅੱਲਾ ਤੂੰ ਸੋਹਣੀ, ਤੂੰ ਜਿਹੜਾ ਸੂਟ ਪਾਉਣਾ ਉਹ ਨਾਯਾਬ ਹੋ ਜਾਣਾ। ਲੋ ਜੀ, ਉਹਨੇ ਦਸਤੀ ਦੋਵਾਂ ਨੂੰ ਗਰੁੱਪ ਚੋਂ ਬਲੌਕ ਕਰ ਦਿੱਤਾ। ਤੁਸੀਂ ਪਤਾ ਹੀ ਐਸਾ ਵੱਡਾ ਕੰਮ। ਮੇਰੇ ਬਿਲਕੁਲ ਹੂ ਬਹੂ ਤੁਹਾਡੀ ਔਰ ਮੇਰੀ ਸਟੋਰੀ ਰਲਦੀ ਮਿਲਦੀ ਆ ਕਸਮ ਸੇ। ਜਿੱਦਾਂ ਮੇਰੀ ਟਵਲਾ ਮਾਰਨ ਬੜੀ ਡਬਲ ਸਟੋਰੀ। ਸਾਜੀ ਮੈਂ ਇੱਕ ਸ਼ੋਅ ਦੇ ਵਿੱਚ ਤੁਸੀਂ ਮੈਨੂੰ ਪੁੱਛਿਆ ਸੀ ਨਾ ਲਵ ਸਟੋਰੀ, ਤੇ ਮੇਰੀ ਬੇਗਮ ਨੇ ਖੁਦਾ ਦੀ ਕਸਮੇ ਜਿਸਦਾ ਖਾਨੇ ਬੈਠੇ ਆ ਅੱਜ ਵੀ ਹੁਣ ਵੀ ਗੱਲਾਂ ਬਾਤਾਂ ਹੁੰਦੀਆਂ ਤਾਂ ਕਹਿੰਦੀ ਹੁੰਦੀ ਆ ਤੂੰ ਜਿੱਥੇ ਲੱਗਾ ਨਾ ਉੱਥੇ ਭਾਵੇਂ ਤੂੰ ਜਿੱਦਾਂ ਵੀ ਉਹਨਾਂ ਨੂੰ ਕਿ ਬਸ ਇਹ ਮਿਹਨਤ ਉਹਨਾਂ ਦੀ ਕਰਨੀ ਆ ਕਿ ਤੂੰ ਉੱਥੋਂ ਹਟਣਾ ਨਹੀਂ। ਮੈਂ ਕਿਹਾ ਠੀਕ ਆ। ਤੇ ਮੈਂ ਉਹਨਾਂ ਗੱਲਾਂ, ਮੈਂ ਕਿਹਾ ਮੈਂ ਜਿੱਦਾਂ ਉਹਨਾਂ ਦੇ ਦਫ਼ਤਰ 'ਚ ਦੁਆਵਾਂ ਮੰਗ ਕੇ ਤੇ ਨਿਆਜ਼ਾਂ ਦੇ ਕੇ ਮੈਂ ਕਿਹਾ ਸੀ ਮੈਂ ਉਸਤਾਦ ਉਹਨਾਂ ਦੇ ਕੋਲ ਪਹੁੰਚ ਜਾਵਾਂ, ਮੈਂ ਉੱਥੇ ਕੰਮ ਕਰਾਂ ਭਾਵੇਂ ਮੈਨੂੰ ਸ਼ਾਗਿਰਦ ਕਰਨ ਨਾ ਕਰਨ। ਇਦਾਂ ਹੀ ਮੇਰੀ ਬੇਗਮ ਨੇ ਮੈਨੂੰ ਕਿਹਾ, ਕਹਿੰਦੀ ਨਾਲ ਰੋਣ ਲੱਗ ਪਈ, ਕਹਿੰਦੀ ਇਦਾਂ ਹੀ ਚਿਰਾਗ ਬਾਲ ਕੇ, ਇਦਾਂ ਹੀ ਦੇਸੀ ਘਿਓ ਦੇ ਚਿਰਾਗ ਬਾਲ ਕੇ, ਦੀਵੇ ਬਾਲ ਕੇ ਰੱਬ ਕੋਲੋਂ ਤੈਨੂੰ ਮੈਂ ਲਿਆ। ਹੂ ਬਹੂ ਇਦਾਂ ਹੀ ਸੇਮ ਸਟੋਰੀ। ਉਹ ਮੇਰੇ ਮੌਲਾ ਕਿ ਨੰਗੇ ਪੈਰੀ ਵੀ ਤੁਰੀ ਆ, ਫਿਰ ਪੂਰਾ ਮਹੀਨਾ ਨੰਗੇ ਪੈਰੀ ਵੀ ਤੁਰੀ ਆ ਹੈ। ਫਿਰ ਭੁੱਖਾਂ ਕੱਟੀਆਂ, ਕਿਸੇ ਬਾਬੇ ਨੇ ਕਹਿਤਾ, ਕਿਸੇ ਕਹਿਤਾ ਜੀ ਤੂੰ ਇੰਨੀ ਦੇਰ ਭੁੱਖੀ ਰਹਿ, ਤੈਨੂੰ ਨਈਮ ਦਾ ਪਿਆਰ ਵੀ ਮਿਲੂਗਾ, ਤੇਰੀ ਜ਼ਿੰਦਗੀ 'ਚ ਆ ਜਾਏਗਾ। ਉਹ ਵੀ ਟਾਈਮ ਉਹਨੇ ਕੱਟਿਆ ਉਸਤਾਦ ਜੀ। ਭਾਈ ਉਹਨੂੰ ਬਾਬੇ ਨੇ ਕਿਹਾ ਤੂੰ 15 ਦਿਨ ਭੁੱਖੀ ਰਹਿਣਾ, ਉਹ 15 ਦਿਨ ਆਪਣੇ ਘਰ ਹੀ ਰਹੀ। ਕੰਮ ਤੇ ਬੈਂਕ 'ਚ ਨਹੀਂ ਸੀ ਜਾਂਦੀ। ਨਹੀਂ ਮੈਂ ਤੁਹਾਨੂੰ ਜੈਨੂਇਨ ਗੱਲ ਦੱਸਦਾ, ਸਮਝ ਨਹੀਂ ਆਈ। ਉਹਨੇ ਕਿਹਾ ਭੁੱਖੀ ਚਲੋ ਰਹਿਣ ਦਿਓ, ਦਫਾ ਮਾਰੋ, ਘਰੇ ਹੀ ਰਹੀ। ਇਹ ਸਮਝ ਤੇ ਆ ਗਈ, ਲੇਕਿਨ ਬੜੀ ਵੱਡੀ ਗੱਲ ਆ ਵੀ ਘਰ ਹੀ ਰਹੀ ਹੋਈ ਨੇ ਯਾਰ। ਚੀਮਾ ਜੀ ਘਰ ਦੀ ਇਹ ਗੱਲ ਨਹੀਂ, ਸੱਚੀ ਮੁੱਚੀ ਉਸਤਾਦ ਦੀ ਤੇ ਮੇਰੀ ਸਟੋਰੀ 'ਚ ਸਿਰਫ ਜ਼ਮੀਨ ਆਸਮਾਨ ਦਾ ਫਰਕ ਨਹੀਂ ਹੈਗਾ, ਥੋੜਾ ਬਹੁਤਾ ਹੀ ਆ। ਸਿਰਫ ਜ਼ਮੀਨ ਜੀ ਅਸਮਾਨ ਦਾ ਫਰਕ ਆ, ਬਾਕੀ ਇੱਕੋ ਹੀ ਆ। ਤੈਨੂੰ ਪਤਾ ਅੱਛੀ ਗੱਲ ਹੋਈ ਵੀ ਸਿਰਫ ਜ਼ਮੀਨ ਅਸਮਾਨ ਦਾ ਫਰਕ ਆ, ਜ਼ਮੀਨ ਦਾ ਨਹੀਂ। ਕਸਮ ਸੇ ਮੈਂ ਆਪਣੀ ਜ਼ਿੰਦਗੀ ਦੇ ਵਿੱਚ ਨਾ ਅਗਰ ਜਿੱਦਾਂ ਦੇ ਹਾਦਸੇ ਉਸਤਾਦ ਨਾਲ ਲਾਈਫ ਦੇ ਵਿੱਚ ਹੋ ਰਹੇ ਨੇ, ਤੁਹਾਡੇ ਉਸਤਾਦ ਸਾਹਿਬ ਉਸਤਾਦ ਜਾਨੀ ਸਾਹਿਬ ਨਾਲ ਜਿੱਦਾਂ ਦੇ ਹਾਦਸੇ ਹੋ ਰਹੇ ਨੇ, ਇਸ ਤਰ੍ਹਾਂ ਦੇ ਹਾਦਸੇ ਕਈ ਮੇਰੇ ਨਾਲ ਹੋਏ ਆ। ਮੇਰੀਆਂ ਵੀ ਤਸਵੀਰਾਂ ਦੋਸਤਾਂ ਨੇ ਮੈਨੂੰ ਇਦਾਂ ਲਾਈਕ ਕਰਨਾ, ਲੜਕੀਆਂ ਬਹੁਤ ਮੇਰੇ ਤੇ ਸ਼ੇਅਰ ਕਰਦੀਆਂ ਸੀ ਮੇਰੇ ਨਾਲ ਆਪਣੀ ਗੱਲਬਾਤ, ਹਰ ਚੀਜ਼। ਅੱਜ ਦਾ ਗਰੁੱਪ 'ਚ ਇਹਨਾਂ ਨੇ ਸੂਟ ਦੀ ਗੱਲ ਕੀਤੀ, ਇਹ ਹੂ ਬਹੂ ਮੇਰੇ ਨਾਲ ਹੋਇਆ, ਹੂ ਬਹੂ। ਲਾਹੌਰ ਨਹੀਂ ਜਾਣਾ ਤੇ ਉਹ ਵੀ ਮੈਨੂੰ ਕਹਿਣ ਲੱਗ ਪਏ ਕਿ ਤੁਸੀਂ ਰਹੋ ਮੇਰੇ ਕੋਲ। ਫਰੀਦ ਮੈਨੂੰ ਕਹਿਣ ਲੱਗੀ ਇੱਕ ਦਿਨ, ਬਣਾਈਏ ਯਾਰ ਇਬਲੀ ਸੱਚੀ ਮੁੱਚੀ ਮੈਂ ਤੇਰੇ ਨਾਲ ਭਾਈ ਨਾ ਮੈਂ ਮਰੀ ਦਾ ਗਿਆ ਸੀ, ਕੋਈ ਬਣਾ ਲਓ ਪ੍ਰੋਗਰਾਮ, ਜੀਂਦੀ ਤੇ ਤਾਂ ਗੱਲ ਸੁਣ ਲਓ, ਮੇਰੀ ਮਾਲੀ ਇਲਾਕਾ ਜਾ ਕੇ ਚੱਲੀਏ। ਸ਼ੋਅ ਮੁੱਕ ਗਿਆ ਉਸਤਾਦ ਜੀ। ਕਹਿੰਦਾ ਜਿੰਦੀ ਦੀ ਤਾਂ ਸੁਣ ਲਓ। ਅੱਛਾ ਨਹੀਂ ਵਾਕਈ ਇਹਦਾ ਮੇਰਾ ਬਸ ਥੋੜਾ ਜਿਹਾ ਡਿਫਰੈਂਸ ਆ। ਜ਼ਮੀਨ ਅਸਮਾਨ ਦਾ ਹੀ ਆ ਜ਼ਿਆਦਾ। ਇਹ ਹੁਣ ਚਲਾ ਦੂਰ ਗਿਆ ਨਾ, ਇੱਕ ਮਹੱਲੇ ਵਾਲੇ ਘਰ 'ਚ ਉਹ ਭਗਤ ਸਿੰਘ। ਹੁਣ ਮੈਂ ਕਿੱਥੇ ਭਗਤ ਸਿੰਘ ਜਾਵਾਂ? ਸਾਜੀ ਭਗਤ ਸਿੰਘ ਤੇ ਆ ਵਾ ਇਹ ਉਹ ਨਹੀਂ ਉੱਥੇ ਹੀ ਆ ਯਾਰ ਭਾਈ ਫਰੀਦ, ਉਹਨਾਂ ਦੇ ਨਾਮ ਤੋਂ ਯਾਰ ਇਹ ਤੁਹਾਡਾ ਘਰ ਉੱਥੇ ਨਹੀਂ ਹੈਗਾ, ਉੱਥੇ ਨਹੀਂ ਹੈਗਾ ਜਿੱਥੇ ਉਹ ਤਾਰਾ ਡਿੱਗਿਆ ਸੀ ਤੇ ਉਹ ਇਲਾਕਾ ਗਰਕ ਹੋ ਗਿਆ, ਉਹਦੇ ਕੋਲ ਨਹੀਂ ਹੈਗਾ। ਨਹੀਂ ਉਹ ਅਗਲੀ ਪਿਛਲੀ ਬਸਤੀ ਆ, ਉਸ ਤੋਂ ਅੱਗੇ ਆ, ਪਾਰਕ ਦੇ ਅੱਗੇ ਬੈਠੇ। ਭਾਈ ਦੀ ਤੇ ਇਹਦੀ ਸਟੋਰੀ ਬਿਲਕੁਲ ਮਿਲਦੀ ਹੈ, ਕਿਉਂਕਿ ਜਿਹੜੇ 2 ਜਣੇ ਉਹਨੇ ਬਣਾ ਕੀਤੇ ਸੀ, ਇੱਕ ਹੀ ਸੀ। ਨਹੀਂ ਗੁੱਜਰ ਬਾਦਸ਼ਾਹ ਭਾਵੇਂ ਤੂੰ ਬਰੌਨ ਗੁੱਜਰ ਆ, ਲੇਕਿਨ ਸਾਡੀ ਇਸ ਗੱਲ ਨੂੰ ਮੰਨ ਕਿ ਸਾਡੇ ਨਾਲ ਵੀ ਲੜਕੀਆਂ ਨੇ ਇਦਾਂ ਹੀ ਪਿਆਰ ਕੀਤਾ ਜਿੱਦਾਂ ਉਸਤਾਦ। ਨਹੀਂ ਇਮਲੀ ਚ ਕਸ਼ਿਸ਼ ਤੇ ਨਹੀਂ ਕਸ਼ਿਸ਼ ਹੈ, ਹੈ। ਕਸ਼ਿਸ਼ ਨਹੀਂ ਹੈ ਇਮਲੀ ਚ। ਭਾਈ ਨਾ ਲੋਕੀ ਹੈ ਕਸ਼ਿਸ਼ ਇਮਲੀ ਚ ਹੈਗੀ ਹੈ। ਗੱਲ ਆਇਆ ਵਾ, ਗੱਲ ਇਹ ਆ ਕਿ ਦਿਲ ਆ ਗਿਆ ਖੋਤੇ ਤੇ ਹੋਰ ਕੀ ਚੀਜ਼ ਆ। ਬਿਲਕੁਲ। ਸਾਲ ਥੋੜੀ ਜਿਹੀ ਨਾ ਸੈਟਿੰਗ ਵਾਲੀ ਦੇ ਦਿਆ ਕਰੋ। ਖੋਤਾ ਮੈਨੂੰ ਕਹਿਤਾ ਵਾ ਤੇ ਹੂਰ ਤੁਸੀਂ ਕਿਸੇ ਹੋਰ ਨਹੀਂ ਦੇਖ ਨਾ, ਦਿਲ ਆ ਗਿਆ ਮਤਲਬ ਹੁਣ ਮੈਂ ਇਹ ਨਹੀਂ ਕਹਿ ਸਕਦਾ ਹੂਰ ਤੇ ਧੂਰਤ ਨਹੀਂ, ਕਿ ਉਹ ਜਿਹੜੀ ਸਾਡੀ ਭੈਣ ਆ ਉਹਨੂੰ ਤੂੰ ਚੰਗਾ ਲੱਗ ਗਿਆ। ਔਰ ਇਹਦੇ ਚ ਮੈਂ ਤੁਹਾਨੂੰ ਇੱਕ ਸਾਈਕੀ ਦੱਸਦਾ ਉਸਤਾਦ ਜੀ, ਮੈਂ ਨਹੀਂ ਉਹਨੂੰ ਮੈਂ ਚੰਗਾ ਲੱਗਾ, ਮੈਂ ਮੈਨੂੰ ਬੰਦਾ ਹਮੇਸ਼ਾ
ਕਿਸੇ ਨੂੰ ਪਸੰਦ ਕਰਦਾ ਨਾ, ਜ਼ਰੂਰੀ ਨਹੀਂ ਨੈਗੇਟਿਵ ਹੀ ਸੋਚੋ ਵੀ ਕੁੜੀ ਸ਼ਾਦੀ ਵਾਸਤੇ ਵੀ ਪਸੰਦ ਕਰਦਾ ਜਾਂ ਪਸੰਦ ਕਰਦਾ। ਬੰਦੇ ਹਮੇਸ਼ਾ ਖੂਬਸੂਰਤੀ ਤੇ, ਕੱਦ ਕਾਠ ਤੇ, ਜਸਾਮਤ ਤੇ, ਮੁਸਕਰਾਹਟ ਇੱਥੇ। ਔਰਤ ਦੀ ਸਾਈਕੀ ਹੋਰ ਆ। ਅੱਛਾ ਜੀ। ਹਾਂਜੀ, ਔਰਤ ਲੜਕੀ ਨੂੰ ਜਦੋਂ ਪਿਆਰ ਹੋਏਗਾ ਨਾ, ਉਹ ਇਦਾਂ ਦੀ ਕੋਈ ਚੀਜ਼ ਨਹੀਂ ਹੋਈ, ਭਾਵੇਂ ਮੋਟਾ ਵਾ, ਭਾਵੇਂ ਉਮਰ ਬਹੁਤੀ ਆ, ਉਹਨੂੰ ਉਹਦੀ ਨੇਚਰ, ਉਹਦੀ ਗੱਲਬਾਤ, ਉਹਦਾ ਸਟਾਈਲ, ਉਹਦਾ ਲਾਈਫ ਸਟਾਈਲ, ਉਹਦੀ ਬੋਲਣੀ ਚਾਲਣੀ ਤੇ ਉਹਨੂੰ ਉਹ ਅੱਛਾ ਲੱਗਦਾ। ਬੰਦੇ 'ਚ ਤੇ ਔਰਤ 'ਚ ਡਿਫਰੈਂਸ ਹੁੰਦਾ। ਤਾਜੀ ਨੂੰ ਪੁੱਛੋ ਕਿ ਉਹ ਜਿਹੜਾ ਕਹਿਣ ਦੇ ਬੇਗਮ ਦੇ ਰਹੀ ਚਿਰਾਗ ਬਾਲਦੀ ਰਹੀ, ਇੰਨਾ ਇਸ਼ਕ ਸੀ? ਨਹੀਂ ਯਾਰ ਇਹਦੇ 'ਚ ਕੋਈ ਐਸੀ ਗੱਲ ਨਹੀਂ ਗਈ, ਇਹ 'ਚ ਕੋਈ ਗੱਲ ਨਹੀਂ। ਉਹਨੂੰ ਪਿਆਰ ਹੋ ਗਿਆ, ਉਹਨੂੰ ਚੰਗਾ ਲੱਗ ਗਿਆ, ਇਹਦੀ ਪਰਸਨੈਲਿਟੀ, ਸਟਾਈਲ, ਗੱਲਬਾਤ, ਬੋਲਣ ਦਾ ਸਟਾਈਲ, ਉਹਨੂੰ ਕੁਛ ਚੰਗਾ ਲੱਗ ਗਿਆ ਯਾਰ। ਇਹਦੀ ਕਿਹੜੀ ਗੱਲ ਕੀਤਾ ਯਾਰ? ਕੁਛ ਕਹਿੰਦੇ ਆ ਉਸਤਾਦ ਜੀ, ਤੁਸੀਂ ਕਹਿੰਦੇ ਚੰਗਾ। ਉਹ ਯਾਰ ਉਹ ਤੇ ਬਕਵਾਸ ਕਰ ਰਿਹਾ। ਸਾਜੀ ਇਹਨੇ ਕਾਲਾ ਇਲਮ ਕਰਾਇਆ ਵਾ, ਜਾਦੂ ਕਰਾਇਆ ਉਹਦੇ ਤੇ। ਨਹੀਂ ਯਾਰ, ਉਹਦੇ ਤੇ ਸਾਰਾ ਜਿੰਨਾਤ ਦਾ ਅਸਰ ਹੋਇਆ ਹੋਇਆ, ਉਹਦਾ ਦਿਮਾਗ ਬੰਦ ਕਰਾਇਆ ਵਾ ਇਹਨੇ, ਉਹਦੀ ਜ਼ੁਬਾਨ ਬੰਦ ਕੀਤੀ ਹੋਈ ਆ। ਹੁਣ ਇਹਨਾਂ ਦੇ ਲਾਗੇ ਚੱਲ ਜਾਓ ਉਸਤਾਦ ਜੀ, ਉਹ ਵਿਚਾਰੀ ਈਦ ਵਾਲੇ ਦਿਨ ਵੀ ਗੋਭੀ ਖਾਣ ਡਈ ਹੁੰਦੀ, ਬੱਕਰਾ ਈਦ ਵਾਲੇ ਦਿਨ ਵੀ। ਐਡੇ ਮਾੜੇ ਇਲਾਕੇ 'ਚ ਉਹਨੂੰ ਲੈ ਕੇ ਰਹਿਣ ਦੇ ਬੱਚਾ ਯਾਰ, ਸੱਚਾ ਨਹੀਂ ਯਾਰ। ਅੱਛਾ ਯਾਰ, ਤੂੰ ਥੋੜੀ ਮਿਹਨਤ ਕਰਕੇ ਉਹਨੂੰ ਇਲਾਕੇ ਚੰਗੇ 'ਚ ਲੈ ਜਾ। ਸਾਜੀ ਇਹ ਤਾਂ ਕੋਈ ਉਹਨੇ ਡੈਫੀਨੇਸ਼ਨ ਚਿਰਾਗ ਬਾਲੇ ਆ ਇਹਦੀ ਇਹ ਭਗਤ ਸਿੰਘ ਦੇ ਸਿਰ ਤੇ ਰਹਿ ਰਿਹਾ ਉੱਥੇ। ਜਿੱਥੇ ਮੈਂ ਜਾਊਂ, ਮੈਂ ਕੁਝ ਭਗਤ ਸਿੰਘ ਦੇ ਇਲਾਕੇ 'ਚ ਰਹਿਣਾ, ਤੇ ਅਗਲੇ ਚੁੱਪ ਕਰ ਜਾਣਗੇ। ਯਾਰ ਜਿਸ ਇਲਾਕੇ ਦਾ ਨਾ, ਉੱਥੇ ਇੱਕ ਬੰਦੇ ਨੇ ਪ੍ਰਾਪਰਟੀ ਡੀਲਰ ਕੋ 3 ਮਰਲੇ ਦਾ ਘਰ ਲਿਆ, ਤੇ ਉਹਨੇ ਬਾਹਰ ਲਿਖ ਕੇ ਲਾ ਦਿੱਤਾ ਕਿ ਵੀ ਜਗ੍ਹਾ ਪੂਰ ਹੋ ਗਈ ਹੈ, ਮਹੱਲੇ 'ਚ ਹੋਰ ਕੋਈ ਪਲਾਟ ਕਲੋਨੀ ਨਹੀਂ, ਵਿਕ ਚੁੱਕੀ ਹੈ। ਕਲੋਨੀ ਵਿਕ ਚੁੱਕੀ ਹੈ 3 ਮਰਲੇ ਤੋਂ ਬਾਅਦ। ਜਿੱਥੇ ਵੀ ਰਹਿਣ ਡਏ ਆ, ਬੜੇ ਸੋਹਣੇ ਰਹਿਣ ਡਏ ਆ। ਮੇਰਾ ਜਿੱਥੇ ਹੁਣ ਜਿਸ ਇਲਾਕੇ 'ਚ ਮੈਂ ਪਹਿਲਾਂ ਸੀ ਨਾ, ਉੱਥੇ ਸਮਾਂ ਕਿ ਹਾਲੇ ਮੇਰੇ ਪ੍ਰੋਬਲਮ ਸੀ, ਮੈਂ ਬਿਮਾਰ ਵੀ ਰਹਿੰਦਾ ਸੀ, ਜਿਲਤ ਦਾ ਵੀ ਮਸਲਾ ਸੀ। ਜਿਸ ਇਲਾਕੇ 'ਚ ਹੁਣ ਵਾ, ਮੈਂ ਭਗਤ ਸਾਹਿਬ ਦੇ ਪਿੰਡ ਬਸ ਉਹਦਾ ਐਜ ਲੈ ਰਿਹਾ ਨਾ, ਉੱਥੇ ਘੱਟਾ ਨਾ ਮਿੱਟੀ, ਡੀਸੈਂਟ ਜਿਹਾ ਮਾਹੌਲ ਹੈਗਾ। ਸਵੇਰ ਸੈਰ ਉਹਦੀ ਤਾਂ ਹਵੇਲੀ ਬੜੀ ਸੁਭਾਨ ਅੱਲਾ ਵਾ। ਸਵੇਰ ਸਤਾਈ ਸੈਰ ਕਰੀਦੀ ਆ, ਠੀਕ ਆ। ਉਸ ਤੋਂ ਬਾਅਦ ਸ਼ਾਮ ਨੂੰ ਡਾਈਟਿੰਗ ਕਰੀਦੀ ਆ, ਖਾਣਾ ਛਾਣਾ ਖਾਈਦਾ ਵਾ, ਠੀਕ ਆ। ਬੜਾ ਈਜ਼ੀ। ਇੱਕ ਮਿੰਟ, ਡਾਈਟਿੰਗ ਕਰਨ ਦੇ ਆ ਤੇ ਨਾਲ ਖਾਣਾ ਵੀ ਖਾਈ ਜਾ। ਯਾਨੀ ਕਿ ਉਹ ਡਰਾਈਡ ਫਰੂਟ, ਅੱਛਾ, ਡਰਾਈ ਫਰੂਟ ਜ਼ਿਆਦਾ ਇਸਤੇਮਾਲ ਕਰਦਾ ਮੈਂ। ਹੁਣ ਤਾਂ ਮੈਂ ਮਾਸ਼ਾਅੱਲਾ ਅੱਗੇ ਨਾਲੋਂ ਬਹੁਤ ਹੈਲਦੀ ਹੋ ਗਿਆ। ਮੇਰੇ ਤਾਂ ਅੱਗੇ ਮੇਰਾ ਬੜਾ ਮਸਲਾ ਬਣ ਗਿਆ ਸੀ ਇਹ ਜਿਲਤ ਦੇ ਬਾਰੇ, ਫੇਸ ਦੇ ਬਾਰੇ, ਘੱਟਾ ਮਿੱਟੀ, ਡਸਟ ਜਾਣੀ ਅੰਦਰ, ਮੋਟਰਸਾਈਕਲ ਤੇ ਜਾਂ ਆਮ ਰੂਟੀਨ ਦੇ ਵਿੱਚ ਫਿਰਨਾ। ਇਹ ਜਨਾਬ ਵਾਂਸ, ਕੈਂਚੀਆਂ, ਸ਼ਾਪਰ, ਟਾਇਰ ਸਾਰਿਆਂ ਦੇ ਅੰਦਰ ਚਲ ਜਾਂਦੇ ਸੀ, ਇਦਾਂ ਦਾ ਸੀ। ਬਕਵਾਸ ਫਿੱਕੀ ਗੱਲ ਹੈ, ਵਰਗਲਾ ਰਿਹਾ ਹੁਣ ਵਾਮ ਨੂੰ। ਹੁਣ ਅੱਲਾਹ ਪਾਕ ਦਾ ਬੜਾ ਸ਼ੁਕਰ ਹੈ, ਤੁਸੀਂ ਇੱਕੋ ਜਿਹੀਆਂ ਸ਼ਰਟਾਂ ਪਾਈਆਂ। ਕੈਸਾ ਮਾਰਿਆ ਭਾਈ ਹੁਣ ਕਿਉਂ ਦਵਾ ਮਾਰ ਤੂੰ ਛੱਡ। ਹੁਣ ਇਹ ਇੰਨਾ ਸ਼ੁਕਰ ਹੈ ਕਿ ਆਉਣ ਵਾਲੇ ਵਕਤ ਦੇ ਵਿੱਚ ਮੈਂ ਸੱਚ ਜਿੱਦਣ ਮੈਂ ਪੈਂਟ ਸ਼ਰਟ ਪਾ ਲਈ ਨਾ, ਹਾਏ ਹਾਏ, ਕਸਮ ਵੀ ਮੈਂ ਤੁਹਾਡਾ ਝੂਠ ਨਹੀਂ ਬੋਲਣਾ। ਤੁਸੀਂ ਮੈਨੂੰ ਪਿਛਲੇ ਸ਼ੋਅ 'ਚ ਕਿਹਾ ਯਾਰ ਪੈਂਟ ਜਿੱਦਣ ਮੈਂ ਕਲਫ ਲਵਾਇਆ, ਪੈਂਟ ਸ਼ਰਟ ਪਾਈ, ਕਸਮ ਸੇ 3 ਦਿਨ ਮੈਨੂੰ ਬੁਖਾਰ ਚੜਿਆ ਰਿਹਾ। ਇੰਨੀ ਨਜ਼ਰ ਲੱਗੀ ਮੈਨੂੰ ਕਿ ਮੈਂ ਕਦੀ ਆਪਣੇ ਆਪ ਤੋਂ ਚੀਨੀ ਵਾਰ ਕੇ ਸਿੱਟੀ, ਮਿਰਚਾਂ ਵਾਰ ਕੇ ਸਿੱਟੀਆਂ, ਲੇਕਿਨ ਉਹ ਬੁਖਾਰ ਦਾ ਅਸਰ ਆਪਣਾ ਰਿਹਾ। ਬੱਚਾ ਵਾਰ ਕੇ ਵੇਖ ਲੈਣਾ ਸੀ ਉਹ। ਯਾਰ ਉਹਨੇ ਸਿੱਟੀਆਂ ਕਿੰਨੀਆਂ, ਘਰੋਂ ਚੀਨੀ ਦਾ ਡੱਬਾ ਖੋਲਦਾ ਸੀ, ਬੁੱਕ ਭਰ ਕੇ ਵਾਰ ਕੇ 2 ਚ ਸਿੱਟ ਦਿੰਦਾ ਸੀ, ਫਿਰ ਆ ਜਾਂਦਾ ਐਂਜ ਉਹਨੇ ਸਿੱਟੀਆਂ। ਯਾਰ ਨਹੀਂ, ਵਾਕਈ ਖੂਬਸੂਰਤੀ ਤੇ ਠੀਕ ਆ, ਉਹ ਤੇਰੀ ਨੈਨਕ ਲੱਗ ਜਾਂਦੀ, ਨਜ਼ਰ ਲੱਗ ਜਾਂਦੀ। ਨਹੀਂ ਨੈਣ ਨਕਸ਼ ਤੇ ਠੀਕ ਨੇ, ਨਜ਼ਰ ਲੱਗ ਇਹ ਜਿਹੜੀ ਗੱਲ ਜੈਰੋ ਨਾ ਪਾਈ, ਮਜ਼ਾਕ ਤੋਂ ਇਲਾਵਾ ਕਸ਼ਿਸ਼ ਉਹਦੇ ਚ ਹੈਗੀ ਆ। ਸਾਜੀ ਮੈਂ ਵੀ ਤੇ ਉਹੀ ਕਹਿਣ ਡਿਆ, ਸਿਰਫ ਇਹਦਾ ਕਲਰ ਦਾ ਮਸਲਾ, ਬਾਕੀ ਨੈਨਕਸ਼ੇ ਦੇ ਖਰਾਬ ਨੇ। ਯਾਰ ਤੂੰ ਹੋ ਸਕਦਾ ਭਰਜਾਈ ਵੇਖੇ ਤੇ ਤੂੰ ਕਵੇਂ ਵੀ ਵਾਕਈ ਉਹਦਾ ਬਣਦਾ ਸੀ, ਇਹਦੇ ਲਈ ਦੁਆਵਾਂ ਕਰਨੀ, ਇਹ ਵੀ ਤੇ ਹੋ ਸਕਦਾ। ਉਸਤਾਦ ਜੀ ਵਿਆਹ ਵਾਲੇ ਦਿਨ ਹੀ ਉਹਦਾ ਵਿਚਾਰੀ ਦਾ ਅਸਰ ਉਸਰ ਜਾਦੂ ਦਾ ਖਤਮ ਹੋ ਗਿਆ ਸੀ। ਇਹਨੇ ਇੰਜ ਕਰਕੇ ਘੋੜ ਚੱਕਿਆ, ਉਹਨੇ ਮੂੰਹ ਤੇ ਥੁੱਕ ਦਿੱਤਾ। ਉਹ ਕਹਿੰਦੀ ਆ ਮੇਰਾ ਉਤਲਾ ਜਿਹੜਾ ਹਿਸਾਬ ਹੋਣਾ ਸੀ ਨਾ, ਉੱਤੇ ਜਾ ਕੇ ਇੱਥੇ ਹੀ ਹੋ ਗਿਆ ਜ਼ਮੀਨ ਤੇ। ਇਹ ਗੱਲਾਂ ਤੁਹਾਡੇ ਨਾਲ ਮਕਲਾਵੇ ਤੇ ਹੋਈਆਂ। ਹੁਣ ਮਕਲਾਵੀ ਵਿਚਾਰੀ ਨੂੰ ਆਜ਼ਾਦ ਇੱਥੇ ਹੀ ਮਿਲ ਗਿਆ। ਵੀ ਏਡੀ ਇਹ ਤਾਂ ਪ੍ਰਾਈਵੇਟ ਗੱਲਾਂ ਸੀ, ਇਹ ਤੁਹਾਨੂੰ ਕਿੱਦਾਂ ਪਤਾ? ਹਾਲਾਂਕਿ ਤੂੰ ਸਵੇਰ ਨਾਸ਼ਤੇ ਟਾਈਮ ਵੀ ਨਹੀਂ ਸੀ ਆਇਆ, ਬਾਕੀ ਛੋਟਾ ਭਰਾ ਸੀ ਤੇਰਾ। ਸਮਝ ਨਹੀਂ ਲੱਗਣ ਡਈ ਮੈਨੂੰ ਯਾਰ। ਇਹ ਕੋਈ ਲੀਕੇਜ ਹੋ ਰਹੀ ਹੈ। ਹੋ ਰਹੀ ਕੋਈ ਗੱਲ ਹੈ ਵਾ, ਬਸ ਠੀਕ ਹੈ, ਕੋਈ ਨਹੀਂ। ਲੇਕਿਨ ਮੈਂ ਆਵਾਮ ਆਪਣੇ ਨੂੰ ਦੱਸਣਾ ਚਾਹੁੰਦਾ ਵਾ, ਆਪਣੇ ਉਸਤਾਦ ਨੂੰ ਦੱਸਣਾ ਚਾਹੁੰਦਾ ਕਿ ਉਸਤਾਦ ਜੀ ਮੈਂ ਅਨਕਰੀਬ ਇਨਸ਼ਾਅੱਲਾ ਪੈਂਟਾਂ ਸ਼ਰਟਾਂ ਸ਼ੁਰੂ ਕਰਾਂਗਾ। ਹੋਏ ਹੋਏ, ਮੈਨੂੰ ਮੇਰੀ ਬਿਮਾਰੀ ਦੇ, ਮੇਰੇ ਵਾਧੇ ਘਾਟੇ ਦੇ ਜ਼ਿੰਮੇਦਾਰ ਤੁਸੀਂ ਹੋ। ਕਿਉਂ ਨਜ਼ਰ ਲੱਗਣੀ? ਜਿਹੜੀ ਮੇਰੀ ਬਾਰੀ ਨਹੀਂ ਪੈਂਟਾਂ ਵਾਲੀ, ਜਿਹੜੀ ਮੈਂ ਤੈਨੂੰ ਕਹਿ ਰਿਹਾ ਉਹਦੀ ਚਾਬੀ ਗਵਾਚੀ, ਕਨਫਰਮ ਹੋ ਤੇਰੇ ਕੋ। ਜਿਹੜਾ ਤੂੰ ਸ਼ੁਰੂ ਕਰਨ ਲੱਗਾ, ਜਿਹੜਾ ਤੂੰ ਸ਼ੁਰੂ ਕਰਨ ਲੱਗਾ ਨਾ, ਇਹ ਮੇਰੀ ਅਲਮਾਰੀ ਗਈ ਸਮਝੋ। ਸਾਜੀ ਮੇਰੇ ਤੇ ਅਜ਼ਾਬ ਨੇ। ਹਾਜੀ ਨੂੰ ਮੈਂ ਕਹਿੰਦਾ ਇੱਥੇ ਨਜ਼ਰ ਰੱਖੀ ਪੂਰੀ। ਅੱਛਾ ਜੀ, ਇਹਨੇ ਕਿਹਾ ਖੋਰ ਅੱਬੂ। ਹਾਂ ਜੀ, ਉਹ ਮੇਨ ਅੱਬੂ ਆ ਭਾਈ। ਜੀ ਸਟਾਰ ਦੇ ਲੋਰੋ ਇੱਕ ਭਾਈ ਨੂੰ ਸੱਦੇ ਨੇ, ਉਹ ਮੇਨ ਮੈਂ ਕਦ ਸ਼ੋਅ ਦੇ ਵਿੱਚ ਤੁਹਾਡਾ ਆਲੇ ਬਿਠਾ ਕੇ ਨਾ ਸ਼ੋਅ ਚ ਉਹਨਾਂ ਨੂੰ, ਤੇ ਮੈਂ ਸਾਰੇ ਨਾਜ਼ਰੀਨ ਨੂੰ ਦੱਸਾਂਗਾ ਵੀ ਹੁਣ ਤੁਸੀਂ ਫਸੇ ਪਏ, ਤੁਸੀਂ ਬਹੁਤ, ਹੁਣ ਤੁਹਾਡੇ ਕੋਲ 2 ਹੱਲ ਨੇ ਸਿਰਫ। ਜਾਂ ਤਾਂ ਤੁਸੀਂ ਬੰਦੇ ਦੇ ਪੁੱਤਰ ਬਣ ਜਾਓਗੇ ਸਹੀ ਤਰ੍ਹਾਂ, ਤੇ ਜਾਂ ਤੁਸੀਂ ਕਹੋਗੇ ਉਸਤਾਦ ਜੀ ਤੁਹਾਡਾ ਸਾਡਾ ਪਿਆਰ ਬਿਲਕੁਲ ਉਦਾਂ ਹੀ ਰਹੇਗਾ, ਅਸੀਂ ਬਾਹਰ ਬੈਠੇ ਹਾਂ ਬਸ।
ਤੇ ਹੈ ਹਾਜੀ ਹੈ ਕਿੰਨੇ ਸਾਨੂੰ ਇਹ ਤਾਂ ਦੱਸ, ਸਾਨੂੰ ਤਾਂ 4-5 ਲੱਗਣ ਡੇ। ਭਾਈ ਨੇ ਇੱਕ ਸੈਕਿੰਡ, ਇੱਕੋ ਹੀ ਹਾਜੀ ਆ। ਅਸੀਂ ਨਾ ਜਿੱਥੇ ਵੀ ਬੈਠੇ ਹੁੰਦੇ ਆ ਨਾ ਉਹ ਇੱਕੋ ਹੀ ਹਾਜੀ ਸਾਡੇ ਕੋਲ ਹੁੰਦਾ। ਮੈਂ ਐਸਾ ਬੰਦਾ ਇਹਨਾਂ ਤੇ ਮੈਂ ਛੱਡਣਾ ਵਾ, ਆ 3 ਦਿਨਾਂ 'ਚ ਰਿਜ਼ਲਟ ਆ ਗਿਆ ਵਾ। ਮੈਂ ਐਸਾ ਬੰਦਾ ਛੱਡਣਾ ਵਾ। ਤੁਸੀਂ ਜਿੱਥੇ ਮਰਜ਼ੀ ਜੋ ਮਰਜ਼ੀ ਕਰੋ, ਹਰ ਢਾੜੀ पे ਨਜ਼ਰ। ਬਿਲਕੁਲ ਭਾਈ ਨੇ ਇਹਦੀ ਖਾਮੋਸ਼ੀ ਦਾ ਰਾਜ਼ ਵੀ ਇਹੀ ਹੈ। 3 ਦਿਨ ਹੋ ਗਏ ਉਹ ਹਾਜੀ ਸਾਹਿਬ ਨੂੰ ਆਇਆ। ਤੁਸੀਂ ਨਹੀਂ ਕੀਤਾ। ਜਿਹੜੀ ਫਸਟ ਟਾਈਮ ਉਸਤਾਦ ਨੇ ਠਹਿਰ ਕੇ ਚਾਹ ਪੀ ਰਹੇ ਨਾ, ਇਹ ਉਹਦੇ ਵਿੱਚੋਂ ਹੀ ਪੈਕੇਜ ਲਾ ਰਿਹਾ ਸੀ। ਜਦੋਂ ਦਾ ਹਾਜੀ ਆਇਆ ਪੂਰਾ ਨਾਪ ਕੇ ਅੱਧਾ ਕੱਪ ਪਾਣੀ ਬਣ ਰਿਹਾ ਵਾ, ਉਸ ਤੋਂ ਇਲਾਵਾ ਕੁਝ ਨਹੀਂ ਹੋ ਰਿਹਾ। ਬਹੁਤ ਕਰੈਕਟਰ ਮਿੱਟੀ ਹੋਏ ਪਏ ਨੇ ਇੱਥੇ। ਹਾਜੀ ਸਾਹਿਬ ਬੜੇ ਮਜ਼ੇਦਾਰ ਜੀ ਮੈਂ ਸਾਹਿਬ। ਵੀ ਸੋਚਿਆ, ਮੈਂ ਕਿਹਾ ਯਾਰ ਇਹਨਾਂ ਤੇ ਮੈਂ ਕਿਹਨੂੰ ਛੱਡਾਂ। ਨਹੀਂ ਸਹੀ ਬੰਦਾ। ਫਿਰ ਮੈਂ ਤੋੜ ਕੇ ਲਿਆਂਦਾ ਲਾਹੌਰੋਂ ਇੱਕ ਬੰਦਾ। ਮੈਂ ਤਾਂ ਦਾਨਿਸ਼ ਨੂੰ ਕਿਹਾ, ਮੈਂ ਕਿਹਾ ਹਾਜੀ ਸਾਹਿਬ ਗਿਣੋ ਕਿੰਨੇ ਜਾਣੇ ਆ, ਕਿਤੇ ਨਾਲ ਫੋਟੋ ਸਟੇਟਾਂ ਤਾਂ ਨਹੀਂ ਇਹਨਾਂ ਦੀਆਂ। ਮੈਂ ਕਹਿੰਦਾ ਉਹ ਕੀ ਹੋਇਆ? ਮੈਂ ਕਿਹਾ ਮੈਂ ਕਿਚਨ ਚੋਂ ਨਿਕਲਿਆ ਤੇ ਹਾਜੀ ਸਾਹਿਬ ਪਿੱਛੇ ਖੜੇ ਸੀ। ਇਧਰੋਂ ਘੁੰਮ ਕੇ ਮੈਂ ਅੱਗੇ ਨੂੰ ਕਹਿੰਦਾ ਹਾਜੀ ਸਾਹਿਬ ਵਾਲੇ ਦਰਵਾਜ਼ੇ ਮੂਹਰੇ ਖੜੇ ਸੀ। ਬੇਟਾ ਉਹ ਤੁਸੀਂ ਜਿੱਥੇ ਮਰਜ਼ੀ ਚੱਲ ਜਾਓ, ਤੁਸੀਂ ਸਮਝੋ ਕਿ ਤੂੰ ਕੱਲਾ ਵੀ ਖਲੋਤਾ ਤੇ ਤੁਸੀਂ 3 ਜਣੇ ਆ, ਇੱਕ ਰੱਬ ਆ, ਇੱਕ ਤੂੰ ਆ, ਇੱਕ ਹਾਜੀ ਆ। ਕੋਈ ਸ਼ਕਤੀ ਵਾਲਾ ਬਾਬਾ। ਹਾਂ, ਕੋ ਹਾਜੀ ਸ਼ਕਤੀਆਂ ਵਾਲਾ ਬੁਲਾ ਤੁਸੀਂ ਲਿਆ। ਜਦੋਂ ਨਹੀਂ ਕਹਿੰਦੇ ਜਿੱਥੇ 2 ਹੋਣ ਉੱਥੇ ਤੀਜਾ ਰੱਬ ਹੁੰਦਾ, ਨਹੀਂ, ਇਹ ਜਿੱਥੇ ਰੱਬ 2 ਹੋਣ ਉੱਥੇ ਤੀਜਾ ਰੱਬ ਹੁੰਦਾ, ਚੌਥਾ ਹਾਜੀ ਵੀ ਹੁੰਦਾ। ਹਾਂਜੀ, ਇਹ ਤੁਸੀਂ ਕਹਿਣ ਨਾ ਚੁੱਪ ਚੁੱਪ ਭਾਫਰੀ ਜੀ, ਇਹ ਸਾਡੀ ਮੈਂ ਨਾ ਚੁੱਪ ਨਹੀਂ ਹੈਗਾ, ਇਹਨੂੰ ਹਾਜੀ ਹੋ ਗਿਆ। ਇਹਨੇ ਹਾਜੀ ਕਰ ਲਿਆ। ਇਹਨੇ ਹਾਜੀ ਕਰ ਲਿਆ। ਯਾਰ ਜਵਾਬ ਤੇ ਉਹਨੂੰ ਦਿਓ ਯਾਰ। ਨਹੀਂ ਕੋਈ ਗੱਲ ਨਹੀਂ, ਉਹਨੂੰ ਮੈਂ ਰੋਕਿਆ। ਗੱਲ ਹੀ ਨਹੀਂ ਹੋਣ ਨਹੀਂ ਮੈਂ ਉਹਨੂੰ ਆਪ ਕਿਹਾ, ਜਾਣ ਕੇ ਮੈਂ ਤੁਹਾਨੂੰ ਦੱਸਾਂ, ਮੈਂ ਨਾਜ਼ਰੀਨ ਨੂੰ ਆਪ ਕਿਹਾ ਕਿ ਤੂੰ ਨਾ 10-5-7 ਦਵਾਂ ਸ਼ੋਆਂ 'ਚ ਨਾ ਜ਼ਰਾ ਬਹਿ ਕੇ ਸਿਰਫ ਸੁਣ ਕਿ ਕੀ ਚੱਲ ਰਿਹਾ, ਫਿਰ ਉਹਦੇ 'ਚ ਹਲਕੀ ਉਹਦੇ 'ਚ ਐਂਟਰੀ ਪਾ ਤੇ ਸਮੂਥਨੈਸ ਦੇ ਨਾਲ ਫਿਰ ਇੰਜ ਕਰਕੇ ਪੂਰਾ ਹਿਸਾਬ ਕਿਤਾਬ, ਠੀਕ ਹੈ ਨਾ। ਮੈਨੂੰ ਉਹ ਨਹੀਂ ਚਾਹੀਦਾ ਕਿ ਇੱਕ ਸ਼ੋਅ 'ਚ ਤੂੰ ਬਹੁਤ ਅੱਛਾ ਵਾ, ਅਗਲੇ ਸ਼ੋਅ 'ਚ ਤੂੰ ਠੀਕ ਨਹੀਂ, ਇੱਕ ਆਪਣਾ ਲੈਵਲ ਬਣਾ ਔਰ ਐਸਾ ਸਟੈਪ ਬਾਈ ਸਟੈਪ ਜਾ, ਠੀਕ ਹੈ ਨਾ। ਸਟੈਪ ਤੇ ਵੈਸੇ ਤੁਹਾਡੇ ਘਰ ਦੇ ਆ, ਸਿਰਫ ਤੈਨੂੰ ਕਰਨੇ ਹੀ ਪੈਣੇ ਆ। ਨਹੀਂ ਉਹ ਸਟੈਪ ਜਿਹੜੇ ਬਾਹਰ ਥੜੀ ਤੋਂ ਚੜ ਕੇ ਅੰਦਰ ਨਹੀਂ ਜਾਈਦਾ। ਔਰ ਬੇਟੇ ਮੂੰਹ ਤੇਰਾ ਉਸਤਾਦ ਜੀ ਹਰ ਗੱਲ ਘਰ ਤੇ ਲਿਜਾਣ ਦੇ ਇਹਨੂੰ ਦੱਸੋ। ਮੈਂ ਥੀਏਟਰੋਂ ਆਇਆ, ਮੈਨੂੰ 40,000 ਘਰ ਤੇ ਗੱਲ ਯਾਦ ਹੈ, ਇਹਨੂੰ ਕਿਉਂ ਨਹੀਂ ਤੁਸੀਂ ਸਮਝਾਉਂਦੇ? ਨਹੀਂ ਉਹ ਕਰ ਨਹੀਂ ਨਾ ਸਕਦੇ ਸੀ ਪੁੱਤਰ, ਉਹ ਜਿੱਦਾਂ ਉਹ ਤੇ ਫਿਰ ਉਹ ਵੀ ਹਟੇ ਨਾ, ਉਹ ਵੀ ਨਾ ਤੂੰ ਕਰੇ। ਏਦਾਂ ਕਰ, ਕੋਈ ਆਪਣੇ ਮਹੱਲੇ ਸਾਲਗਿਰਾ ਰੱਖ ਤਾ, ਉੱਥੇ ਮੈਨੂੰ ਸੱਦ ਲਾ। ਨਹੀਂ ਤੈਨੂੰ ਕੀ ਜਿੱਦਾਂ ਸਾਦਾ ਮਰਜ਼ੀ ਠੇਠਰ ਵਾਲੀਆਂ ਜੁਗਤਾਂ ਕਰ ਲਈ, ਮੈਂ ਤੇਰਾ ਉੱਥੇ ਵੀ ਚਾਲ ਲਾ ਦੂੰਗਾ। ਮਾਵਾਂ ਭੈਣਾਂ ਦੀਆਂ ਜੁਗਤਾਂ ਮੈਨੂੰ ਵੀ ਬਹੁਤ ਆਉਂਦੀਆਂ। ਤੇਰੀ ਗੱਲ ਤੋਂ ਮੈਂ ਜਵਾਬ ਦਿੰਦਾ ਵਾ ਬੇਸੁਰੇ ਕਾਰਟੂਨ। ਮੈਨੂੰ ਸ਼ੌਕ ਨਹੀਂ ਹੈਗਾ ਕਿ ਮੈਂ ਤੇਰੇ ਨਾਲ ਹਰ ਗੱਲ ਨਾਲ ਪੰਗਾ ਲਵਾਂ। ਉੱਤੋਂ ਤੇਰੀ ਡੈਫੀਨੇਸ਼ਨ ਕਰਨ ਡਿਆ ਕਿ ਮੈਂ ਰੋਕਿਆ। ਤੁਸੀਂ ਉਸਤਾਦ ਜੀ ਨੂੰ ਕੱਢ ਲਓ, ਇਹਨੂੰ ਕਹੋ ਨਹੀਂ ਮੈਂ ਨਹੀਂ ਰੋਕਿਆ ਜੀ। ਨਹੀਂ ਪਤਾ ਸਿਆਣਾ ਪੈਣਾ ਮੈਂ ਤੇਰੀ ਲਾਭ ਆ, ਉਹਨੇ ਬਹੁਤ ਬੁਰੀ ਤੈਨੂੰ ਗੱਲਾਂ ਕਰੇ। ਉਸਤਾਦ ਜੀ ਸਿਆਣੇ ਕਹਿਣਾ ਉਸਤਾਦ ਜੀ ਤੁਸੀਂ ਆਪ ਕਰਵਾਇਆ ਜਾਣ। ਉਸਤਾਦ ਜੀ ਮੈਂ ਯਕੀਨ ਜਾਨੂੰ ਪਿੱਛੇ ਜਿਹਨੂੰ ਮੈਂ ਥੋੜਾ ਜਿਹਾ ਹਲਕਾ ਜਿਹਾ ਦਿਖਾਵਾ ਕਰਾਇਆ ਵਾ ਆਪਣਾ, ਥੱਲੇ ਕਮੈਂਟਸ ਆਣ ਲੱਗੇ ਕਿ ਜੀ ਇਹ ਬਦਤਮੀਜ਼ੀ ਕਰਦਾ ਵਾ, ਮੈਂ ਇਹਦੀ ਇੱਜ਼ਤ ਨਹੀਂ ਕਰਦਾ, ਰਿਸਪੈਕਟ। ਹਾਂ ਆਹ ਕੀ ਗੱਲ ਉਸਤਾਦ ਜੀ, ਸਮਝਾਓ ਕਿ ਉਹ ਸਿਰਫ ਐਕਟ ਆ, ਮੈਂ ਇੱਕ ਤੁਹਾਨੂੰ ਕੰਮ ਆ। ਦੱਸਦਾ ਪਤਾ ਕੀ ਗੱਲ ਆ, ਵੱਜਦਿਆਂ ਨੂੰ ਵਾਹਣ ਇੱਕੋ ਜਿਹੇ ਹੁੰਦੇ ਆ। ਯਾਰ ਕਮੈਂਟਸ ਜੋ ਉਹਨਾਂ ਦੇ ਠੀਕ ਹੈ, ਉਹ ਤੁਸੀਂ ਇਹ ਨਾ ਸੋਚਿਆ ਕਰੋ। ਪਤਾ ਕੀ ਗੱਲ ਉਹਦੇ ਚ ਹੁੰਦਾ ਵਾ। ਹੁਣ ਇਹ ਤਾਂ ਨਹੀਂ ਨਾ ਵੀ ਹੁਣ ਉਹ ਇਹਤਰਾਮ ਕਰੀ ਜਾਵੇ ਤੇ ਉਹ ਕੱਖ ਵੀ ਨਹੀਂ ਉਹਦਾ ਵਿਚਾਰੇ ਦਾ, ਠੀਕ ਹੈ ਨਾ। ਮੇਰਾ ਵੀ ਦਿਲ ਕਰਨ ਲੱਗ ਪਿਆ ਵੀ ਪਤਾ ਨਹੀਂ ਮੈਂ ਤਨਖਾਹ ਜ਼ਾਇਆ ਹੀ ਕਰਨੇ ਆ, ਫਾਇਦਾ ਕੀ। ਨਹੀਂ ਉਹ ਤੁਹਾਨੂੰ ਪਤਾ ਲੱਗੂਗਾ 3-4 ਮਹੀਨਿਆਂ ਬਾਅਦ। ਹਾਲੇ ਨਹੀਂ ਯਾਰ ਇਮਲੀ ਭਾਈ ਤੁਸੀਂ ਉਹਨਾਂ ਨੂੰ ਉਸਤਾਦ ਜੀ ਇਹਨਾਂ ਨੂੰ ਸਮਝਾਓ, ਜਿਹੜਾ ਇਹ ਗੱਲ ਕਰਦਾ ਵਾ ਕਿ ਮੇਰੀ ਬੇਗਮ ਨੇ ਮੇਰੇ ਲਈ ਦੀਵੇ ਬਾਲਦੇ, ਉਹ ਕਹਿੰਦਾ ਯਾਰ ਤੂੰ ਉੱਥੇ ਹੀ ਅੜਿਆ ਵਾ, ਮੁੱਕ ਗਈ ਆ ਗੱਲ, ਬੇਗਮ ਵਾਲੀਆਂ ਗੱਲਾਂ ਖਤਮ ਹੋ 20,000 ਵਾਰੀ ਮੈਂ ਤੈਨੂੰ ਕਹਿ ਬੈਠਾ ਵਾਂ ਕਿ ਇਸ ਗੱਲ ਨੂੰ ਛੱਡ ਦੇ, ਇਹ ਜੈਨੂਇਨ ਗੱਲ ਆ, ਇਹਦੇ ਚ ਕੋਈ ਐਸੀ ਹੈਰਾਨਗੀ ਵਾਲੀ ਗੱਲ। ਹਾਂ ਤੇਰੀ ਬੁੱਢੀ ਨੇ ਨਹੀਂ ਤੇਰੇ ਨਾਲ ਕੀਤਾ? ਮੈਂ ਜਾਣਦਾ ਨਹੀਂ, ਬੜਾ ਇਹਦੇ ਨਾਲ ਉਹ ਕਿਹਨੂੰ? ਕੀਤਾ ਜਿਹੜਾ ਮੈਂ ਗੁੱਸਾ। ਪਹਿਲਾਂ ਉਹਨੂੰ ਪਛਾਣਦਾ ਹੀ ਨਹੀਂ ਸੀ। ਸਾਡਾ ਤਾਂ ਇੰਜ ਕਰਕੇ ਪਤਾ ਲੱਗਿਆ ਤੇਰਾ ਨਿਕਾਹ ਵਾ, ਮੈਂ ਕਿਹਾ ਜਿਸ ਪਿੱਛੇ ਤੇਰੀ ਰਿਸ਼ਤੇਦਾਰ ਨਹੀਂ ਹੋ ਨਹੀਂ। ਮਤਲਬ ਉਬੜਾਂ ਚ ਹਾਂਜੀ ਗੈਰ ਬਰਾਦਰੀ ਚ? ਓਕੇ ਅੱਲਾ ਖੈਰ ਕਰੇ, ਚਲੋ ਯਾਰ ਫਿਰ ਤੇ ਉਹਦਾ ਗੱਲ ਇਹ ਹੈ ਕਿ ਯਾਰ ਉਹਨੂੰ ਪਿਆਰ ਹੋ ਗਿਆ, ਬਸ ਉਹਦੇ ਨਾਲ ਮੁਹੱਬਤ ਹੋ ਗਈ ਹੈ। ਮੁਹੱਬਤ ਚ ਉਹਨੇ ਮੰਗਿਆ ਵਾ। ਮੁਹੱਬਤ ਜਦੋਂ ਹੋ ਜੇ ਲੋਕੀ ਸਜਦਿਆਂ 'ਚ ਪੈ ਮੰਗਦੇ ਆ ਆਪਣੇ ਮਹਿਬੂਬ ਨੂੰ। ਨਾਲੇ ਉਹਨੇ ਰੱਬ ਕੋਲੋਂ ਮੰਗਿਆ, ਉਹਨੇ ਰੱਬ ਕੋ ਮੰਗਿਆ ਵਾ। ਉਹਨੇ ਕਿਹੜਾ ਵੀ ਮਤਲਬ ਉਹਨੇ ਕਿਹੜਾ ਵਿੱਚ ਇਹਨਾਂ ਯਾਰ ਨੂੰ ਜੋ ਵੀ ਆ ਮੰਗੋ, ਮੰਗਣਾ ਚਾਹੀਦਾ, ਰੱਬ ਕੋਲੋਂ ਹੀ ਮੰਗਣਾ ਚਾਹੀਦਾ। ਮੈਨੂੰ ਉਹਦਾ ਇਹ ਤੂੰ ਇਹਨੂੰ ਨਾ ਵੇਖ, ਤੂੰ ਅਗਰ ਨਕਸ਼ਾ ਇਹਨਾਂ ਤੇ ਜਾਵੇਂ ਤੇ ਤੇਰੇ ਨਾਲੋਂ ਜ਼ਿਆਦਾ ਖੂਬਸੂਰਤ ਨਕਸ਼ਾ ਨਾ, ਉਹਦੀ ਅੱਖ ਤੇਰੇ ਬਹੁਤੀ ਮੋਟੀ। ਜੋ ਕਹੀ ਜਾਣਾ ਉਹ ਤੇ ਨਹੀਂ ਨਾ ਹੋਣਾ, ਉਹ ਤੇ ਗੱਲ ਤੇ ਜੈਨੂਇਨ ਕਰੋ। ਉਹਨੂੰ ਕਿਸ ਤਰ੍ਹਾਂ ਦੀਵੇ ਬਾਲ ਕੇ ਉਹ ਮੰਗੇਗੀ? ਮਤਲਬ ਯਾਰ ਕਿਹੜਾ ਕੋਈ ਦੀਵੇ ਉਹ ਬਾਲਦੀ ਸੀ ਤਾਂ ਕਿ ਮੈਨੂੰ ਇਹ ਨਜ਼ਰ ਆਵੇ। ਦਬਾਅ ਲੈਦਾ ਮੰਗਦੀ ਸੀ। ਆ ਤੁਹਾਡੀ ਹੁਣ ਸਮਝ ਆਣੀ ਗੱਲ। ਉਹਨੇ ਗੱਲ ਕਿੰਨੀ ਅੱਛੀ ਕੀਤੀ। ਉਹਨੇ ਤਸਵੀਰ ਲਾਈ ਸੀ ਇਹਦੀ ਸਾਹਮਣੇ ਤੇ ਉਹਨੂੰ ਪਤਾ ਨਹੀਂ ਸੀ ਲੱਗਦਾ ਵੀ ਮੈਂ ਕੀ ਮੰਗਣਾ ਵਾ। ਉਹਨੇ ਫਿਰ 2 ਦੀਵੇ ਬਾਲਣ ਪਤਾ ਲੱਗਾ, ਅੱਛਾ ਯਾਰ ਅੱਲਾ ਮੈਨੂੰ ਆਹ ਦੇ ਦੇ। ਇੰਜ ਉਹਨੇ ਇਸ ਤੋਂ ਦੀਵੇ ਬਾਲੇ ਸੀ। ਉਹਨੇ ਦੀਵੇ ਵਾਲੇ ਸੀ, ਤਸਵੀਰ ਤੇ ਫੁੱਲਾਂ ਦਾ ਹਾਰ ਵੀ ਟੰਗਿਆ ਹੋਇਆ ਸੀਗਾ ਨਾਲ। ਇਹ ਨਹੀਂ ਗੱਲ ਹੈਗੀ ਉਸਤਾਦ ਜੀ, ਪਤਾ ਕੀ ਹੈ, ਤੁਸੀਂ ਇਹ ਸੋਚੀ ਪੈ ਗਏ ਆ। ਅਸਲ ਦੇ ਵਿੱਚ ਪਿਆਰ ਜਿਹੜਾ ਹੁੰਦਾ ਨਾ, ਪਿਆਰ ਇਹ ਦਿਲ ਬੜਾ ਬੇਈਮਾਨ। ਇਹੀ ਤਾਂ ਕਹਿ ਰਿਹਾ ਉਹਨੂੰ ਮੈਂ। ਤੁਹਾਨੂੰ ਸਮਝ ਨਹੀਂ ਆ ਰਹੀ ਕਿ ਯਾਰ ਫਰੀਦ ਸਾਹਿਬ ਇਹਦੇ ਚ ਕੋਈ ਐਡੀ ਗੱਲ ਨਹੀਂ ਹੈਗੀ। ਬੜੇ ਬੜੇ ਖੂਬਸੂਰਤ ਲੋਕਾਂ ਦਾ, ਬੜੇ ਬੜੇ
ਮਤਲਬ ਜਿਹੜੇ ਸਾਡੇ ਹਿਸਾਬ ਨਾਲ ਕੋਝੇ ਨੇ ਉਹਨਾਂ ਦੇ ਮਗਰ ਜ਼ਿੰਦਗੀਆਂ ਰੋਲ ਰਹੀਆਂ ਬੜੇ ਬੜੇ ਖੂਬਸੂਰਤਾਂ ਨੇ। ਸਹੀ ਗੱਲ ਬਿਲਕੁਲ। ਮੈਂ ਉਹ ਗੱਲ ਠੀਕ ਆ, ਮੈਂ ਕਹਿੰਦਾ ਪੈਂਟ ਸ਼ਰਟ ਮੈਂ ਪਾ ਲਈ, ਮੈਂ ਉੱਤੋਂ ਚੀਨੀਆਂ ਵਾਰੀਆਂ, ਮੈਂ ਇਸ ਗੱਲ ਨੂੰ ਕਿੱਦਾਂ ਤਸਲੀਮ ਕਰ ਲਾਂ? ਹੁਣ ਮੈਨੂੰ ਦੱਸੋ। ਖੂਬਸੂਰਤ ਤਾਂ ਨਜ਼ਰ ਲੱਗ ਪ੍ਰੋਗਰਾਮ ਮੁਕਾ ਦਿਓ। ਇੱਕ ਮਾਂ ਦੀ ਜਾਂ ਪਿਓ ਦੀ ਜਾਂ ਭੈਣ ਭਰਾਵਾਂ ਦੀ ਜਾਂ ਖਾਲਾ, ਮਤਲਬ ਹੁਣ ਇੱਟਰ ਦਾ ਬੱਚਾ ਹੁੰਦਾ ਉਹਨੂੰ ਨਜ਼ਰ ਲੱਗ ਜਾਂਦੀ। ਤੇਰੇ ਹਿਸਾਬ ਨਾਲ ਤੂੰ ਕਹੇਗਾ ਯਾਰ ਇਹਨੂੰ ਵੀ ਨਜ਼ਰ ਲੱਗ ਜਾਂਦੀ, ਲੇਕਿਨ ਉਹ ਜਿਸ ਮਾਂ ਦਾ ਹੈਗਾ, ਜਿਸ ਪਿਓ ਦਾ ਹੈਗਾ, ਪਤਾ ਨਹੀਂ ਉਹ 10 ਸਾਲ ਬਾਅਦ ਹੋਇਆ, 14 ਸਾਲ ਬਾਅਦ ਹੋਇਆ। ਲੌਜੀਕ ਕਹਿ ਰਹੇ ਆ, ਉਹਦੀ ਆਪਣੀ ਕਹਿਣ ਡਿਆ ਵਾ, ਮੈਂ ਮਾਂ ਪਿਓ ਦੀ ਗੱਲ ਹੀ ਨਹੀਂ ਕੀਤੀ, ਉਹ ਕਹਿੰਦਾ ਮੈਨੂੰ ਆਪਣੀ ਨਜ਼ਰ ਆਪਣੀ ਵੀ ਲੱਗ ਜਾਂਦੀ ਨਜ਼ਰ, ਆਪਣੀ ਵੀ ਲੱਗ ਜਾਂਦੀ। ਆਪਣੀ ਹਦੀਸ ਵੀ ਆ ਕਿ ਸ਼ੀਸ਼ਾ ਵੇਖਣ ਦੀ ਇੱਕ ਦੁਆ ਵਾ। ਅਸਲ 'ਚ ਸਾਡਾ ਰੌਲਾ ਪਤਾ ਕੀ ਆ? ਸਾਡੇ ਜਿੰਨੇ YouTube ਚੈਨਲਸ ਨੇ ਨਾ, ਜਿੰਨੇ ਵੀ ਇਸਲਾਮਿਕ ਚੈਨਲ ਨੇ, ਕੋਈ ਇੱਕ ਚੈਨਲ ਨਹੀਂ ਹੈਗਾ ਜਿਹੜਾ ਸਾਨੂੰ ਸਵੇਰ ਤੋਂ ਸ਼ਾਮ ਤੱਕ ਸਾਡੀ ਲਾਈਫ 'ਚ ਅਸੀਂ ਜੋ ਕਰਨਾ ਉਹ ਵੀ ਦੱਸ ਦੇਵੇ ਦੀਨ ਦੇ ਮੁਤਾਬਿਕ। ਕੋਈ ਨਹੀਂ ਦੱਸ ਰਿਹਾ। ਉਹ ਜਿਹੜੇ ਹਜ਼ਾਰਾਂ ਸਾਲ ਪਹਿਲੇ ਹੋ ਗਏ ਨੇ ਜਾਂ 1400 ਸਾਲ ਪਹਿਲੇ ਵਾਕਿਆਤ ਹੋ ਗਏ ਨੇ, ਜਾਂ ਉਹਨਾਂ 'ਚੋਂ ਜਿਹੜੇ ਬੰਦੇ ਨੇ ਚੰਗਾ ਕੀਤਾ, ਉਦੋਂ ਕਦੀ ਕਿਸੇ ਨੇ ਕਿਹਾ ਸਵੇਰ ਜਦੋਂ ਅੱਖ ਖੁੱਲਿਆ ਦੁਆ ਪੜੋ, ਕਦੀ ਕਿਸੇ ਆਪਣੇ ਜਿਹੜਾ ਉਹਦੇ ਆਡੀਅנס ਨੇ ਉਹਨੂੰ ਕਿਹਾ ਕਿ ਲਓ ਜੀ ਤੁਸੀਂ ਅੱਜ ਆ ਪ੍ਰੋਗਰਾਮ ਦੇਖ ਲਿਆ, ਕੱਲ ਨੂੰ ਤੁਸੀਂ ਕਮੈਂਟਸ ਦੇ ਥੱਲੇ ਮੈਨੂੰ ਦੱਸਣਾ ਕਿ ਕਿੰਨੇ ਦੁੱਧ ਪੀਣ ਦੀ ਦੁਆ ਯਾਦ ਕੀਤੀ, ਕਿੰਨੇ ਨਵਾਂ ਕੱਪੜਾ ਪਾਉਣ ਦੀ ਦੁਆ ਵਾ, ਬਾਜ਼ਾਰ 'ਚ ਜਾਣ ਦੀ ਦੁਆ ਵਾ, ਵਾਸ਼ਰੂਮ 'ਚ ਜਾਣ ਦੀ ਦੁਆ ਵਾ, ਬਾਹਰ ਨਿਕਲਣ ਦੀ ਦੁਆ, ਛੋਟੀਆਂ ਇੰਨੀਆਂ ਖੂਬਸੂਰਤ ਜਿਹੜੀਆਂ ਤੁਸੀਂ ਲੰਘਦੇ ਪਾਉਂਦੇ ਤੁਸੀਂ ਰੱਬ ਦੇ ਨਾਲ ਮੁਖਾਤਬ ਰਹਿੰਦੇ ਕਿ ਯਾ ਅੱਲਾ ਸਾਨੂੰ ਇੱਥੋਂ ਬਚਾ ਕੇ ਰੱਖੀ, ਯਾ ਅੱਲਾ ਮੈਂ ਨਵਾਂ ਕੱਪੜਾ ਪਾਇਆ, ਇਹਨੂੰ ਮੇਰੇ ਨਸੀਬਾਂ 'ਚ। ਕਿਹੜਾ YouTube ਤੇ ਤੁਹਾਨੂੰ ਬੰਦਾ ਸਾਡੇ ਇਸ ਨਸਲ ਦੀ ਇਸ ਤਰ੍ਹਾਂ ਇਸਲਾਹ ਕਰ ਰਿਹਾ? ਫਿਰਕੇ ਵਾਰੀਅਤ ਲੜਾਈ ਪਈ। ਕੌਣ ਕਹਿ ਰਿਹਾ ਕਿ ਵੀ ਸੌਣ ਲੱਗਿਆ ਦੁਆ ਪੜ੍ਹਨੀ ਹੈ, ਸਵੇਰ ਜਦੋਂ ਅੱਖ ਖੁੱਲਿਆ ਦੁਆ ਪੜ੍ਹਨੀ, ਅੱਲਾ ਦਾ ਸ਼ੁਕਰ ਅਦਾ ਕਰਨਾ ਕਿ ਮੈਂ ਉੱਠ ਪਿਆ ਸਹੀ ਸਲਾਮਤ, ਸੌਣ ਲੱਗਿਆ ਮੈਨੂੰ ਇਹ ਦੁਆ ਪੜ੍ਹਨੀ? ਕੌਣ ਦੱਸ ਰਿਹਾ? ਕੋਈ ਨਹੀਂ ਦੱਸ ਰਿਹਾ ਯਾਰ। ਕੋਈ ਐਸਾ ਵੀ ਬੰਦਾ, ਮੈਂ ਬਣਾਉਣਾ ਯਾਰ, ਆਪਾਂ ਬਣਾਈਏ ਚੈਨਲ ਇੱਕ, ਆਪਾਂ ਇੱਕ ਇਸਲਾਮਿਕ ਚੈਨਲ ਬਣਾਉਂਦੇ ਆ। ਮੈਂ ਇੱਕ ਦੋ ਬੰਦੇ ਜਿਹੜੇ ਸਾਡੇ ਮੌਲਵੀ ਹਜ਼ਰਾਤ ਅੱਛੇ, ਬਿਲਕੁਲ ਫਿਰਕਾ ਵਾਰੀਅਤ ਤੋਂ ਇਲਾਵਾ, ਹਾਂ, ਉਹਨਾਂ ਨੂੰ ਮੈਂ ਕਹਿੰਦਾ ਭਾਈ ਚੈਨਲ ਬਣਾਓ, ਚੈਨਲ ਬਣਾ ਕੇ ਕੋਈ ਫਿਰਕਾ ਵਾਰੀਅਤ ਨਹੀਂ ਕਰਨੀ, ਉਹ ਚੰਗਾ, ਸਿਰਫ ਤੁਸੀਂ ਇਹ ਦੱਸਣਾ सुबह तो शाम तक प्यारे नबी की प्यारी दुआएं, रोजमर्रा के मामूलात, हाँ प्यारे नबी की प्यारी दुआएं कोई कर लवे। ਉਹਦੇ ਜੇ ਵੀ ਨਹੀਂ ਬਹੁਤ ਜ਼ਿਆਦਾ ਇਹ ਵੀ ਨਹੀਂ ਹੈਗਾ ਯਾਰ। ਇੱਕ ਮਤਲਬ ਅਗਰ ਸਿੱਖ ਆ, ਠੀਕ ਆ ਨਾ, ਉਹ ਅਗਰ ਨਵਾਂ ਕੱਪੜਾ ਪਾਉਂਦਾ ਤੇ ਉਹ ਆਪਣੇ ਰੱਬ ਦਾ ਸ਼ੁਕਰ ਅਦਾ ਕਰਦਾ ਕਿ ਰੱਬਾ ਤੂੰ ਮੈਨੂੰ ਨਵਾਂ ਕੱਪੜਾ ਦਿੱਤਾ, ਇਹਨੂੰ ਮੇਰੇ ਨਸੀਬਾਂ 'ਚ ਕਰ ਦੀ, ਇਹਨੂੰ ਮੇਰੇ ਲਈ ਫਾਇਦੇਮੰਦ ਸਾਬਤ ਕਰ ਦੀ। ਇਹ 'ਚ ਕੀ ਗੱਲ ਆ? ਫਿਰਕਾ ਵਾਰੀਅਤ ਤੋਂ ਇਲਾਵਾ ਜਿਹੜੀਆਂ ਸਾਡੀਆਂ ਪਿਆਰੇ ਨਬੀ ਦੀਆਂ ਪਿਆਰੀਆਂ ਦੁਆਵਾਂ, ਅੱਲਾ ਦੇ ਜਿਹੜੇ ਫਰਮਾਨ ਸਾਡੀ ਲਾਈਫ ਦੇ, ਕੋਈ ਨਹੀਂ ਦੱਸਣ ਦਿਆ। ਜਿਹਨੂੰ ਵੇਖ ਲਓ ਉਹਨੇ ਇੱਕ ਉਹ ਰਿਪਲਾਈ ਚੱਲ ਰਹੇ ਨੇ, ਰਿਪਲਾਈ ਚੱਲ ਰਹੇ ਨੇ, 8-8 10-10 ਵੀਡੀਓ ਫਰੀ, ਸਭ ਰਿਪਲਾਈਆਂ ਤੇ ਚੱਲਦੀਆਂ ਨੇ। ਲਓ ਜੀ ਮੈਂ ਗੱਲ ਕਹੀ ਸੀ, ਉਹਨੇ ਆਹ ਕਹੀ, ਉਹਦਾ ਹੁਣ ਮੈਂ ਜਵਾਬ ਦੇਣਾ। ਪਹਿਲੇ ਉਹਦੀ ਵੀਡੀਓ ਚੱਲਦੀ ਹੈ, ਫਿਰ ਆਪ ਬੰਦਾ ਕਹਿੰਦਾ, ਫਿਰ ਉਹ ਫੜ ਲੈਂਦਾ, ਫਿਰ ਉਹ ਵੀਡੀਓ ਚਲਾਉਂਦਾ, ਫਿਰ ਆਪ। ਕੌਣ ਦੱਸ ਰਿਹਾ ਤੈਨੂੰ ਫਰੀਦ ਖਾਂ ਕਿ ਤੂੰ ਪਾਣੀ ਏਦਾਂ ਪੀਣਾ, ਤੂੰ ਦੁੱਧ ਪੀਣ ਦੀ ਦੁਆ ਵਾ, ਬਾਜ਼ਾਰ ਜਾਣ ਦੀ ਦੁਆ ਵਾ, ਆਪ ਸਰਕਾਰ ਦੀ ਬਾਜ਼ਾਰ ਜਾਣਾ ਤੇ ਆ ਦੁਆ ਪੜੋ, ਨਵਾਂ ਕੱਪੜਾ ਪਾ ਕੇ ਦੁਆ ਵਾ, ਛੀਂਕ ਮਾਰਨ ਤੋਂ ਚਲੋ ਉਹ ਤੇ ਪਤਾ ਨਾ ਸਾਰਿਆਂ ਨੂੰ, ਉਹ ਦੁਆ, ਹਜ਼ਾਰਾਂ ਦੁਆਵਾਂ ਨੇ, ਕਿਤਾਬ ਮਿਲਦੀ ਹੈ ਪਿਆਰੇ ਨਬੀ ਕੀ ਪਿਆਰੀ ਦੁਆएं ਪੂਰੀ, ਉਹਦੇ 'ਚ ਲਿਖੀਆਂ। ਉਹ ਆਪਾਂ ਚੈਨਲ ਬਣਾਉਣੇ ਜਿਹਦੇ ਨਾਲ ਪ੍ਰੈਕਟੀਕਲੀ ਲਾਈਫ 'ਚ ਤੇ ਫਾਇਦਾ ਹੋਵੇ ਕਿਸੇ ਨੂੰ। ਕੋਈ ਬੰਦਾ ਅਗਰ ਇੱਕ ਦੁਆ, ਦੋ ਦੁਆ, ਚਾਰ ਦੁਆਵਾਂ ਯਾਦ ਕਰਕੇ ਉਹਨੂੰ ਪੜ੍ਹਨ ਲੱਗ ਪਿਆ, ਸਾਨੂੰ ਸਾਰਿਆਂ ਨੂੰ, ਤੁਹਾਨੂੰ ਵੀ ਸਾਰਿਆਂ ਨੂੰ, ਸਾਨੂੰ ਸਾਰਿਆਂ ਨੂੰ ਅੱਲਾ ਪਾਕ ਅਜਰ ਦੇ ਦੇਵੇ। ਲਓ ਜੀ ਚੈਨਲ ਬਣਾਉਣੇ ਆ, ਉਹਨੂੰ ਸਾਰਿਆਂ ਨੇ ਸਬਸਕ੍ਰਾਈਬ ਕਰਨਾ, ਸਭ ਕੁਝ ਕਰਨਾ, ਹਰ ਚੀਜ਼। ਉਸ ਚੈਨਲ ਦੀ ਜਿੰਨੀ ਪੇਮੈਂਟ ਹੋਏਗੀ ਉਹਦੇ 'ਚ ਉਹਨਾਂ ਦੀ ਜਿਹੜੇ ਮੌਲਵੀ ਹੋਣਗੇ, ਹਜ਼ਰਾਤ ਜਿਹੜੇ ਕਰ ਰਹੇ ਹੋਣਗੇ, ਉਹਨਾਂ ਨੂੰ ਦੇ ਕੇ ਬਾਕੀ ਜਿਹੜੇ ਹੋਣਗੇ ਉਹ ਆਪਾਂ ਕੱਪ 'ਚ ਵੰਡ ਲਿਆ ਕਰ। ਲਾ ਆਹ ਮੇਰੇ ਗੱਲ ਕੀਤੀ ਹੈ, ਮੇਰੇ ਮੂੰਹ ਦੀ ਗੱਲ ਖੋਲੀ ਕੰਜਰ ਨੇ। ਬੜਾ ਆਪਾਂ ਸ਼ੋਅ ਕੀਤਾ ਉੱਥੇ। ਨਹੀਂ ਪਹਿਲੇ ਆ ਗੱਲ ਕਰ ਲੈਂਦੇ। ਫਰੀਦ ਸਾਹਿਬ ਕੀ ਕਹਿੰਦੇ, ਤੁਸੀਂ ਵੀ ਦੱਸੋ ਜੀ ਥੱਲੇ ਕਮੈਂਟਸ ਦੇ ਵਿੱਚ ਦੱਸਣਾ ਕਿ ਅਸੀਂ ਨਹੀਂ ਉਹ ਪੈਸੇ ਤੇ ਚਲੋ ਮੌਲਵੀ ਲੈ ਲੈਣ, ਕੋਈ ਲੈਣਾ, ਉਹਦੀ ਗੱਲ ਹੈਗੀ, ਉਹ ਲੈਣੇ ਤੇ ਅਸੀਂ ਹੈ ਨਾ, ਮੇਨ ਬੰਦੇ ਨੇ ਲੈਣੇ। ਇਧਰੋਂ ਜਾਣੇ ਆ ਤੇ ਫਿਰ ਆਪੇ ਹੀ ਅਸੀਂ ਜਿਹੜੇ ਮਿਸ਼ਨ ਹੈ ਕਿ ਦੀਨ ਸਿਖਾਇਆ ਜਾਏ। ਅੱਛਾ, ਵੈਸੇ ਜਿੰਨੇ ਵੀ YouTube ਦੇ ਚੈਨਲਸ ਨੇ, ਇਸਲਾਮਿਕ ਚੈਨਲਸ, ਕੋਈ ਵੀ ਐਸਾ ਚੈਨਲ ਨਹੀਂ ਜਿਹੜਾ ਮਤਲਬ ਕਿ ਕੋਈ ਜ਼ਿਆਦਾ, ਜਿਵੇਂ ਸਾਡੇ ਦੂਸਰੇ ਕਾਮੇਡੀ ਚੈਨਲ ਨੇ ਲੱਖਾਂ 'ਚ ਵੀਵਰਸ਼ਿਪ ਸਬਸਕ੍ਰਾਈਬਰ ਨੇ, ਇਸਲਾਮਿਕ ਚੈਨਲਸ ਦਾ ਪਤਾ ਨਹੀਂ ਕਿਉਂ ਨਾ ਇੰਨੀ ਵੀਵਰਸ਼ਿਪ ਨਹੀਂ ਹੁੰਦੀ। ਨਹੀਂ ਬੜੀ ਹੁੰਦੀ। ਨਹੀਂ ਉਹ ਸਿਰਫ ਤਕਰੀਰਾਂ ਦੀ ਜ਼ਾਕਰ ਸਾਹਿਬ। ਨਹੀਂ ਭਾਈ ਫਰੀਦ ਸਾਹਿਬ ਅੱਛੀਆਂ ਗੱਲਾਂ। ਗੱਲ ਇਹ ਦੇਖੋ ਨਾ, ਹੁਣ ਪਿੱਛੇ ਜੇ ਮੈਂ ਇੱਕ ਚੈਨਲ ਦੇਖਿਆ, ਨਵਾਂ ਹੀ ਕਰੈਕਟਰ ਆ ਜਾਂਦਾ ਵਾ ਆਪਣੇ ਤੌਰ ਤਰੀਕੇ ਲੈ ਕੇ, ਠੀਕ ਆ ਜੀ, ਉਸ ਤੋਂ ਬਾਅਦ ਉਹ ਇਨ ਹੁੰਦਾ ਵਾ, ਫਿਰ ਹੋਰ ਆ ਜਾਂਦਾ ਵਾ। ਹੁਣ ਇੱਕ ਹੋਰ ਸਾਹਿਬ ਨੇ, ਉਹ ਮਤਲਬ ਕੁਛ ਐਸਾ ਕਰਦੇ ਪਏ ਨੇ ਜਿਹਦੇ 'ਚ ਬਹੁਤ ਸਾਰੇ ਮੁਸਲਮਾਨਾਂ ਦਾ ਦਿਲ ਦੁਖਦਾ। ਇਹਨੇ ਲਾਈਕ ਯਾਰ ਇੱਕ ਮੇਰਾ ਫਿਰਕਾ ਜਿਹੜਾ ਵਾ ਉਹਦੇ 'ਚ ਇੱਕ ਐਸਾ ਸ਼ਖਸੀਅਤ ਆ ਕਿ ਮੈਂ ਉਹਨੂੰ ਅੱਛਾ ਸਮਝਦਾ, ਮੈਂ ਉਹਦੀ ਰਿਸਪੈਕਟ ਕਰਦਾ। ਕੋਈ ਸਾਹਬੀ ਹੈ, ਆਪ ਸਰਕਾਰ ਦਾ ਕੋਈ ਸਾਹਬੀ ਹੈ, ਮੈਂ ਉਹਦੀ ਰਿਸਪੈਕਟ ਕਰਦਾ।
ਇੱਕ ਐਸਾ ਫਿਰਕਾ ਵਾ ਉਹ ਕਹਿੰਦੇ ਨੇ ਕਿ ਨਹੀਂ ਜੀ ਇਹ ਨਹੀਂ ਸੀ ਸਹੀ, ਇਹ ਬੰਦੇ ਇਦਾਂ ਨਹੀਂ ਸੀ ਸਹੀ। ਅੱਛਾ ਹੁਣ ਤੁਸੀਂ ਇਹ ਸਿਰਫ ਸੋਚ ਲਓ ਕਿ ਯਾਰ ਚਲੋ ਅਗਰ ਨਹੀਂ ਸੀ ਸਹੀ, ਅੱਲਾਹ ਦੇ ਨਾਲ ਮਾਮਲਾ ਉਹਦਾ, ਉਹ ਅੱਲਾਹ ਉਹਨੂੰ ਜਾਣੇ। ਮੈਨੂੰ ਜਦੋਂ ਮੈਂ ਕਿਆਮਤ ਵਾਲੇ ਦਿਨ ਰੱਬ ਦੇ ਅੱਗੇ ਖਲੋਤੇ ਹੋਣਾ, ਮੈਨੂੰ ਰੱਬ ਨੇ ਪੁੱਛਣਾ ਵੀ ਹਾਂ ਬਈ ਉਹ ਬੰਦੇ ਦਾ ਤੂੰ ਦੱਸ, ਮੇਰਾ ਲਿੰਕ ਹੀ ਕੋਈ ਨਹੀਂ। ਮੈਨੂੰ ਰੱਬ ਨੇ ਪੁੱਛਿਆ ਤੂੰ ਕੀ ਕੀਤਾ, ਪੁੱਛਣਾ ਆਪਣਾ ਵਾ। ਤੂੰ ਕੀ ਕੀਤਾ, ਤੂੰ ਉਹਨੂੰ ਛੱਡ ਦਿਓ, ਮੇਰਾ ਮਾਮਲਾ ਵਾ, ਉਹ ਸਹੀ ਸੀ ਨਹੀਂ ਸੀ ਮੇਰਾ ਮਾਮਲਾ। ਅਸੀਂ ਇਸ ਪਾਸੇ ਸਾਰੇ ਬਹਿਸਾਂ ਪਾਈਆਂ ਨੇ ਕਿ ਉਹ ਜਿੱਤਣ ਤੁਰੇ ਆ ਕਿ ਤੂੰ ਵੀ ਮੰਨ ਜੋ ਮੈਂ ਕਹਿ ਰਿਹਾ, ਤੂੰ ਮੰਨ ਆਹ ਦੇ ਲਿਖਿਆ, ਤੂੰ ਕੋ ਕਹਿ ਰਿਹਾ ਜੀ ਆਹ ਲਿਖਿਆ ਤੇ ਫਿਰ ਆਹ ਲਿਖਿਆ, ਤੂੰ ਮੇਰੀ ਮੰਨ। ਸਾਡੀ ਇਹ ਜੰਗ ਚੱਲ ਰਹੀ ਤੇ ਆਪਾਂ ਇੱਕ ਚੈਨਲ ਬਣਾਉਣੇ ਆ ਜਿਹਦੇ ਜਿਸ ਤਰ੍ਹਾਂ ਦਾ ਕੁਝ ਨਹੀਂ ਹੋਏਗਾ ਔਰ ਉਹ ਸਾਰਿਆਂ ਨੂੰ ਅੱਲਾਹ ਪਾਕ ਉਹਦਾ ਅਜਰ ਦੇਵੇ। ਅਸੀਂ ਮੈਂ ਇਕੱਲਾ ਨਹੀਂ ਜਾਂ ਤੁਸੀਂ ਨਹੀਂ, ਤੁਸੀਂ ਵੀ ਨਾਲ ਉਹਨੂੰ, ਤੁਸੀਂ ਉਹਨੂੰ ਐਪਰੀਸ਼ੀਏਟ ਕਰਨਾ, ਲਾਈਕ ਕਰਨਾ, ਸ਼ੇਅਰ ਕਰਨਾ, ਜਸਟ ਕਿਉਂਕਿ ਆਪਾਂ ਮਰ ਜਾਣਾ ਸਾਰਿਆਂ ਨੇ ਯਾਰ, ਠੀਕ ਹੈ ਨਾ, ਆਪਾਂ ਮਰ ਜਾਣਾ। ਉਸ ਤੋਂ ਬਾਅਦ ਜਿਹੜਾ ਨਾ ਉਹ ਸ਼ਾਇਦ ਸਾਡੇ ਕੰਮ ਆ ਜੇ ਸਾਰਿਆਂ ਦੇ। ਔਰ ਮੈਂ ਅੱਲਾ ਲਾਣੀ ਆ ਕਿ ਨਾ ਰੱਬ ਨੂੰ ਹੱਥ ਨਜ਼ਰ ਜਾਣ ਕੇ ਕਿ ਯਾ ਅੱਲਾ ਉਹ ਚੈਨਲ ਮੈਂ ਬਣਾਉਣਾ, ਉਹਦੇ 'ਚ ਜਿੰਨਾ ਅਗਰ ਤੈਨੂੰ ਕੋਈ ਖੁਸ਼ੀ ਹੋਵੇ, ਕੋਈ ਬੰਦਾ ਕਰਨਾ ਪਏ, ਉਹਦਾ ਅਜਰ ਜਿੰਨੇ ਇਸ ਟਾਈਮ ਲੋਕ ਵੇਖਣ ਦੇ ਨੇ ਜਾਂ ਵੀਡੀਓ 10 ਸਾਲ ਬਾਅਦ ਵੀ ਕੋਈ ਵੇਖਦੇ ਨੇ, ਉਹਨਾਂ ਨੂੰ ਵੀ ਨਾਲ ਦੇ। ਮੈਂ ਭਾਈ ਤੁਹਾਡਾ ਸਾਰਿਆਂ ਨੇ ਸ਼ੇਅਰ ਕਰਦਾ, ਆਪਾਂ ਸਾਰੇ ਕਰਾਂਗੇ। ਉਸ ਚੈਨਲ ਦੇ ਵਿੱਚ ਕੋਈ ਫਿਰਕਾ ਵਾਰੀਅਤ ਨਹੀਂ ਹੋਏਗੀ। ਬਹੁਤ ਅੱਛੇ ਉਸਤਾਦ। ਉਸ ਚੈਨਲ ਦੇ ਵਿੱਚ ਸਿਰਫ ਜੋ ਜਿਹੜੀਆਂ ਅਥੈਂਟਿਕ ਗੱਲਾਂ ਨੇ, ਲਾਈਫ 'ਚ ਜਿਹੜੀਆਂ ਕੰਮ ਆਉਂਦੀਆਂ ਨੇ, ਲਾਈਫ ਗੁਜ਼ਾਰਨ 'ਚ, ਬਰਤਨ ਐਦ ਕਰਨੇ ਆ, ਡਿਗੇ ਤੇ ਕੀ ਕਹਿਣਾ ਵਾ, ਸੌਣ ਲੱਗਿਆ, ਉੱਠਣ ਲੱਗਿਆ, ਬਹਿਣ ਲੱਗਿਆ, ਨਹਾਉਣ ਲੱਗਿਆ, ਵਾਸ਼ਰੂਮ 'ਚ, ਬਾਜ਼ਾਰ 'ਚ ਚੀਜ਼ ਖਰੀਦਣ ਲੱਗਿਆ, ਉਹ ਸਾਰੀਆਂ ਸਾਨੂੰ ਤੁਸੀਂ ਸਾਡੇ ਐਜ਼ ਏ ਮੁਸਲਿਮ ਜੋ ਸਾਡੇ ਪਿਆਰੇ ਨਬੀ ਦਾ ਹੈਗਾ ਨਾ ਸੱਲੱਲਾਹੁ ਅਲੈਹਿ ਵਸੱਲਮ, ਉਹਨਾਂ ਦਾ ਫਰਮਾਨ ਤੇ ਅੱਲਾ ਦਾ ਫਰਮਾਨ, ਤੇ ਤੁਸੀਂ ਬਸ ਸਾਨੂੰ ਉਹ ਦੱਸੋ ਕਿ ਜੀ ਇਹ ਸੁਣਨਾ ਸੀ, ਇੱਥੇ ਅੱਲਾ ਦੇ ਨਬੀ ਨੇ ਇਹ ਫਰਮਾਇਆ ਸੀ, ਨਵਾਂ ਕੱਪੜਾ ਪਾਓ, ਅੱਲਾ ਦੇ ਨਬੀ ਨੇ ਇਹ ਫਰਮਾਇਆ। ਬਸ ਤੁਸੀਂ ਨਹੀਂ ਕਹਿਣਾ ਕਿ ਬਈ ਉਹ ਠੀਕ ਆ, ਉਹ ਗਲਤ ਆ, ਇੱਦਾਂ ਦਾ ਕੋਈ ਚੱਕਰ ਨਹੀਂ। ਸਾਡੀ ਜਿਹੜੀ ਲਾਈਫ ਦੀ ਹੈ ਨਾ, ਸਾਡੇ ਬੱਚਿਆਂ ਦੀ ਪਰਵਰਿਸ਼, ਉਹ ਕਰੋ ਬਸ। ਉਹ ਮੈਂ ਕਰਦਾ ਵਾਂ ਇਨਸ਼ਾਅੱਲਾ ਤਾਲਾ। 2-4-5 ਦਿਨਾਂ ਦੇ ਵਿੱਚ ਮੈਂ ਕੋਈ ਬੰਦੇ ਲੱਭਦਾ ਐਸੇ, ਠੀਕ ਹੈ ਜੀ, ਉਹਨਾਂ ਨੂੰ ਮੈਂ ਕਹਿਣਾ ਨਾਲ ਹਵਾਲੇ ਦੱਸੋ, ਨਾਲ ਤੁਸੀਂ ਅੱਗੇ ਦੱਸੋ ਕਿ ਭਾਈ ਇਹ ਦੇਖੋ ਇਹ ਹਦੀਸ ਆ ਔਰ ਇਹਦੇ 'ਚ ਆ, ਔਰ ਉਹਦੇ 'ਚ ਮੰਨਣ 'ਚ ਫਾਇਦਾ ਹੀ ਫਾਇਦਾ, ਨਾ ਮੰਨਣ 'ਚ ਨੁਕਸਾਨ ਹੀ ਕੋਈ ਨਹੀਂ। ਮਤਲਬ ਇੱਕ ਬੰਦਾ ਅਗਰ ਤੁਹਾਨੂੰ ਇੱਕ ਤੁਹਾਨੂੰ ਹਦੀਸ ਆ, ਤੁਹਾਨੂੰ ਉਹਦੇ 'ਤੇ ਡਾਊਟ ਵੀ ਹੈ, ਇੱਕ ਮਿਸਾਲ ਕਿ ਯਾਰ ਇਹ ਪਤਾ ਨਹੀਂ ਸਹੀ ਹੈ ਕਿ ਨਹੀਂ, ਲੇਕਿਨ ਤੁਸੀਂ ਦੇਖਦੇ ਹੋ ਯਾਰ ਮੈਂ ਜੇ ਕਰ ਲਵਾਂ ਤਾਂ ਮੈਨੂੰ ਫਾਇਦਾ ਹੀ ਫਾਇਦਾ। ਮੈਂ ਕੀ ਕਹਿ ਰਿਹਾ, ਮੈਂ ਅਗਰ ਵਾਸ਼ਰੂਮ ਵੜਨ ਲੱਗਾ ਤੇ ਉਹਦੇ 'ਚ ਜਿਹੜੀ ਦੁਆ ਵਾ, ਉਸ ਦੁਆ ਦਾ ਮਤਲਬ ਕੀ ਹੈ ਕਿ ਯਾ ਅੱਲਾ ਇਹਦੇ ਅੰਦਰ ਕੋਈ ਨਾਪਾਕ ਜਿੰਨਣੀਆਂ, ਕੋਈ ਵਾਧਾ ਘਾਟਾ, ਕੋਈ ਉਂਚ ਨੀਚ, ਮੈਨੂੰ ਤਾਂ ਮਹਿਫੂਜ਼ ਰੱਖੀ। ਲਓ ਜੀ, ਇਹਦੇ 'ਚ ਕੀ ਨੁਕਸਾਨ ਹੈ ਜੀ? ਔਰ ਗੰਦੀਆਂ ਜਗ੍ਹਾ ਤੇ ਇੱਕ ਗੱਲ ਆ ਤੁਸੀਂ ਸੁੱਤੇ ਉੱਠਦੇ ਹੋ, ਤੁਸੀਂ ਇੱਕ ਦੁਆ ਪੜੋ ਕਿ ਯਾ ਅੱਲਾ ਤੂੰ ਮੈਨੂੰ ਮਤਲਬ ਦੁਬਾਰਾ ਮੇਰੀ ਅੱਖ ਖੁੱਲੀ, ਮੈਂ ਫਰੈਸ਼ ਉੱਠਿਆ, ਇਹ ਉਹ ਸਾਰਾ, ਇਹ 'ਚ ਕੀ ਨੁਕਸਾਨ ਆ? ਔਰ ਉਹਦੇ ਹਵਾਲੇ ਦੇ ਨਾਲ ਤੁਹਾਨੂੰ ਦੱਸਿਆ ਜਾਏ ਤੇ ਤੁਸੀਂ ਉਹਨੂੰ ਆਪਾਂ ਕਰ ਲਈਏ, ਠੀਕ ਹੈ ਜੀ। ਤੇ ਬਾਕੀ ਇਹ ਕਿ ਜਦੋਂ ਇਦਾਂ ਦੀ ਮੇਰੇ ਗੱਲ ਜ਼ਿਹਨ 'ਚ ਹੁੰਦੀ ਨਾ, ਤੇ ਸਰ ਮੈਂ ਤੁਹਾਨੂੰ ਜੈਨੂਅਨ ਦੱਸਦਾ, ਮੈਂ ਕੋਈ ਮੌਲਵੀ ਜਾਂ ਕੋਈ ਸਕਾਲਰ ਜਾਂ ਕੁਛ ਨਹੀਂ। ਜਿੱਦਾਂ ਤੁਸੀਂ ਦੋਸਤਾਂ 'ਚ ਬੈਠੇ ਗੱਲ, ਮੈਂ ਅੱਗੇ ਵੀ ਕਈ ਵਾਰੀ ਕਿਹਾ, ਮੇਰੇ ਜ਼ਿਹਨ 'ਚ ਹੁੰਦੀ, ਮੈਂ ਇਦਾਂ ਕਰ ਦਿੰਦਾ। ਇਹਦੇ 'ਚ ਤੁਸੀਂ ਤਰਦੀਦ ਵੀ ਕਰ ਸਕਦੇ ਹੋ, ਤੁਸੀਂ ਮੈਨੂੰ ਇਹ ਵੀ ਕਹਿ ਸਕਦੇ ਹੋ ਜਾਨੀ ਭਾਈ ਇੰਜ ਨਹੀਂ, ਇੰਜ ਕਰ ਲੈਂਦੇ ਆ, ਜਾਨੀ ਭਾਈ ਆਹ ਗੱਲ ਇਦਾਂ ਨਹੀਂ, ਇਦਾਂ ਜ਼ਿਆਦਾ ਬਿਹਤਰ ਹੋ ਜਾਏਗੀ। ਤੁਹਾਨੂੰ ਸਾਰੇ ਹੱਕ ਨੇ, ਮੈਂ ਤੁਹਾਡੇ ਤੇ ਕੋਈ ਲਾਗੂ ਨਹੀਂ ਕਰ ਰਿਹਾ, ਮੈਂ ਇੱਕ ਮਸ਼ਵਰਾ ਦਿੱਤਾ, ਉਸ ਮਸ਼ਵਰੇ ਨੂੰ ਮਜ਼ੀਦ ਖੂਬਸੂਰਤ ਕਰਨ ਵਾਸਤੇ ਆਪਾਂ ਸਾਰੇ ਜੋ ਗੱਲ ਉਹਦੇ 'ਚ ਐਡ ਹੋ ਸਕਦੀ ਆਪਾਂ ਕਰ ਲਾਂਗੇ। ਸਲਾਹ ਜ਼ਰੂਰੀ, ਇਸਲਾਹ, ਹਾਂ ਠੀਕ ਹੈ ਨਾ, ਤੁਸੀਂ ਦੱਸਣਾ ਕਿ ਹਾਂ ਬਿਹਤਰ ਹੈ ਨਾ, ਤੇ ਆਪਾਂ ਸ਼ੁਰੂ ਕਰ ਲਾਂਗੇ ਇਨਸ਼ਾਅੱਲਾ ਜੀ। ਤੇ ਆਪਣਾ ਬਹੁਤ ਖਿਆਲ ਰੱਖਣਾ ਇਨਸ਼ਾਅੱਲਾ ਤਾਲਾ। ਕੱਲ੍ਹ ਤੁਹਾਡੇ ਨਾਲ ਫਿਰ ਮੁਲਾਕਾਤ ਹੋਏਗੀ ਤੇ ਰੱਬ ਰੱਖਾ। ਤੇ ਸਪੈਸ਼ਲੀ ਤੌਰ ਤੇ ਇਸ ਟਾਈਮ ਜੋ ਮੁਲਕੀ ਹਾਲਾਤ ਨੇ, ਦਿਲੋਂ ਇੱਕ ਵਾਰੀ ਕਹਿ ਦਿਓ ਕਿ ਅੱਲਾਹ ਪਾਕ ਸਾਡੇ ਪਾਕਿਸਤਾਨ ਨੂੰ ਹਮੇਸ਼ਾ ਕਾਇਮ ਦਾਮ ਰੱਖੇ, ਇਹਦੀਆਂ ਟੈਨਸ਼ਨਾਂ ਪਰੇਸ਼ਾਨੀਆਂ ਅੱਲਾਹ ਪਾਕ ਦੂਰ ਕਰੇ, ਔਰ ਇਦਾਂ ਦਾ ਕਰ ਦੇਵੇ ਕਿ ਲੋਕੀ ਬਾਹਰੋਂ ਤਰਸਣ ਕਿ ਯਾਰ ਪਾਸਪੋਰਟ ਵੀਜ਼ਾ ਲੈ ਕੇ ਤੇ ਪਾਕਿਸਤਾਨ ਵਿਜ਼ਿਟ ਕਰਕੇ, ਤੇ ਪਾਕਿਸਤਾਨ ਜ਼ਿੰਦਾਬਾਦ।